ਅਸੀਂ ਥੋੜੇ ਵੀਕ ਹੋਏ ਅਸੀਂ ਵੂਮਨ ਡੇ ਬਾਰੇ ਗੱਲ ਕੀਤੀ ਸੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਮੇਸ਼ਾ ਦੀ ਤਰ੍ਹਾਂ ਤੁਹਾਡਾ ਸਵਾਗਤ ਹੈ ਦ ਲੇਟ ਸ਼ੋ। ਲਾਈਕ ਯੂਰਸੈਲਫ ਮੈਂ ਵੀ ਹਮੇਸ਼ਾ ਲੁੱਕ ਫਾਰਵਰਡ ਕਰਦਾ ਨਾ ਬਿਕਾਜ਼ ਮੇਰੇ ਤਰ੍ਹਾਂ ਦੇ ਨਵੇਂ ਗੈਸਟ ਆਉਂਦੇ ਇੰਟਰੈਕਟਿਵ ਗੈਸਟ ਉਹਦਾ ਦੇ ਗੈਸਟ ਜਿਹਦੇ ਨਾਲ ਤੁਹਾਡਾ ਜਾਂ ਕਿਸੇ ਦਾ ਫਾਇਦਾ ਹੋ ਸਕੇ ਕੁਝ ਲਰਨ ਕਰਨ ਨੂੰ ਮਿਲਦਾ। ਥੀਸ ਪੀਪਲ ਆਰ ਦ ਰੋਲ ਮਾਡਲਸ। ਇੰਟੈਲੈਕਚੁਅਲ ਗੈਸਟ ਹੁੰਦੇ ਨੇ। ਇੰਟੈਲੈਕਚੁਅਲ ਦਾ ਮਤਲਬ ਇਹ ਹੋਇਆ ਕਿ ਇਹ ਬਿਲਕੁਲ ਡਿਫਰੈਂਟ ਆਮ ਲੋਕਾਂ ਨਾਲੋਂ ਕਿ ਇਹਨਾਂ ਨੇ ਬੜਾ ਹਾਰਡ ਵਰਕ ਕਰਕੇ ਕਿਸੇ ਅਹੁਦੇ 'ਤੇ ਪਹੁੰਚੇ ਹੋਏ ਨੇ। ਅਸੀਂ ਥੋੜੇ ਵੀਕ ਹੋਏ ਅਸੀਂ ਵੂਮਨ ਡੇ ਬਾਰੇ ਗੱਲ ਕੀਤੀ ਸੀ ਆਪਣੇ ਲੇਡੀ ਸਿੰਘ ਓਬੀ ਦੇ ਨਾਲ ਅਤੇ ਯੂ ਨੋ ਕਿ ਉਹ ਕਿੰਨਾ ਅੱਛਾ ਕੰਮ ਕਰਦੇ ਨੇ। ਵੈਰੀ ਮਚ ਕਨੈਕਟਡ ਵਿਦ ਸਿੱਖੀ ਦੇ ਨਾਲ, ਵੈਰੀ ਮਚ ਕਨੈਕਟਡ ਵਿਦ ਦ ਲਾਅ ਐਂਡ ਦ ਪਾਰਲੀਮੈਂਟ ਦੇ ਨਾਲ। ਕਿਸੇ ਵੀ ਦੁਨੀਆ 'ਚ ਕਿਸੇ ਤਰ੍ਹਾਂ ਦਾ ਸਿੱਖਣ ਦਾ ਇਸ਼ੂ ਹੁੰਦਾ ਕਿਸੇ ਵੀ ਤਰ੍ਹਾਂ ਦਾ ਅਤੇ ਉਹ ਹਮੇਸ਼ਾ ਇਹਨਾਂ ਨੂੰ ਅਪਰੋਚ ਕਰਦੇ ਨੇ ਅਤੇ ਭੈਣ ਜੀ ਅੱਗੇ ਲੈ ਕੇ ਜਾਂਦੇ ਨੇ ਅਤੇ ਉਹ ਮੁੱਦਿਆਂ ਨੂੰ ਬੜਾ ਆਸਾਨ ਹੋ ਜਾਂਦਾ, ਆਪਣੇ ਲੋਕਾਂ ਦੀ ਮਦਦ ਹੋ ਜਾਂਦੀ ਹੈ। ਇਸੇ ਤਰ੍ਹਾਂ ਮੇਰੇ ਨਾਲ ਆਪਣੇ ਹੋਰ ਹੈਗੇ ਨੇ ਆਪਣੀ ਭੈਣ ਜੀ ਮਿਸਿਜ਼ ਅੰਬਰ ਸੁਭਾਗ ਕੌਰ ਮੇਕਰ, ਡਾਇਰੈਕਟਰ ਫॉर ਦੀ ਮੇਕਰ ਪ੍ਰੋਪਰਟੀਜ਼। ਜਦੋਂ ਮੈਂ ਤੁਹਾਨੂੰ ਕਹਿੰਦਾ ਪਿਆ ਕਿ ਡਾਇਰੈਕਟਰ ਹੈਗੇ ਨੇ ਫॉर ਦੀ ਮੇਕਰ ਪ੍ਰੋਪਰਟੀਜ਼, ਤੁਹਾਨੂੰ ਖੁਦ ਪਤਾ ਹੋਣਾ ਚਾਹੀਦਾ ਕਿ ਦੇਖੋ ਆਪਣੀ ਬਹੁਤ ਘੱਟ ਸੁਣਨ 'ਚ ਹੁੰਦਾ ਕਿ ਜੇ ਮੈਂ ਰਿਸਪੈਕਟ ਨਹੀਂ ਕਹਿੰਦਾ ਓਲਡਰ ਏਜ ਦੇ ਮੁਤਾਬਿਕ ਕਹਿੰਦਾ ਅਸੀਂ ਜ਼ਿਆਦਾ ਵੱਡੀ ਉਮਰ ਦੇ ਹੁੰਦੇ ਹਾਂ। ਉਸ ਏਜ 'ਤੇ ਆਣ ਕੇ ਤੁਸੀਂ ਇੱਕ ਪ੍ਰੋਪਰਟੀ ਦੇ ਡਾਇਰੈਕਟਰ ਅੱਗੇ ਬੜਾ ਵੱਡਾ ਮੈਨੇ ਰੱਖਦਾ ਔਰ ਇਹਨਾਂ ਨੇ ਬੜੇ ਅਵਾਰਡ ਵਗੈਰਾ ਵਿਨ ਕੀਤੇ ਨੇ। ਬੜੀ ਐਕਟਿਵ ਲਾਈਫ ਕਰਦੇ ਨੇ ਆਪਣੀ ਸੁਸਾਇਟੀ ਦੇ ਵਿੱਚ। ਇਕੁਅਲੀ ਗੁੱਡ ਜਿੱਦਾਂ ਭੈਣ ਜੀ ਸੇਵਾ ਕਰਦੇ ਨੇ ਲੇਡੀ ਸਿੰਘ ਦੇ ਨਾਲ, ਉਸ ਤਰ੍ਹਾਂ ਇਹ ਡਿਫਰੈਂਟ ਫੀਲਡ 'ਚ ਆਪਣੀ ਸੇਵਾ ਕਰਦੇ ਨੇ। ਚਲੋ ਮੈਂ ਟਾਈਮ ਜਾਰੀ ਨਹੀਂ ਕਰਦਾ, ਸਭ ਤੋਂ ਪਹਿਲਾਂ ਉਹਨਾਂ ਦੀ ਫਤਿਹ ਬੁਲਾ ਕੇ ਉਹਨਾਂ ਦਾ ਇੰਟਰੋਡਿਊਸ ਕਰਦੇ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਮੇਰੇ ਲੈਫਟ ਵੱਲ ਆਪਣੇ ਲੇਡੀ ਸਿੰਘ ਓਬੀ ਅਤੇ ਨਾਲ ਮਿਸਿਜ਼ ਅੰਬਰ ਸੁਭਾਗ ਕੌਰ ਮੇਕਰ। ਭੈਣ ਜੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਮੈਂ ਪਹਿਲਾਂ ਕਿਹਾ ਕਿ ਮਤਲਬ ਬਹੁਤ ਖਿਆਲ ਰੱਖਣਾ ਪਏਗਾ ਕਿਉਂਕਿ ਤੁਸੀਂ ਦੋਨੋਂ ਇੰਨੇ ਇੰਟੈਲੈਕਚੁਅਲ ਹੈਗੇ ਹੋ। ਨਾਲੇ ਆਪਾਂ ਔਰਤਾਂ ਦੀ ਗੱਲ ਕਰਨੀ ਹੈ ਅਤੇ ਮੈਂ ਇਕੱਲਾ ਆਦਮੀ ਹੈਗਾ, 1 against 2। ਤੁਸੀਂ ਤਾਂ ਮੈਨੂੰ ਉੱਦਾਂ ਹੀ ਢਾਹ ਦੇਣਾ ਦੋਨਾਂ ਨੇ। ਭੈਣ ਜੀ ਨਾ ਤੁਸੀਂ ਹੁਣ ਮੈਨੂੰ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ, ਫਿਰ ਆਪਾਂ ਅੱਗੇ ਗੱਲ ਕਰਾਂਗੇ ਕਿਉਂਕਿ ਆਪਾਂ ਜ਼ਿਆਦਾ ਟਾਈਮ ਸਪੈਂਡ ਕਰਨਾ ਆਪਣਾ ਵੂਮਨਸ ਡੇ ਵੂਮਨਸ ਬਾਰੇ ਗੱਲ ਕਰਨੀ ਹੈ। ਕਿਉਂਕਿ ਅਗਰ ਜੇ ਅਸੀਂ ਗੱਲ ਕਰੀਏ ਜਿਹੜਾ ਆਪਣਾ ਕਰੂਅਲ ਕਸਟਮ ਅਗੇਂਸਟ ਆਪਣੇ ਔਰਤਾਂ ਦੇ ਨਾਲ ਜਿਹੜੇ ਆਪਣੇ ਕਸਟਮ ਹੈਗੇ ਨੇ, ਜਿਹੜੇ ਵਿਡੋਹੁੱਡ ਐਂਡ ਕਰਸ ਮੰਨਦੇ ਸੀਗੇ, ਇਹਦੇ 'ਚ ਕਰਸ ਹੈਗਾ। ਫਿਰ ਆਪਣੇ 'ਚ ਸਤੀ ਦਾ ਵੀ ਹੁੰਦਾ ਸੀਗਾ ਜਦੋਂ ਆਦਮੀ ਔਰਤ ਮਰ ਜਾਂਦੀ ਹੈ, ਨੋਟ ਅਲਾਊਡ ਕਿ ਉਹ ਨਾ ਟੇਕ ਪਾਰਟ ਇਨ ਦਾ ਰਿਲੀਜੀਅਸ ਸੈਰਮਨੀ ਦੇ ਵਿੱਚ ਨਹੀਂ ਜਿਹੜੇ ਆਪਣੇ ਹੁੰਦੇ ਸੀ ਆਰਗੇਨਾਈਜੇਸ਼ਨ ਪਾਰਟ ਲੈ ਸਕਦੇ ਸੀਗੇ। ਅਤੇ ਉਹ ਇੱਦਾਂ ਦੀ ਕਾਫੀ ਚੀਜ਼ਾਂ ਹੈਗੀਆਂ ਨੇ। ਉਹਨਾਂ ਨੂੰ ਇੱਕ ਤਰ੍ਹਾਂ ਦਾ ਐਲੋਕੇਟ ਕੀਤਾ ਜਾਂਦਾ ਸੀ ਕਿ ਔਰਤ ਘਰ ਦਾ ਕੰਮ ਹੈਗਾ। ਪਰ ਹੁਣ ਤੁਸੀਂ ਦੋਨਾਂ ਨੇ ਸ਼ੋਅ ਕੀਤਾ ਕਿ ਇਟਸ ਨਾਟ ਰਾਈਟ, ਥਿੰਗਸ ਆਰ ਚੇਂਜਿੰਗ। ਅਤੇ ਥੋੜ੍ਹਾ ਬਹੁਤ ਆਪਣੇ ਬਾਰੇ ਦੱਸੋ। ਇਸ ਤਰ੍ਹਾਂ ਆਈ ਬੋਰਨ ਬ੍ਰੌਟ ਅਪ ਇਨ ਦਿੱਲੀ, ਨਵੀਂ ਦਿੱਲੀ। ਉੱਥੋਂ ਮੈਂ ਗ੍ਰੈਜੂਏਸ਼ਨ ਕੀਤੀ ਇਕਨੋਮਿਕਸ ਆਨਰਸ ਦੇ ਵਿੱਚ ਐਂਡ ਸਟ੍ਰੇਟ ਅਵੇ ਗੋਟ ਮੈਰਿਡ, ਕੇਮ ਟੂ ਦਿਸ ਕੰਟਰੀ। ਇਸ ਕੰਟਰੀ 'ਚ ਅਸੀਂ ਆ ਗਏ। ਮੇਰੇ ਹਸਬੈਂਡ ਥੋੜ੍ਹਾ ਜਿਹਾ ਬਿਜ਼ਨਸ ਇਸਟੈਬਲਿਸ਼ ਕੀਤਾ ਸੀ। ਹੀ ਵਾਜ਼ ਰਨਿੰਗ ਅ ਸ਼ਾਪ ਇਨ ਬ੍ਰਿਕਸਟਨ। ਉਹਨਾਂ ਦਿਨਾਂ 'ਚ ਇੰਨਾ ਹੀ ਹੁੰਦਾ ਸੀ, ਬੜਾ ਮੁਸ਼ਕਿਲ ਸੀਗਾ ਹਰ ਚੀਜ਼ ਤੋਂ। ਉਸ ਤੋਂ ਬਾਅਦ ਵੀ ਹੈਡ ਵਿਜ਼ਨ ਕਿ ਅਸੀਂ ਪ੍ਰੋਪਰਟੀ ਜਾਣਾ। ਸਟ੍ਰੇਟ ਅਵੇ ਵੀ ਗੋਨ ਇਨ ਟੂ ਪ੍ਰੋਪਰਟੀ, ਛੋਟੇ ਛੋਟੇ ਮਕਾਨ ਲੈ ਕੇ ਉਹਨਾਂ ਨੂੰ ਠੀਕ ਕਰਨਾ, ਉਹਨਾਂ ਨੂੰ ਕਰਦਾ ਅਤੇ ਉਸ ਵਿੱਚ ਅਸੀਂ ਲੱਗੇ ਰਹੇ। ਐਂਡ ਉਸ ਤੋਂ ਬਾਅਦ ਵੀ ਮੇਡ ਅ ਸਬਸਟੈਂਸ਼ੀਅਲ ਪ੍ਰੋਪਰਟੀ ਪੋਰਟਫੋਲੀਓ ਅਤੇ ਅਸੀਂ ਬੜੇ ਖੁਸ਼ ਸੀਗੇ। 2 ਬੱਚੇ ਵੀ, ਸਾਡੇ 2 ਬੇਟੇ ਸੀ ਅਤੇ ਅਸੀਂ ਆਪਣੇ ਲਾਈਫ ਵਿੱਚ ਬੜੇ ਖੁਸ਼ ਕਿ ਵੀ ਅਸੀਂ ਕੁਛ ਅਚੀਵ ਕੀਤਾ ਹੈ। ਅਨਫੋਰਚੂਨੇਟਲੀ ਮਾਈ ਹਸਬੈਂਡ ਗੋਟ ਇਲ ਅਤੇ ਉਹਨਾਂ ਨੂੰ ਅੱਖਾਂ ਤੋਂ ਪ੍ਰੋਬਲਮ ਸ਼ੁਰੂ ਹੋਈ ਅਤੇ ਮਲਟੀਪਲ ਕੰਪਲੀਕੇਸ਼ਨ ਸੀਗੀਆਂ। ਦੇ ਜੋ ਡਾਕਟਰਸ ਵੱਡੇ ਤੋਂ ਵੱਡੇ ਕੰਸਲਟੈਂਟ all they were saying he's going to lose his eyesight. Really? And he was in 30s and I was in late 20s. 10 ਸਾਲ ਹੀ ਅਸੀਂ ਕੰਮ ਕੀਤਾ ਅਤੇ ਉਸ ਤੋਂ ਬਾਅਦ ਇਹ ਸੀਗਾ ਕਿ ਹੁਣ ਕਿਸੇ ਵਕਤ ਇਹਨਾਂ ਦੀ ਅੱਖਾਂ 'ਚ ਨੇ। ਹਰ ਇੱਕ ਨੇ ਹੱਥ ਖੜੇ ਕਰ ਦਿੱਤੇ। ਟੌਪ ਕੰਸਲਟੈਂਟ ਇਨ ਮੂਰਫੀਲਡ ਆਈ ਹਸਪੀਟਲ, ਉਹਨਾਂ ਨੇ ਕਿਹਾ ਬਈ ਕੁਛ ਵੀ ਨਹੀਂ ਹੋ, ਕਿਸੇ ਵਕਤ ਜਾ ਸਕਦੀਆਂ ਕੋਈ, ਵੀ ਕੈਨਟ ਬੈਲੈਂਸ the nerves at the back. Glaucoma, iritis, uveitis ਕਾਫੀ complicated ਹੈਗੀਆਂ। ਸੋ ਉਹ ਜਿਹੜਾ ਸਟ੍ਰੈਸ ਸੀਗਾ ਨਾ ਇੱਕਦਮ ਅੱਖਾਂ ਦਾ ਚਲੇ ਜਾਣਾ ਜਵਾਨੀ ਦੇ ਵਿੱਚ, when you're so strong and so ambitious। ਸੋ ਉਹ ਜਿਹੜਾ ਡਰ ਸੀ ਸਾਨੂੰ, ਫਿਰ ਉਹ ਚੀਜ਼ ਸਾਨੂੰ ਦੋਨਾਂ ਨੂੰ ਰਿਲੀਜਨ 'ਤੇ ਲੈ ਕੇ ਆ ਗਿਆ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ ਅਤੇ ਕਿਉਂਕਿ ਹੋਰ ਤਾਂ ਕੋਈ ਚੀਜ਼ ਸਹਾਰਾ ਰਹਿ ਹੀ ਨਹੀਂ ਜਾਂਦਾ ਜਦੋਂ ਤੋਂ। ਅਤੇ ਉਹਦੇ 'ਚੋਂ ਸਾਨੂੰ ਬਹੁਤ ਹਿੰਮਤ ਮਿਲੀ ਅਤੇ ਫਿਰ ਇਹੀ ਡਿਸਾਈਡ ਕੀਤਾ ਵੀ ਲਿਵ ਨੋਰਮਲ ਲਾਈਫ। ਇਸ ਚੀਜ਼ ਨੂੰ ਅਸੀਂ ਅਫੈਕਟ ਨਹੀਂ ਕਰਨਾ। ਕਿ ਬੜੇ ਉਹਨਾਂ ਦੇ 8 ਆਪਰੇਸ਼ਨ ਵੀ ਹੋਏ, ਸਭ ਕੁਛ ਹੋਇਆ, ਪਰ ਵੀ ਬਿਨ ਫਾਈਟਿੰਗ। ਇਹੀ ਸੀਗਾ ਕਿ ਅੱਖਾਂ ਨਹੀਂ ਜਾਣੀਆਂ ਚਾਹੀਦੀਆਂ। ਐਂਡ ਵਾਹਿਗੁਰੂ ਦੀ ਮਿਹਰ ਰਹੀ, ਅਸੀਂ ਆਪਣੀ ਫੇਥ ਬਿਲਟ ਅਪ ਕੀਤੀ ਔਰ ਉਹਦੇ ਵਿੱਚ ਸਾਨੂੰ ਉਹ ਹੋਇਆ। ਪਰ ਅਨਫੋਰਚੂਨੇਟਲੀ
ਸਾਰੀ ਮੈਡੀਕੇਸ਼ਨਸ ਉਹਦੇ ਵਿੱਚ ਹੀ ਗੋਨ ਇਨ 2005 ਉਹਨਾਂ ਦੀ ਡੈਥ ਹੋ ਗਈ। ਉਸ ਤੋਂ ਬਾਅਦ ਹੁਣ ਮੈਂ ਇਕੱਲੀ ਰਹਿ ਗਈ ਕਿਉਂਕਿ ਇੱਕ ਵਿਜ਼ਨ ਸੀ, ਇੱਕ ਜਗ੍ਹਾ, ਇੱਕ ਰਸਤਾ ਸੀ, ਅਸੀਂ ਦੋਨੋਂ ਚੱਲਦੇ ਸੀਗੇ। ਦਿਸ ਇਜ਼ ਵੇਅਰ ਅਸੀਂ ਕਹਿੰਦੇ ਹਾਂ ਕਿ ਸਾਡੀਆਂ ਵੀ ਦੇਖੋ ਔਰਤਾਂ ਸੀ, ਕਿੱਥੋਂ ਸਾਨੂੰ ਹਿੰਮਤ ਆਈ। ਬਿਲੀਵ ਮੀ ਆਈ ਕੁਡਨਟ ਇਮੈਜਿਨ ਲਿਵਿੰਗ ਵਿਦਆਊਟ ਹਿਮ। ਹਾਂ, ਉਹਨਾਂ ਦੇ ਚਲੇ ਜਾਣ ਤੋਂ ਬਾਅਦ ਬੜਾ ਈਜ਼ੀ ਸੀਗਾ। ਐਂਡ ਈਵਨ ਆਈ ਯੂਜ਼ ਟੂ ਸਟੇ ਬੈਕ ਸਾਰਾ, ਪਰ ਜਿਸ ਵੇਲੇ ਚਲੇ ਗਏ ਤੇ ਮੈਨੂੰ ਇਹ ਲੱਗਦਾ ਸੀ ਕਿ ਹੁਣ ਮੈਂ ਵੀ ਪਰ ਹਿੰਮਤ ਇੰਨੀ ਆਈ ਵਾਹਿਗੁਰੂ ਦੀ, ਨੋ ਆਮ ਨੋਟ ਗੋਇੰਗ ਟੂ ਗੋ। ਕਿਉਂਕਿ ਦੇਖੋ ਜੋ ਅਸੀਂ ਇੰਨੀ ਮਿਹਨਤ ਨਾਲ ਬਣਾਇਆ ਹੈ ਔਰ ਅਸੀਂ ਫਿਰ ਕੁਝ ਸੁਸਾਇਟੀ ਨੂੰ, ਬੱਚਿਆਂ ਨੂੰ ਦੇਣਾ ਹੈ। ਫਿਰ ਮੈਂ ਉਸੇ ਬਿਜ਼ਨਸ ਨੂੰ ਅੱਗੇ ਲੈ ਕੇ ਗਈ ਔਰ ਬਾਬਾ ਜੀ ਦੀ ਮਿਹਰ ਹੋਈ। ਉਹਦੇ ਤੋਂ ਬਾਅਦ ਮੇਰੇ ਹਸਬੈਂਡ ਪਹਿਲਾਂ ਟਰਸਟੀ ਸੀਗੇ ਕ੍ਰੋਡਨ ਗੁਰਦੁਆਰਾ ਦੇ। ਸੋ ਵਨਸ ਹੀ ਇਜ਼ ਗੋਨ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਟਰਸਟੀ। ਮੈਂ ਕਿਹਾ ਮੈਂ ਤੇ ਦੈਨ ਆਈ ਸਟੇਡ ਟਰਸਟੀ ਟਿਲ ਕਪਲ ਆਫ ਈਅਰਸ ਬੈਕ। ਸੋ ਮੈਂ ਉੱਥੇ ਟਰਸਟੀਸ਼ਿਪ ਕੀਤੀ, ਉੱਥੇ ਵੀ ਮੈਨੂੰ ਬੜਾ ਅੱਛਾ ਲੱਗਾ ਤੇ ਬਿਜ਼ਨਸ ਵਿੱਚ ਵੀ ਅੱਗੇ ਜਾਂਦੇ ਗਏ। ਬਾਬਾ ਜੀ ਦੀ ਮਿਹਰ ਹੋਈ ਤੇ 2009 ਫਿਰ ਮੈਨੂੰ ਐਂਟਰਪ੍ਰੀਨਰ ਐਕਸਲੈਂਸ ਅਵਾਰਡ ਮਿਲਿਆ ਐਜ਼ ਅ ਬਿਜ਼ਨਸ ਲੇਡੀ। ਕੀ ਬਾਤ ਹੈ, ਵੈਰੀ ਨਾਈਸ। ਤੇ ਉਹਦੇ ਵਿੱਚ ਇਹ ਸਾਰੀ ਚੀਜ਼ ਨੂੰ ਮੈਂ ਇਹੀ ਕੀਤਾ ਕਿ ਦੇਖੋ ਇਹ ਹੈਗਾ, ਇਹੀ ਮੈਸੇਜ ਦੇਖਿਆ ਕਿ ਸਟਰੈਂਥ ਕਿੱਥੋਂ ਆਈ, ਗੁਰੂ ਗ੍ਰੰਥ ਸਾਹਿਬ ਤੋਂ। ਇਹ ਮੈਂ ਤੁਹਾਨੂੰ ਓਪਨਲੀ ਕਹਿੰਦੀ ਹਾਂ ਕਿ ਜਿਹੜੀ ਉਹ ਜੋ ਸਵਾਲ ਆਉਂਦਾ ਸੀ, ਜੋ ਦੁੱਖ ਹੁੰਦਾ ਸੀ, ਉੱਥੋਂ ਜਵਾਬ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਮਿਲਦਾ ਸੀ। ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ ਫਿਰ ਉਸ ਤੋਂ ਬਾਅਦ ਅਸੀਂ ਅੱਗੇ ਚੱਲਦੇ ਗਏ। ਤੇ ਇਹੀ ਹੁਣ ਮੈਂ ਕਹਿੰਦੀ ਹਾਂ ਦੇਖੋ ਸਾਡੇ ਕੋਲ ਹਿਸਟਰੀ ਹੈ। ਮੈਂ ਭੈਣ ਜੀ ਨਾਲ ਪਹਿਲਾਂ ਵੀ ਸ਼ੋਅ ਕੀਤੇ ਆ, ਬੜਾ ਕੁਝ ਸਿੱਖਿਆ। ਹਿਸਟਰੀ ਦੇਖੋ ਹੈਗੀ ਸਾਡੇ ਕੋਲ, ਰਿਲੀਜਨ ਵਿੱਚ ਵੀ ਸਾਡੇ ਕੋਲ ਲੇਡੀਜ਼ ਸੀਗੇ, ਉਹਨਾਂ ਨੇ ਟਾਈਮ ਟੂ ਟਾਈਮ ਆਪਣੇ ਆਪ। ਸਟਰੈਂਥ ਕਿੱਥੋਂ ਆਈ? ਗੁਰੂ ਨਾਨਕ ਜੀ ਨੇ ਸਾਨੂੰ ਇਕੁਐਲਿਟੀ ਦਿੱਤੀ ਹੈ। ਤੇ ਮੈਂ ਸਾਫ਼ ਕਹਿੰਦੀ ਹਾਂ ਕਿ ਉਹਦੇ ਨਾਲ ਨਾਲ ਉਹਨਾਂ ਨੇ ਹਿੰਮਤ ਵੀ ਦਿੱਤੀ ਹੈ। ਦ ਪਾਵਰ, ਦ ਸਟਰੈਂਥ। ਤੁਸੀਂ ਸ਼ੁਰੂਆਤ ਤੋਂ ਜਦੋਂ ਬਿਜ਼ਨਸ ਸੀਗਾ ਤੁਹਾਡੇ ਹਸਬੈਂਡ ਨਾਲ, ਤੁਸੀਂ ਡੇ 1 ਤੋਂ ਉਹਨਾਂ ਦੇ ਨਾਲ ਹੀ ਸੀਗੇ? ਜੀ ਬਿਲਕੁਲ ਜੀ, ਪਹਿਲੇ ਦਿਨ ਤੋਂ। ਇਹ ਬੜਾ ਸਟਰੋਂਗ ਪੁਆਇੰਟ ਹੈਗਾ। ਦੇਖੋ ਅਸੀਂ ਵੂਮਨਸ ਇਕੁਐਲਿਟੀ ਬਾਰੇ ਗੱਲ ਕਰਨੀ ਹੈ। ਦਿਸ ਇਜ਼ ਐਗਜ਼ਾਮਪਲ ਕਿ ਆਦਮੀ ਹਮੇਸ਼ਾ ਔਰਤ ਨੂੰ ਨਾਲ ਰੱਖੇ ਕਿਉਂਕਿ ਕੁਝ ਪਤਾ ਨਹੀਂ ਹੁੰਦਾ ਲਾਈਫ ਦਾ ਕੀ ਹੋ ਜਾਣਾ। ਭੈਣ ਜੀ ਤੁਸੀਂ ਵੀ ਦੇਖੋ ਮੇਰੇ ਵਿੱਚ। ਪਹਿਲਾਂ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਤੁਸੀਂ ਆਪਣਾ ਹੱਥ 'ਚ ਕੁਝ ਲੈ ਕੇ ਬੈਠੇ ਇਹਦੇ ਬਾਰੇ ਦੱਸੋ। ਅਸੀਂ ਪਿਛਲੀ ਵਾਰੀ ਕੀਤਾ ਸੀ ਨਾ ਇੰਟਰਨੈਸ਼ਨਲ ਵੂਮਨਸ ਡੇ, ਤੇ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ। ਸਿਰਫ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਦੀ ਗੱਲ ਕੀਤੀ ਸੀ। ਤੇ ਅੱਜ ਅਸੀਂ ਅੱਗੋਂ ਫੋਰਵਰਡ ਲੈ ਕੇ ਜਾਣਾ। ਪਰ ਉਸ ਦੇ ਜਾਣ ਤੋਂ ਪਹਿਲੇ ਮੈਂ ਤੁਹਾਨੂੰ ਨਾ ਗਿਫਟ ਦੇਣਾ। ਅੱਜ ਹੀ ਮੇਰੇ ਹਸਬੈਂਡ ਇੰਦਰਜੀਤ ਸਿੰਘ, ਲੋਰਡ ਸਿੰਘ ਆਫ ਵਿੰਬਲਡਨ, ਉਹਨਾਂ ਦੀ ਬੁੱਕ ਜਿਹੜੀ ਉਹਨਾਂ ਨੇ ਆਪੇ, ਐਵਰੀ ਵਰਡ ਇਜ਼ ਰਿਟਨ ਬਾਈ ਹਿਮ, ਤੇ ਇਹਨਾਂ ਨੇ ਹੈਗੀ, ਇਟਸ ਕੋਲਡ ਫਰੋਮ ਵੇਅਰ ਆਈ ਸਟੈਂਡ। ਬੜੇ ਸਾਲ ਹੋਏ ਆ ਟੈਲੀਵਿਜ਼ਨ ਵਾਲਿਆਂ ਨੇ ਇਹਨਾਂ ਦੀ ਲਾਈਫ 'ਤੇ ਹਾਫ ਐਨ ਆਵਰ ਪ੍ਰੋਗਰਾਮ ਬਣਾਇਆ ਸੀ। ਤੇ ਉਸ ਵੇਲੇ ਫਰੋਮ ਵੇਅਰ ਆਈ ਸਟੈਂਡ ਹੀ ਸੇਜ਼ ਆਈ ਸਟੈਂਡ ਵੇਅਰ ਗੁਰੂ ਨਾਨਕ ਟੈਲਸ ਮੀ। ਉਹਦੇ 'ਤੇ ਇਹਨਾਂ ਨੇ ਕਿਤਾਬ ਲਿਖੀ ਹੈ, ਅੱਜ ਹੀ ਆਈ ਹੈ। ਇਟਸ ਹੌਟ ਫਰੋਮ ਦ ਪ੍ਰੈਸ। ਦੋ ਕਿਤਾਬਾਂ ਹੀ ਆਈਆਂ, ਇੱਕ ਮੈਂ ਅਮਰਾਂ ਨੂੰ ਦਿੱਤੀ ਹੈ ਤੇ ਇਹ ਮੈਂ ਤੁਹਾਨੂੰ ਪ੍ਰੈਜ਼ੈਂਟ ਕਰਨਾ ਚਾਹੁੰਦੀ ਹਾਂ। ਥੈਂਕ ਯੂ ਜੀ ਭੈਣ ਜੀ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਰੀ ਪ੍ਰਾਊਡ ਮੂਮੈਂਟ। ਦੇਖੋ ਇੱਦਾਂ ਦੀ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ। ਇੰਟੈਲੈਕਚੁਅਲ ਪਰਸਨ, ਵੈਰੀ ਵੈਰੀ ਵੈਲ ਨੋਨ ਇਨ ਦ ਪਾਰਲੀਮੈਂਟ ਦੇ ਵਿੱਚ, ਆਪਣੀ ਸਿੱਖ ਕਮਿਊਨਿਟੀ ਦੇ ਵਿੱਚ, ਨੋਟ ਇਨ UK, ਵਰਲਡ ਵਾਈਡ। ਭੈਣ ਜੀ ਬਹੁਤ ਬਹੁਤ ਮੁਬਾਰਕ ਹੋਵੇ। ਦਿਲ ਨਾਲ ਲਾ ਕੇ ਰੱਖਾਂਗੇ ਸਾਡਾ ਆਪਣਾ ਭਰਾ ਸਰਦਾਰ ਜਿਹਨੂੰ ਇਸ ਅਹੁਦੇ 'ਤੇ ਪਹੁੰਚਿਆ ਹੋਇਆ, ਤੇ ਇਹਨਾਂ ਦਾ ਤਾਂ ਪੜ੍ਹਨਾ ਪਏਗਾ ਕਿ ਕੋਈ ਬੰਦਾ ਕੁਝ ਨਾ ਕੁਝ ਸਿੱਖ ਪਾਏਗਾ ਨਾ। ਬਿਲਕੁਲ। ਬਾਕੀ ਜੇ ਕਿਸੇ ਨੇ ਜਿਨ੍ਹਾਂ ਨੇ ਖਰੀਦਣੀ ਅੱਜ ਹੁਣੇ ਹੀ ਆਈ ਹੈ, ਪੇਪਰ ਬੈਕ ਵਿੱਚ ਵੀ ਹੈ, ਹਾਰਡ ਬੈਕ ਵਿੱਚ ਵੀ ਹੈ, ਤੇ ਈ ਬੈਕ ਜਿਹੜੀ ਹੁੰਦੀ ਅੱਜ ਕੱਲ੍ਹ ਆਉਂਦੀ ਉਹ ਵੀ ਹੈ। ਤੇ ਜੇ ਤੁਹਾਡੇ ਕੋਲੋਂ ਪੁੱਛ ਸਕਦੇ ਆ ਕਿ ਕਿੱਥੋਂ ਖਰੀਦਣੀ ਹੈ, ਕੀ ਕਰਨੀ ਹੈ। ਬਾਕੀ ਮੈਂ ਦੱਸ ਦਵਾਂ, ਅੱਜ ਦਾ ਸ਼ੋਅ ਸਪਾਂਸਰ ਕੀਤਾ ਗਿਆ ਭੈਣ ਜੀ ਉਹਨਾਂ ਨੇ ਆਪਣੀ ਮੇਕਅਪ ਪ੍ਰੋਪਰਟੀਜ਼ ਤੋਂ, ਤੇ ਇਹਨਾਂ ਦੇ ਬੇਟੇ ਦਾ ਨਾਮ ਤੁਸੀਂ ਦੱਸਿਆ ਸੀ? ਸੰਦੀਪ ਸਿੰਘ ਮੇਕਰ। ਸੰਦੀਪ ਸਿੰਘ ਮੇਕਰ ਦੇ ਨਾਲ ਇਹਨਾਂ ਨੇ ਕੀਤਾ। ਬਹੁਤ ਭੈਣ ਜੀ ਤੁਹਾਡਾ ਸ਼ੁਕਰਾਨਾ, ਰੀਅਲੀ ਐਪਰੀਸ਼ੀਏਟ ਕਰਦੇ ਹਾਂ ਕਿ ਤੁਸੀਂ ਇੱਦਾਂ ਸਪਾਂਸਰ ਕਰਦੇ ਹੋ, ਕਿ ਬੜੀ ਲੋੜ ਹੁੰਦੀ ਹੈ ਹਰ ਜਗ੍ਹਾ ਦੀ, ਖਰਚੇ ਬੜੇ ਹੁੰਦੇ ਨੇ, ਤੇ ਤੁਸੀਂ ਸਪਾਂਸਰ ਕਰਦੇ ਹੋ। ਭੈਣ ਜੀ ਹੁਣ ਆਪਾਂ ਜਿਹੜਾ ਸੀਰੀਅਸ ਟੌਪਿਕ ਹੈ ਉਹਦੇ 'ਤੇ ਗੱਲ ਕਰਦੇ ਹਾਂ। ਦੇਖੋ ਜਿੱਦਾਂ ਹੁਣ ਤੁਸੀਂ ਨਾ ਸੱਜਦੇ ਹੋ ਇੱਥੇ ਬੈਠੇ, ਮੇਰਾ ਕਹਿਣ ਦਾ ਮਤਲਬ ਕਿਉਂ, ਪਹਿਲੇ ਤਾਂ ਤੁਸੀਂ ਆਪਣਾ ਨਾਮ ਬਣਾਇਆ, ਤੁਸੀਂ ਖੁਦ ਰੋਲ ਮਾਡਲ ਬਣੇ ਹੋ। ਜੋ ਤੁਸੀਂ ਕਹਿੰਦੇ ਨਾ, ਤੁਸੀਂ ਜੋ ਪ੍ਰੀਚ ਕਰਦੇ ਨੇ ਪ੍ਰੈਕਟਿਸ ਕਰੋ, ਤੁਸੀਂ ਉਹੀ ਕੰਮ ਕੀਤਾ ਦੋਨਾਂ ਨੇ ਹੁਣ। ਹੋਪਫੁਲੀ, ਕਿਉਂਕਿ ਮੈਂ ਤਾਂ ਕਹਿੰਦੀ ਹੁੰਦੀ ਹਾਂ ਨਾ, ਜਿਸ ਤਰ੍ਹਾਂ ਮੈਂ ਅੱਗੇ ਵੀ ਕਿਹਾ ਸੀ, ਗੁਰੂ ਨਾਨਕ ਸਾਹਿਬ ਵਾਸ ਦਾ ਫਰਸਟ ਫੈਮਿਨਿਸਟ। ਉਹਨਾਂ ਨੇ ਪਹਿਲੀ ਵਾਰੀ ਔਰਤ ਦੀ ਬਾਂਹ ਪਕੜੀ ਤੇ ਔਰਤ ਬਾਰੇ ਕਿਹਾ ਕਿ ਜਿਸ ਤਰ੍ਹਾਂ ਵਾਹਿਗੁਰੂ ਨੇ ਇੱਕੋ ਹੀ ਹਿਊਮੈਨਿਟੀ ਹੈ ਵਾਹਿਗੁਰੂ ਦੀ, ਜਿਹਦੇ 'ਚ ਅਸੀਂ ਮੈਨ ਐਂਡ ਵੀਮਨ ਇਕੁਅਲ ਆ।
ਗੁਰੂ ਸਾਹਿਬ ਤੇ 1469 ਦੇ ਵਿੱਚ ਪੈਦਾ ਹੋਏ। ਉਦੋਂ ਦੇ 15th ਸੈਂਚੁਰੀ ਦੇ ਉਹ ਕਹਿੰਦੇ ਰਹੇ, ਪਰ ਅਸੀਂ ਸਮਝਦੇ ਨਹੀਂ ਆ। ਇਹ ਦੇਖੋ ਹੁਣ ਸਾਨੂੰ ਜਿਹੜੀ ਕੋਵਿਡ ਹੋਈ ਹੈ, ਇੱਕ ਨਿੱਕੀ ਜਿਹੀ ਵਾਇਰਸ, ਉਹਨੇ ਇਹ ਨਹੀਂ ਦੇਖਿਆ ਤੁਸੀਂ ਕਾਲੇ ਹੋ ਕਿ ਬਰਾਊਨ ਹੋ ਕਿ ਚਿੱਟੇ ਹੋ ਕਿ ਪੀਲੇ ਹੋ ਕਿ ਨੀਲੇ ਹੋ, ਇੰਡੀਆ ਤੋਂ ਹੋ ਕਿ ਅਮਰੀਕਾ ਤੋਂ ਹੋ, ਜਿੱਥੋਂ ਵੀ ਹੋ, ਇੱਕ ਉਹਨੇ ਸਭ ਨੂੰ ਇੱਕੋ ਤਰ੍ਹਾਂ ਟਰੀਟ ਕੀਤਾ। ਅਸੀਂ ਸਾਰੇ ਵਲਨਰੇਬਲ ਹਾਂ, ਸਾਰਿਆਂ ਨੂੰ ਕੋਵਿਡ ਹੋਣ ਦਾ ਡਰ ਰਿਹਾ ਹੈ, ਕਈਆਂ ਨੂੰ ਬੜਿਆਂ ਨੂੰ ਹੋਈ ਹੈ, ਕਿਉਂਕਿ ਇੱਕੋ ਹਿਊਮੈਨਿਟੀ ਹੈ, ਇੱਕ ਵਾਹਿਗੁਰੂ ਹੈ, ਇੱਕ ਹਿਊਮੈਨਿਟੀ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਵਿਮਨ ਔਰ ਮੈਨ ਆਰ ਇਕੁਅਲ। ਜਿਸ ਲਈ ਉਹ ਕਹਿ ਗਏ, ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਮੈਂ ਲਾਸਟ ਟਾਈਮ ਦੱਸੀਆਂ ਸੀ, ਪਰ ਨਾ ਕਹਿਣ ਨਾਲ ਕਿ ਇਕੁਆਲਿਟੀ, ਵੀ ਆਰ ਆਲ ਇਕੁਅਲ, ਇਕੁਆਲਿਟੀ ਡਜ਼ਨਟ ਹੈਪਨ। ਤੁਹਾਨੂੰ ਨਾ ਉਹ ਐਕਸੈਸ ਦੇਣੀ ਪੈਂਦੀ ਹੈ, ਤੁਹਾਨੂੰ ਉਹ ਰਸਤਾ ਬਣਾਉਣਾ ਪੈਂਦਾ ਜਿੱਥੇ ਚੱਲ ਕੇ ਸਾਰੇ ਇਕੁਅਲ ਹੋਣ। ਤੇ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਤੇ ਸਾਰੇ ਗੁਰੂਆਂ ਨੇ ਔਰਤ ਦੇ ਵਾਸਤੇ ਉਹ ਰਸਤਾ ਸਾਫ਼ ਕੀਤਾ ਜਿੱਥੇ ਔਰਤ ਮਰਦ ਦੇ ਬਰਾਬਰ ਕੰਮ ਕਰ ਸਕੇ। ਉਸ ਵੇਲੇ ਜਿਹੜੇ ਨਾ ਬੜੇ ਖਰਾਬ ਸਤੀ ਸੀ, ਪਰਦਾ ਸੀ, ਜਿੰਨੇ ਵੀ ਵਿਡੋ 7-7 8-8 ਸਾਲ ਦੀਆਂ ਕੁੜੀਆਂ ਨੂੰ ਵਿਆਹ ਦਿੰਦੇ ਸੀ, ਤੇ ਫਿਰ ਉਹਨਾਂ ਨੂੰ ਕਹਿੰਦੇ ਸੀ ਤੁਸੀਂ ਹਸਬੈਂਡ ਮਰ ਗਿਆ ਤੇ ਸਤੀ ਹੋ ਜਾ। ਤੇ ਕਈ ਵਾਰੀ ਇੱਥੋਂ ਤੱਕ ਕਿ ਉਹਦਾ ਹਸਬੈਂਡ ਮਰ ਗਿਆ, ਪਤਾ ਨਹੀਂ ਵਿਆਹ ਉਹ ਛੋਟੇ 7-8 ਸਾਲ ਦੇ ਬੱਚੇ ਦਾ ਕੀ ਹੋਣਾ, ਤੇ ਉਹ ਸਾਰੀ ਉਮਰ ਵਾਸਤੇ ਵਿਡੋ ਹੋ ਜਾਂਦੀਆਂ ਸੀ। ਤੇ ਫਿਰ ਉਹਦਾ ਜੀਵਨ ਇੰਨਾ ਗੰਦਾ ਹੁੰਦਾ ਸੀ ਨਾ, ਉਸ ਦਾ ਇਤਨਾ ਤਰਕਾਰਿਆ ਜਾਂਦਾ ਸੀ ਕਿ ਕਿਸੇ ਵੀ ਰਿਲੀਜੀਅਸ ਫੰਕਸ਼ਨ ਤੋਂ ਉਹਨਾਂ ਨੇੜੇ ਨਹੀਂ ਆਣ ਸਕਦਾ ਸੀ ਕਿ ਯੂ ਹੈਵ ਬੈਡ ਲੱਕ, ਵਾਟਐਵਰ ਮਨੂਸ ਹੋ ਜੋ ਕੀ ਹੈ। ਤੇ ਇਸ ਤਰ੍ਹਾਂ ਕਰਕੇ ਮਿਜ਼ਰੇਬਲ ਲਾਈਫ ਔਰਤਾਂ ਦੀ ਕੀਤੀ ਹੋਈ ਸੀ। ਤੇ ਗੁਰੂ ਸਾਹਿਬ ਨੇ ਆ ਕੇ, ਗੁਰੂ ਸਾਹਿਬ ਦੀ ਜਿਹੜੀ ਟੀਚਿੰਗ ਸੀ ਲਾਈਕ ਅ ਫਰੈਸ਼ ਬ੍ਰੈਥ ਆਫ ਏਅਰ, ਗੁਰੂ ਸਾਹਿਬ ਨੇ ਆ ਕੇ ਕਿਹਾ ਨਹੀਂ, ਇਹ ਮੇਰੀ ਬੱਚੀ, ਇਹ ਔਰਤ ਅਬ ਮਰਦ ਬਰਾਬਰ ਹੈ, ਇਹਨਾਂ ਦਾ ਪੂਰਾ ਹੱਕ ਹੈ। ਉਹਨਾਂ ਨੇ ਸਾਰੇ ਕਸਟਮਸ ਖਤਮ ਕਰਤੇ, ਕੋਈ ਕਸਟਮ ਨਹੀਂ। ਇਹ ਗੱਲ ਮੈਨੂੰ ਤੁਹਾਡੀ ਬੜੀ ਅੱਛੀ ਲੱਗੀ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਕਹਿਣ ਨਾਲ ਨਹੀਂ ਬਣਦਾ। ਭੈਣ ਜੀ ਸਾਡੇ ਲਾਈਵਲੀ ਐਗਜ਼ਾਮਪਲ ਹੈਗੇ ਨੇ, ਜੇ ਡੇ 1 ਤੋਂ ਜਦੋਂ ਇਹਨਾਂ ਦੀ ਸ਼ਾਦੀ ਹੋਈ, ਇਹਨਾਂ ਦੇ ਹਸਬੈਂਡ ਇਹਨਾਂ ਨੂੰ ਇਨਵੋਲਵ ਨਾ ਕਰਦੇ, ਰੱਬ ਨਾ ਕਰੇ ਜਿੱਦਾਂ ਤੁਹਾਡਾ ਹਾਦਸਾ ਹੋਇਆ, ਤੁਸੀਂ ਆਪਣੇ ਹਸਬੈਂਡ ਨੂੰ ਲੂਜ਼ ਕੀਤਾ, ਭੈਣ ਜੀ ਤੁਹਾਨੂੰ ਪਤਾ ਨਹੀਂ ਸੀ ਲੱਗਣਾ ਮੈਂ ਕੀ ਕਰਨਾ, ਕਿੱਧਰ ਜਾਵਾਂ। ਬਿਲਕੁਲ, ਯੂ ਨੋ ਉਹ ਤੇ ਲਾਸ ਪੂਰਾ ਨਹੀਂ ਹੋ ਸਕਦਾ, ਲੇਕਿਨ ਤੁਸੀਂ ਮਜ਼ਬੂਤ ਸੀਗੇ ਕਿਉਂਕਿ ਤੁਹਾਨੂੰ ਉਹਨਾਂ ਨੇ ਨਾਲ ਚਲਾਇਆ। ਤੁਹਾਨੂੰ ਮੈਨੂੰ ਯਾਦ ਆ ਤੁਸੀਂ ਕਹਿ ਰਹੇ ਸੀ ਪਹਿਲਾਂ ਕਿ ਮੈਂ ਉਹਨੂੰ ਆਪਣੀ ਵਾਈਫ ਨਹੀਂ ਸੀ ਮੰਨਦਾ, ਮੈਨੂੰ ਆਪਣਾ ਦੋਸਤ ਕਹਿੰਦੇ ਸੀ। ਬਿਲਕੁਲ, ਪਹਿਲੇ ਦਿਨ ਤੋਂ ਇਹ ਕ੍ਰੈਡਿਟ ਤਾਂ ਮੈਂ ਆਪਣੇ ਹਸਬੈਂਡ ਨੂੰ ਦਿਆਂਗੀ। ਅਗਰ ਵੱਡੀ ਵੈਨ ਵੀ ਆਈ ਹੈ ਨਾ, ਤੇ ਮੈਨੂੰ ਕਹਿੰਦੇ ਸੀ ਪਹਿਲਾਂ ਤੂੰ ਚਲਾ, ਇੰਨੀ ਵੱਡੀ ਵੈਨ, ਬੈਡਫੋਰਡ ਵੱਡੀ ਵੈਨ, ਨੋ ਯੂ ਗੋ ਐਂਡ ਸਿਟ। ਤੇ ਮੈਂ ਕਹਿੰਦੀ ਮੈਂ ਤੇ ਬੈਂਚ ਹੀ ਵੋਂਟ ਡਰਾਈਵ ਬਿਫੋਰ ਇਹ, ਤੇ ਉਹਨੇ ਮੈਨੂੰ ਐਨਕਰੇਜ ਕੀਤਾ। ਆਈ ਵਾਸ ਵੈਰੀ ਹੋਮਲੀ, ਵੈਰੀ ਪ੍ਰੋਟੈਕਟਿਡ ਗਰਲ ਹੈ। ਆਪਣੀ ਫੈਮਿਲੀ 'ਚ ਸੀ ਰਹੇ, ਤੁਹਾਨੂੰ ਪਤਾ ਇੰਡੀਆ 'ਚ, ਪਰ ਇੱਥੇ ਓਪਨਿੰਗ ਸਾਰੀ ਤਰ੍ਹਾਂ ਦੀ ਮੇਰੇ ਉਹ ਤਿਆਰੀ ਕਰਕੇ ਗਏ। ਫਿਰ ਉਹਦੇ ਫਾਇਦਾ ਹੋਇਆ। ਮੈਂ ਆਪਣੀ ਮਦਰ ਇਨ ਲਾਅ ਨੂੰ ਕਿਹਾ, ਮੈਂ ਕਿ ਦੇਖੋ ਕੋਈ ਵੀ ਚੀਜ਼ ਕਰਦੇ ਪਹਿਲਾਂ ਮੈਨੂੰ ਕਹਿੰਦੇ ਕੀ ਘਾਟਾ ਪਿਆ ਇਹਨੂੰ, ਤੂੰ ਸਾਰਾ ਕੁਝ ਸੰਭਾਲ ਲਿਆ, ਯੂ ਨੋ ਸਾਰਾ ਤੁਸੀਂ ਰਲ ਕੇ ਕੰਮ ਕਰਦੇ ਹੋ, ਕਿੱਥੇ ਪਹੁੰਚੇ ਹੋ। ਦ ਪੁਆਇੰਟ ਆਮ ਮੇਕਿੰਗ ਹੇਅਰ ਕਿ ਦੇਖੋ ਜਿਸ ਵੇਲੇ ਹਸਬੈਂਡ ਦੀ ਡੈਥ ਹੋ ਜਾਂਦੀ ਹੈ, ਹੁਣ ਸਡਨਲੀ ਦੇਖੋ ਨਾ, ਇੱਕ ਅਸੀਂ ਇਕੱਠੇ ਚੱਲਿਆ, ਮੈਂ 19 ਸਾਲ ਦੀ ਹਾਂ, ਉਹ 22-23 ਸਾਲ ਦੇ ਹੈ, ਅਸੀਂ ਇਕੱਠੇ ਚੱਲ ਰਹੇ ਹਾਂ, ਔਰ ਇੰਨੇ ਸਾਲ ਅਸੀਂ ਇੰਨਾ ਕੁਝ ਬਣਾ ਲਿਆ, ਸਡਨਲੀ ਇਜ਼ ਗੋਨ, ਇਟ ਡਿਸਅਪੀਅਰਡ। ਭਾਵੇਂ ਅਸੀਂ ਕਹਿੰਦੇ ਬਿਮਾਰੀ ਕੋ ਸਭ ਕੁਝ ਸੀਗਾ, ਪਰ ਇੱਕ ਬੰਦੇ ਦਾ ਚਲੇ ਜਾਣਾ, ਇਹ ਅਵੇਅਰਨੈਸ ਮੈਂ ਇੱਥੇ ਪਹਿਲਾਂ ਵੀ ਮੈਂ ਕਹਿੰਦੀ ਹਾਂ ਕਿ ਹੋਣੀ ਚਾਹੀਦੀ ਹੈ। ਪੀਪਲ ਡੋਂਟ ਰੀਅਲਾਈਜ਼। ਹੁਣ ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦੁੱਖ ਕਹਿੰਦੇ ਨੇ, ਇਸ ਤਰ੍ਹਾਂ ਤੁਕ ਆਉਂਦੀ ਹੈ, ਦੁੱਖ ਦੀ ਗੱਲ ਹੋ ਰਹੀ ਹੈ ਨਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਦੁੱਖ ਵਿਛੋੜਾ। ਗੁਰੂ ਗ੍ਰੰਥ ਸਾਹਿਬ ਕੀ ਕਹਿ ਰਹੇ ਹਨ? ਦੁੱਖ, ਜਿਵੇਂ ਦੁੱਖ ਦੀ ਗੱਲ ਕਰਦੇ ਹੋ, ਵਿਛੋੜਾ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਉਹ ਦੁੱਖ ਦੀ ਕਹਿੰਦੇ ਗੱਲ ਕਰੋ, ਦੁੱਖ ਵਿਛੋੜਾ ਹੈ, ਇਸ ਤੋਂ ਉੱਤੇ ਕੋਈ ਵਿਛੋੜਾ ਹੈ, ਇਹ ਦੁੱਖ ਨਹੀਂ ਹੈਗਾ। ਦੂਜਾ ਹੈਗਾ ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਫਿਰ ਦੂਜਾ ਭੁੱਖ ਦਾ ਦੁੱਖ ਹੈ, ਉਹ ਤੁਸੀਂ ਨਹੀਂ ਬਰਦਾਸ਼ਤ ਕਰ ਸਕਦੇ। ਤੀਜਾ ਹੈਗਾ ਡੈਥ ਦਾ। ਅੱਛਾ, ਹੁਣ ਇਸ ਚੀਜ਼ ਨੂੰ ਗੁਰੂ ਗ੍ਰੰਥ ਸਾਹਿਬ ਨੇ, ਗੁਰੂ ਸਾਹਿਬ ਨੇ ਸਾਡੇ ਨੇ ਰਿਅਲਾਈਜ਼ ਕੀਤਾ ਹੈ, ਅਸੀਂ ਭੁਗਤਿਆ ਹੈ। ਇਹ ਤੁਸੀਂ ਇਹ ਗੱਲ ਤਾਂ ਹੀ ਸਮਝ ਸਕਦੇ ਹੋ ਜੇ ਤੁਹਾਡੇ 'ਤੇ ਬੀਤੀ ਹੋਏ, ਅਤੇ ਕੋਈ ਨਹੀਂ ਸਮਝ ਸਕਦਾ। ਉਹ ਹੋ ਗਿਆ, ਅਸੀਂ ਸਭ ਦੇਖਦੇ ਹਾਂ, ਜਾ ਕੇ ਉਹ ਕਰਕੇ ਆ ਜਾਂਦੇ ਹਾਂ ਕਿ ਠੀਕ ਹੈ, ਖਾਂਦੀ ਹੈ, ਪੀਂਦੀ ਹੈ, ਠੀਕ ਹੈਗੀ ਹੈ। ਜੋ ਅੰਦਰ ਦਾ ਜੋ ਦੁੱਖ ਹੈ ਨਾ, ਉਹ ਨਾ ਤੁਸੀਂ ਬਿਆਨ ਕਰ ਸਕਦੇ ਹੋ, ਨਾ ਬੇਅਰ ਕਰ ਸਕਦੇ ਹੋ। ਇਹ ਕਿੰਨੇ ਸਾਨੂੰ ਗੁਰੂ ਸਾਹਿਬ ਨੇ ਪਹਿਲਾਂ ਇਸ ਚੀਜ਼ ਨੂੰ ਕੀਤਾ, ਫੀਲ ਕੀਤਾ, ਔਰ ਉਸੇ ਤੋਂ ਫਿਰ ਸਤੀ ਪ੍ਰਥਾ ਜਿਹੜੀ ਸੀਗੀ ਤਾਂ ਹੀ ਮਾਰ ਦਿੱਤਾ ਜਾਂਦਾ ਕਿ ਇਹ ਬਰਦਾਸ਼ਤ ਨਹੀਂ ਕਰ ਸਕੀ, ਇਹ ਚਲੀ ਜਾਏਗੀ, ਇਹ ਨਹੀਂ ਬਚੇਗੀ। ਤਾਂ ਇਸ ਚੀਜ਼ ਨੂੰ ਅਸੀਂ ਦੇਖੋ, ਔਰ ਹਿੰਮਤ ਕਿੱਥੋਂ ਆਉਂਦੀ ਹੈ? ਗੁਰੂ ਗ੍ਰੰਥ ਸਾਹਿਬ ਤੋਂ ਹੀ ਆਉਂਦੀ ਹੈ। ਫਿਰ ਅਸੀਂ ਮੂਵ ਔਨ ਕੀਤੇ, ਅਤੇ ਇਹੀ ਮੈਸੇਜ ਹੁਣ, ਇਹ ਮੈਸੇਜ ਇਹ ਹੈਗਾ ਕਿ ਅਸੀਂ ਰੀਅਲਾਈਜ਼ ਨਹੀਂ ਕਰਦੇ ਕਿ ਇਹ ਬੰਦਾ ਦੁੱਖ ਜਿਹੜਾ ਹੈਗਾ, ਇੱਕ ਆਦਮੀ ਚਲਾ ਜਾਂਦਾ ਹੈ,
ਤਾਂ ਤੁਸੀਂ ਥੋੜੇ ਦਿਨ ਹੁਣ ਕਹਿੰਦੇ ਉਸ ਤੋਂ ਬਾਅਦ ਭੈਣਾਂ ਭਰਾ ਵੀ ਛੱਡ ਜਾਂਦੇ ਨੇ, ਫਰੈਂਡਸ ਕਹਿੰਦੇ ਨਹੀਂ ਜੀ ਹੁਣ ਕਪਲ ਸੀ, ਅਸੀਂ ਕਪਲ ਵਿੱਚ ਮਿਲਦੇ ਸੀ, ਫੈਮਿਲੀ 'ਚ ਮਿਲਦੇ ਸੀ, ਹੁਣ ਇਕੱਲੀ ਹੋ ਗਈ, ਇਹਨੂੰ ਛੱਡ ਦਿਓ, ਉਹ ਛੋੜ ਦਿੰਦੇ ਆ ਫੈਮਲੀਆਂ ਵੈਸੇ 'ਚ, ਹੁਣ ਕਹਿ ਰਹਿ ਗਈ ਇਕੱਲੀ ਇਕੱਲੀ, ਔਰ ਦੁੱਖ ਇੰਨਾ ਹੈ ਟੂ ਡੀਲ, ਇਟਸ ਵੈਰੀ ਵੈਰੀ ਡਿਫਿਕਲਟ ਥਿੰਗ, ਯੂ ਹੈਵ ਟੂ ਬੀ ਵੈਰੀ ਸਟਰੋਂਗ। ਸਟਰੈਂਥ ਮੈਂ ਕਹਿੰਦੀ ਹਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਮਿਲੇਗੀ, ਮੈਂ ਤੁਹਾਨੂੰ ਇਹ ਕਹਿੰਦੀ ਹਾਂ ਕਿ ਤੁਹਾਨੂੰ ਉੱਥੋਂ ਮਿਲੇਗੀ। ਬਾਕੀ ਅਵੇਅਰਨੈਸ ਠੀਕ ਹੈ, ਸਾਨੂੰ ਉਸ ਬੰਦੇ ਨੂੰ ਜ਼ਰੂਰ ਲੇਡੀ ਈਅਰ ਔਰ 2, ਕਿਉਂਕਿ ਉਹਨੇ ਰਸਤਾ ਬਣਾਉਣਾ ਹੈ, ਪਹਿਲਾਂ ਇਕੱਠੇ ਚੱਲ ਰਹੇ ਹੋ, ਹੁਣ ਇੰਝ ਹੋ ਗਿਆ, ਹਾਫ ਅਦਰ ਹਾਫ ਅਸੀਂ ਕਹਿੰਦੇ ਆ ਨਾ, ਉਹ ਚਲਾ ਗਿਆ, ਹੁਣ ਤੁਸੀਂ ਕੀ ਕਰੋਗੇ? ਉਹਦੇ ਵਾਸਤੇ ਥੋੜੀ ਯੂ ਆਰ ਕ੍ਰਿਪਲਡ, ਤੁਸੀਂ ਕਦਮ ਵੀ ਨਹੀਂ ਚੱਲ ਸਕਦੇ ਇਮੋਸ਼ਨਲੀ, ਫਿਜ਼ੀਕਲੀ ਸਭ ਕੁਝ ਕਰਦੇ ਪਏ ਹੋ, ਬਿਜ਼ਨਸ ਵੀ ਚੱਲ ਰਿਹਾ, ਪੈਸਾ ਵੀ, ਸਿਕਿਉਰਿਟੀ ਹੈਗੀ, ਇਹ ਵੀ ਲੋਕੀ ਤਾਂ ਇਹੀ ਦੇਖਦੇ ਆ ਇਹਦੇ ਕੋਲ ਫਾਈਨੈਂਸ਼ੀਅਲ ਸਿਕਿਉਰਿਟੀ, ਇਹਦੇ ਕੋਲ ਹੈਗਾ, ਸ਼ੀ ਇਜ਼ ਫਾਈਨ, ਪਰ ਅੰਦਰੋਂ ਦੇਖੋ ਕ੍ਰਿਪਲਡ ਹੈਗੇ ਆ, ਸਾਨੂੰ ਇੱਕ ਕਦਮ ਵੀ ਨਹੀਂ ਅਸੀਂ ਇਮੋਸ਼ਨਲੀ ਚੱਲ ਸਕਦੇ ਪਏ ਉਸ ਸਟੇਜ 'ਤੇ। ਉਸ ਸਟੇਜ 'ਤੇ ਮੇਰੀ ਰਿਕੁਐਸਟ ਹੈਗੀ ਹੈ ਕਿ ਜਿਹੜੇ ਵੀ ਕਲੋਜ਼ ਫਰੈਂਡਸ ਹੋਣ, ਫੈਮਿਲੀ, ਥੋੜ੍ਹੀ ਜਿਹੀ ਸਪੋਰਟ ਦਿਓ। ਆਈ ਹੈਵ ਸੀਨ ਮੈਨੀ ਲੇਡੀਜ਼ ਗੋਨ ਵਿਦਿਨ ਸਾਲ ਵਿੱਚ ਮਰ ਜਾਂਦੀਆਂ ਔਰਤਾਂ, ਜੇ ਇਸ ਵਕਤ ਤੁਹਾਨੂੰ ਇਹ ਸਪੋਰਟ ਤੁਸੀਂ ਨਹੀਂ, ਮੈਨੂੰ ਕਿੰਨੇ ਐਗਜ਼ਾਮਪਲ ਹੈਗੇ, ਆਈ ਯੂਜ਼ ਟੂ ਵਾਚ ਦੈਟ, ਅਤੇ ਮੈਂ ਕਹਿੰਦੀ ਮੈਂ ਆਪਣੇ ਆਪ 'ਤੇ ਇਹ ਨਹੀਂ ਹੋਣ ਦੇਣਾ, ਮੈਂ ਗੁਰੂ ਗ੍ਰੰਥ ਸਾਹਿਬ 'ਤੇ ਚੁੱਕ ਗਈ ਔਰ ਉਸ ਪਾਸੇ ਲੱਗੀ ਰਹੀ ਸਟਰੋਂਗ। ਉਹਦੇ ਤੋਂ ਬਾਅਦ ਹੁਣ ਉਸ ਤੋਂ ਬਾਅਦ ਹੁਣ ਸਾਰੀਆਂ ਅਵੇਅਰਨੈਸ ਦਿੰਦੇ ਆ, ਲੇਡੀਜ਼ ਨੇ ਆਪਣੇ ਆਪ 'ਤੇ ਸਟਰੋਂਗ ਖੜੀਆਂ, ਆਪਣਾ ਸਰਕਲ ਬਣਾਉਂਦੇ। ਪਰ ਆਪਾਂ ਕਾਫੀ ਚੀਜ਼ਾਂ 'ਤੇ ਜਦ ਆਪਾਂ ਮੈਂ ਆਪਾਂ ਕਰੂਅਲ ਕਸਟਮ ਜਦ ਆਪਾਂ ਅਗੇਂਸਟ ਵੂਮਨ ਹੈਗਾ ਆ, ਉਹਨੂੰ ਕਰਸ ਮੰਨਦੇ ਨੇ, ਬਾਕੀ ਜਦੋਂ ਉਹਨਾਂ ਨੂੰ ਅਲਾਉਡ ਨਹੀਂ ਆਪਾਂ ਕਰਕੇ ਹੱਥ ਨਹੀਂ ਕਰਦੇ ਸੀਗੇ। ਇਹ ਜਿਹੜੀ ਚੀਜ਼ਾਂ ਨੇ ਇਹ ਸਟਿਲ ਆਪਣੀ ਸਿੱਖ ਸੋਸਾਇਟੀ 'ਚ ਹੈ ਥੋੜ੍ਹੀ ਬਹੁਤੀ, ਜੇ ਮੈਂ ਮੈਂਸ਼ਨ ਕਰਾਂ ਕੀ ਹੈਗੀਆਂ। ਦੇਖੋ ਜਦੋਂ ਕਈ ਦਫਾ ਕੋਈ ਸ਼ਗਨ ਦੇਣਾ ਹੁੰਦਾ, ਕੋਈ ਇੱਦਾਂ ਦੀ ਚੀਜ਼ ਹੋਵੇ, ਡਿਊ ਰਿਸਪੈਕਟ ਵਿਦ ਜਿੰਨਾ ਵੀ ਟੀਮਾਂ ਦੇ ਆਪਣੇ ਆਲਮੀ ਲੂਟ ਕੀਤੇ, ਮੈਂ ਕੋਈ ਇੱਦਾਂ ਦੇ ਹਿੰਟ ਨਹੀਂ ਮਾਰਿਆ, ਲੇਕਿਨ ਜੋ ਫੈਕਟ ਹੈਗਾ, ਕਿਉਂਕਿ ਉਹਨਾਂ ਨੂੰ ਅੱਗੇ ਨਹੀਂ ਕਰਦੇ ਸ਼ਗਨ ਦੇਣ ਲਈ ਕਿ ਇਹ ਬੈਡ ਲੱਕ ਹੈਗੀ ਹੈ, ਹਾਲਾਂਕਿ ਉਹਦਾ ਤਾਂ ਕੋਈ ਫਾਲਟ ਹੀ ਨਹੀਂ ਹੈਗਾ। ਇੱਕ ਤੇ ਪਹਿਲਾਂ ਆਦਮੀ ਇਸੇ ਕਰਕੇ ਗੁਰੂ ਸਾਹਿਬਾਨ ਨੇ ਸਾਫ਼ ਕਿਹਾ, ਗੁਰੂ ਅਮਰਦਾਸ ਜੀ ਨੇ ਆਪ ਵਿਡੋਜ਼ ਦੇ ਵਿਆਹ ਕਰਵਾਏ, ਬਿਲਕੁਲ ਆਪਣੇ ਜਿਹੜੇ ਸੰਗਤੀ ਸਨ, ਸੇਵਾਦਾਰ ਸਨ, ਉਹਨਾਂ ਨੂੰ ਇਨਕਰੇਜ ਕੀਤਾ ਕਿ ਜਿਹੜੀ ਔਰਤ ਵਿਡੋ ਉਹਦੇ ਨਾਲ ਮੈਰਿਜੇਬਲ ਏਜ ਹੈ, ਜੋ ਚਾਹੁੰਦੇ ਆ ਤੇ ਹੋਣਾ ਚਾਹੀਦਾ, ਇਟਸ ਨਾਟ ਅ ਟੈਬੂ। ਅੱਗੇ ਹੁੰਦਾ ਸੀ ਓ ਵਾਂਸ ਦ ਹਸਬੈਂਡ ਹੈਡ ਡਾਈਡ ਐਂਡ ਵੂਮਨਸ ਗੋਨ, ਹਸਬੈਂਡ ਕੈਨ ਮੈਰੀ has always been ਵਿਆਹ ਕਰ ਲੈਂਦੇ ਰਹੇ, ਪਰ ਜਨਾਨੀਆਂ ਵਾਸਤੇ ਬੜਾ ਮੁਸ਼ਕਲ ਕਰ ਦਿੱਤਾ ਗਿਆ। ਮੈਂ ਤਾਂ ਜਿਸ ਤਰ੍ਹਾਂ ਕਹਿੰਦੇ ਛੋਟੀਆਂ ਛੋਟੀਆਂ ਕੁੜੀਆਂ ਸਾਰੀ ਉਮਰ ਬੈਠੀਆਂ ਰਹਿੰਦੀਆਂ, ਕਿ ਮੈਂ ਕਈਆਂ ਸੁਣੀਆਂ ਇਸ ਤਰ੍ਹਾਂ ਦੀਆਂ ਗੱਲਾਂ, ਪਰ ਇਹ ਨਹੀਂ ਹੋਣਾ ਚਾਹੀਦਾ। ਇਹ ਨਹੀਂ ਕਹਿੰਦੀ ਕਿ ਉੱਠ ਕੇ ਸਾਰੇ ਵਿਆਹ ਕਰ ਲੈਣ, ਜਿਨ੍ਹਾਂ ਦੀ ਮਰਜ਼ੀ ਹੈ, ਜਿਹੜੇ ਕਰਨਾ ਚਾਹੁੰਦੇ ਆ। ਇਹ ਸਿੱਖਾਂ ਦੇ ਵਿੱਚ ਕੋਈ ਟੈਬੂ ਨਹੀਂ ਹੈ। ਗੁਰੂ ਅਮਰਦਾਸ ਜੀ ਦੇ ਵੇਲੇ ਤੋਂ ਇਸ ਤਰ੍ਹਾਂ ਕੀਤਾ ਹੋਇਆ ਕਿ ਸਾਰੇ ਕਸਟਮ ਜਿਹੜੇ ਖਰਾਬ ਅਗੇਂਸਟ ਵੂਮਨ ਸਭ ਖਤਮ ਹੈ, ਕੋਈ ਨਹੀਂ ਹੈ, ਤੁਸੀਂ ਇਕੁਅਲ ਇੰਡੀਵਿਜੂਅਲ। ਇਸੇ ਕਰਕੇ ਤਾਂ ਗੁਰੂ ਸਾਹਿਬ ਨੇ ਸਾਨੂੰ, ਗੁਰੂ ਗੋਬਿੰਦ ਸਿੰਘ ਜੀ ਨੇ ਕੌਰ ਦਾ ਤਖੱਲਸ ਦੇ ਦਿੱਤਾ ਕਿ ਯੂ ਆਰ ਨਾਟ ਅ ਹਸਬੈਂਡਸ ਪ੍ਰੋਪਰਟੀ, ਯੂ ਆਰ ਨਾਟ ਅ ਫਾਦਰਸ ਪ੍ਰੋਪਰਟੀ, ਕਿਉਂਕਿ ਯੂਜਲੀ ਪਿਓ ਦਾ ਜਿਹੜਾ ਸਰਨੇਮ ਉਹ ਲਿਆ ਜਾਂਦਾ ਸੀ, ਅਤੇ ਨਾ ਹੀ ਤੁਸੀਂ ਹਸਬੈਂਡ ਦੀ ਪ੍ਰੋਪਰਟੀ ਹੋ, ਨਾ ਹੀ ਓਲਡ ਏਜ ਵਿੱਚ ਤੁਸੀਂ ਪੁੱਤਰ ਦੀ ਪ੍ਰੋਪਰਟੀ ਹੋ। ਯੂ ਆਰ ਐਨ ਇੰਡੀਵਿਜੂਅਲ ਇਨ ਯੂਰ ਓਨ ਰਾਈਟ, ਯੂ ਆਰ ਅ ਕੋਰ, ਯੂ ਆਰ ਮਾਈ ਪ੍ਰਿੰਸੈਸ। ਇਹ ਸਾਰੇ ਜਿਹੜੇ ਸਿਸਟਮ ਸਨ, ਉਹਨਾਂ ਦੇ ਨਾਲ ਔਰਤ ਨੂੰ ਇਕੁਆਲਿਟੀ ਮਿਲੀ। ਅਤੇ ਗੁਰੂ ਨਾਨਕ ਸਾਹਿਬ ਨੇ ਜਿਸ ਲਈ ਕਿਹਾ ਉਹ ਇਕੁਆਲਿਟੀ ਦਿੱਤੀ, ਅਤੇ ਮਾਤਾ ਖੀਵੀ ਗੁਰੂ ਅੰਗਦ ਦੇਵ ਜੀ ਦੀ ਵਾਈਫ ਉੱਠ ਕੇ ਉਹਨਾਂ ਨੇ ਲੰਗਰ ਦਾ ਐਡਮਿਨਿਸਟ੍ਰੇਸ਼ਨ ਉਹ ਕਰਦੇ ਸੀ, ਕਿਉਂਕਿ ਲੰਗਰ ਬੜਾ ਇੰਪੋਰਟੈਂਟ ਸੀ ਇਕੁਆਲਿਟੀ ਵਾਸਤੇ, ਇਕੁਆਲਿਟੀ ਆਫ ਆਲ ਹਿਊਮਨ ਬੀਇੰਗਸ। ਕਿਉਂਕਿ ਪਹਿਲੇ ਆਉਂਦੇ ਸੀ ਲੋਕੀ ਮੱਥਾ ਟੇਕ ਕੇ ਗੁਰੂ ਸਾਹਿਬ ਨੂੰ ਮਿਲ ਕੇ ਚਲੇ ਜਾਂਦੇ ਸੀ, ਲੰਗਰ ਨਹੀਂ ਸੀ ਛਕਦੇ, ਕਿਉਂਕਿ ਉਹ ਕਹਿੰਦੇ ਸੀ ਕਿ ਲੋਅਰ ਕਾਸਟ ਦੇ ਨਾਲ ਅਸੀਂ ਨਹੀਂ ਬੈਠਣਾ, ਅਸੀਂ ਉਹਨਾਂ ਨਾਲ ਨਹੀਂ, ਉਹਨਾਂ ਦੇ ਹੱਥੋਂ ਨਹੀਂ ਖਾਣਾ। ਅਤੇ ਗੁਰੂ ਸਾਹਿਬ ਨੇ ਕਿਹਾ ਸੀ, ਯਾਦ ਹੈ ਗੁਰੂ ਅਮਰਦਾਸ ਜੀ ਨੇ ਕਿਹਾ ਸੀ, ਪਹਿਲੇ ਪੰਗਤ ਪਿੱਛੇ ਸੰਗਤ। ਅਤੇ ਮਾਤਾ ਖੀਵੀ ਜੀ ਨੇ ਉੱਠ ਕੇ ਲੰਗਰ ਦੀ ਸੇਵਾ ਨਹੀਂ ਕੀਤੀ। ਕਿ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਹਿਗੁਰੂ ਦੀਆਂ ਸਿਫਤਾਂ ਹੋਰ ਕਿਸੇ ਦੀਆਂ ਨਹੀਂ, ਅਪਾਰਟ ਫਰੋਮ ਜਿਹੜੇ ਭੱਟਾਂ ਨੇ ਗੁਰੂ ਸਾਹਿਬ ਦੀਆਂ ਲਿਖੀਆਂ, ਪਰ ਇੱਕ ਔਰਤ ਦੀ ਸਿਫਤ ਮਾਤਾ ਖੀਵੀ ਨੇਕ ਜਾਨ, ਕਿ ਉਹ ਬੜੀ ਅੱਛੀ ਔਰਤ ਹੈ ਜਿਹਨੇ ਲੰਗਰ ਦੌਲਤ ਵੰਡੀ ਹੈ, ਰਸ ਖੀਰ ਕਿਆਲੀ। ਕਿ ਕਿਤਨੇ ਮਾਣ ਦੀ ਗੱਲ ਹੈ ਕਿ ਇੱਕ ਔਰਤ ਦੀਆਂ ਸਿਫਤਾਂ ਗੁਰੂ ਗ੍ਰੰਥ ਸਾਹਿਬ 'ਚ ਹੋਣ, ਅਤੇ ਅਸੀਂ ਫਿਰ ਇਕੁਆਲਿਟੀ ਭੁੱਲ ਜਾਈਏ। ਫਿਰ ਤੁਸੀਂ ਅੱਗੋਂ ਤੁਹਾਨੂੰ ਪਤਾ ਹੀ ਹੈ, ਹਰ ਗੁਰੂ ਸਾਹਿਬ ਦੇ ਵੇਲੇ ਦੇ ਵਿੱਚ ਔਰਤ ਜਿਹੜੀਆਂ ਸੀ ਗੁਰੂ ਘਰ ਦੀਆਂ ਔਰਤਾਂ ਹੀ ਉੱਠੀਆਂ, ਕਿਉਂਕਿ ਜਿਸ ਵੇਲੇ ਆਦਮੀ ਜਿਸ ਤਰ੍ਹਾਂ ਦੱਸ ਰਿਹਾ ਇਕੁਆਲਿਟੀ, ਮੇਰੇ ਹਸਬੈਂਡ ਹਮੇਸ਼ਾ ਹੱਸਦੇ ਰਹਿੰਦੇ, ਕੋਈ ਗੱਲ ਹੋਈ ਨਾ ਇਹਨਾਂ ਨੂੰ ਸਾਰੇ ਕਹਿਣਗੇ, ਮੈਨੂੰ ਆ ਕੇ ਕਹਿਣਗੇ ਕਿ ਦੇयर इज ਆਲਵੇਜ਼ ਅ ਗ੍ਰੇਟ ਵੂਮਨ ਬਿਹਾਈਂਡ ਅ ਗ੍ਰੇਟ ਮੈਨ। ਅਤੇ ਮੇਰੇ ਹਸਬੈਂਡ ਕਹਿੰਦੇ ਨੋ,
ਆਈ ਡੋਨਟ ਵਾਂਟ ਬਿਹਾਈਂਡ ਮੀ ਕਹਿੰਦੇ with ਮੈਂ ਪਿੱਛੋਂ ਪਤਾ ਮੈਂ ਪਿੱਛੋਂ ਦੇਖਾਂ ਤੇ ਉੱਥੇ ਕਿਤੇ ਹੋਰ ਹੀ ਟੁਰ ਗਈ ਹੋਏ ਮੈਨੂੰ ਮੇਰੇ ਨਾਲ ਚਾਹੀਦੀ ਹੈ ਮੇਰੇ ਨਾਲ ਚਾਹੀਦੀ ਹੈ ਇੱਕ ਨਾ ਅਸੀਂ ਜਿਹੜਾ ਸ਼ੋਅ ਹੈਗਾ ਕਿਉਂਕਿ ਭੈਣ ਦਾ ਆਈਡੀਆ ਸੀਗਾ ਅਸੀਂ ਵੂਮਨਸ ਡੇ ਬਾਰੇ ਗੱਲ ਕਰੀਏ ਵੂਮਨਸ ਇੱਕ ਡੇ ਬੜਾ ਸਿੰਪਲ ਲਫ਼ਜ਼ ਹੈਗਾ ਉਹ ਬੜਾ ਡਿਟੇਲ ਚ ਅਸੀਂ ਡਿਸਕਸ ਕਰਨਾ ਸਾਡੇ ਦੋਨੇ ਭੈਣਾਂ ਨੇ ਡਿਸਾਈਡ ਕੀਤਾ ਕਿ ਇਹਦੇ ਥੋੜ੍ਹੇ ਵੀਕਾਂ ਬਾਅਦ ਅਸੀਂ ਇਹ ਪ੍ਰੋਗਰਾਮ ਕੰਟੀਨਿਊ ਰੱਖਾਂਗੇ ਕਿਉਂਕਿ ਬੜਾ ਲੋੜ ਹੈਗੀ ਇਹਦੀ ਗੱਲ ਕਰਨ ਦੀ ਭੈਣ ਜੀ ਮੈਂ ਤੁਹਾਡੇ ਤੇ ਵਾਪਸ ਮੈਂ ਗੱਲ ਕਰਦਾ ਹੁਣ ਪਲੀਜ਼ ਮੈਂ ਤੁਹਾਡੇ ਘਰਾਂ 'ਚ ਲੜਾਈ ਨਹੀਂ ਪਾ ਰਿਹਾ ਪਰ ਜੋ ਗੱਲ ਫੈਕਟ ਹੈਗੀ ਅਸੀਂ ਉਹ ਗੱਲ ਕਰਾਂਗੇ ਖੁੱਲ੍ਹੇਆਮ ਕਰਾਂਗੇ ਜ਼ਿੰਦਗੀ ਤਾਂ ਨਿਕਲ ਜਾਂਦੀ ਹੈ ਔਖੇ ਸੌਖੇ ਜਿੱਦਾਂ ਮਰਜ਼ੀ ਹੋਵੇ ਲੇਕਿਨ ਜਿੰਨੇ ਵੀ ਆਦਮੀ ਹੈਗੇ ਨਾ ਔਰਤ ਨੂੰ ਇਨਵੋਲਵ ਕਰਨਾ ਚਾਹੀਦਾ ਉਹਨੂੰ ਬੈਂਕ ਭੇਜ ਤੁਸੀਂ ਦੱਸਿਆ ਸੀ ਤੁਹਾਨੂੰ ਟਰੱਕ 'ਚ ਬਿਠਾਇਆ ਤੁਹਾਡੇ ਹਸਬੈਂਡ ਨੇ ਬੰਦਾ ਕਹਿੰਦਾ ਚੱਲ ਯਾਰ ਕਿੱਥੇ ਟਰੱਕ 'ਤੇ ਚੜੇਗੀ ਹੀ ਮੇਡ ਯੂ ਡੂ ਦੈਟ ਐਜ਼ ਵੈਲ ਸੋ ਬੇਸਿਕਲੀ ਤੁਹਾਨੂੰ ਪ੍ਰੈਕਟੀਕਲ ਵੀ ਹੋਣਾ ਚਾਹੀਦਾ ਹੈ ਤੁਸੀਂ ਬੈਂਕਾਂ 'ਚ ਭੇਜੋ ਕਿਤੇ ਮਿਲੀ ਕੋਈ ਕੰਮ ਹੈ ਕਿ ਉਹ ਔਰਤ ਨੂੰ ਦਵੋ ਉਹਦੇ ਨਾਲ ਉਹਦਾ ਕੌਨਫੀਡੈਂਸ ਵੱਧਦਾ ਹੈਗਾ ਹੈਵਿੰਗ ਲੋਸਟ ਅ ਹਸਬੈਂਡ ਐਟ ਅ ਯੰਗ ਏਜ not knowing ਕਿ ਮੈਂ ਕਿੱਥੇ ਜਾਣਾ ਤੇ ਇਹ ਤਾਂ ਬਹੁਤ ਡਿਫਿਕਲਟ ਹੋ ਜਾਂਦਾ ਹੈ ਐਂਡ ਦਿਸ ਇਜ਼ ਲੋਕ ਆਪਣਾ ਧੋਖਾ ਖਾ ਜਾਂਦੇ ਯੂ ਬਿਕਮ ਵਲਨਰੇਬਲ ਐਂਡ ਦੇਰ ਆਰ ਪੀਪਲ ਆਊਟ ਦੇਅਰ ਤੁਹਾਡੀ ਸਾਰੀ ਮਦਦ ਨਹੀਂ ਕਰਨਗੇ ਕੋਈ ਮਿਸਲੀਡ ਵੀ ਕਰੇਗਾ ਪੁਰਾਣੀਆਂ ਤੁਹਾਡੇ ਫਰੈਂਡਸ ਸਾਰੇ ਤੁਹਾਨੂੰ ਛੱਡ ਦਿੰਦੇ ਨੇ ਬਿਲਕੁਲ। ਪੀਪਲ ਯੂ ਨੋ ਫॉर 40 years 30 years ਉਹ ਪਤਾ ਕੀ ਹੈ they close the chapter not even close the chapter they close the book husband is gone book is closed ਕਿ ਜਿੱਦਾਂ ਤੁਹਾਨੂੰ ਕੋਈ ਬਿਮਾਰੀ ਹੋ ਗਈ ਨਹੀਂ ਹਾਂ ਬਿਲਕੁਲ ਛੁੱਟ ਦੀ ਬਿਮਾਰੀ ਹੈ ਦੇਖੋ ਜਾਵਾਂਗੇ ਰੋਏਗੀ ਕੀ ਕਰੇਗੀ ਪਤਾ ਨਹੀਂ ਕੀ ਹੈ ਹੁਣ ਅੱਛਾ ਅਵੇਅਰਨੈਸ ਅਸੀਂ ਇਹ ਲਿਆ ਰਹੇ ਹਾਂ ਲੇਡੀਜ਼ ਦੇ ਵਿੱਚ ਕਿ ਹਿੰਮਤ ਤੁਹਾਨੂੰ ਖੁਦ ਕਰਨੀ ਪਏਗੀ ਤੂੰ ਸਾਡੇ ਕੋਲ ਐਗਜ਼ਾਮਪਲ ਹੈਗਾ ਮਾਤਾ ਗੁਜਰੀ ਹੋਰੀ ਦੇਖੋ ਉਸ ਔਰਤ ਦੀ ਹਿੰਮਤ ਦੇਖੋ ਉਸੇ ਦੇ ਅੰਸ਼ ਹੈਗੇ ਨਾ ਉਸੇ ਉਹਨਾਂ ਨੇ 9 ਸਾਲ ਦੀ ਉਮਰ ਵਿੱਚ ਆਪਣੇ ਹਸਬੈਂਡ ਨੂੰ ਖੁਦ ਭੇਜਿਆ ਕਿ ਜਾਓ ਤੁਸੀਂ ਹੈ ਉਸ ਤੋਂ ਬਾਅਦ 9 ਸਾਲ ਦਾ ਬੱਚਾ ਜਿਹੜਾ ਸੀ ਜੀ ਉਹਨੂੰ ਪਾਲਿਆ ਪੋਸਿਆ ਕਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੀਤਾ ਕੀ ਕੁਝ ਮਾਤਾ ਗੁਜਰੀ ਨੇ ਨਹੀਂ ਕੀਤਾ ਜਿਹੜੀ ਉਹੀ ਹਿੰਮਤ ਸਾਡੇ 'ਚ ਹੈਗੀ ਹੈ ਨਾ 올 ਯੂ ਹੈਵ ਟੂ ਬ੍ਰਿੰਗ ਦੈਟ ਉਹ ਸਾਨੂੰ ਇਹ ਸਾਡੀ ਹਿਸਟਰੀ ਇੰਨੀ ਸਟਰੋਂਗ ਹੈ ਬੀਬੀ ਪਾਣੀ ਦਾ ਦੇਖੋ ਹੈ ਕਿੰਨਾ ਫਾਦਰ ਦੀ ਸੇਵਾ ਕਰਦੇ ਰਹਿਣ ਉਹਨਾਂ ਨੂੰ ਨਵਾਉਂਦੇ ਰਹਿਣ ਐਜ਼ ਏ ਗੁਰੂ ਹੈ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੇ ਵਰਗੇ ਬੱਚੇ ਨੂੰ ਪੈਦਾ ਕਰਨਾ ਕੀ ਅਜੀ ਮਾਂ ਹੋਏਗੀ ਕਿੰਨਾ ਉਹਨਾਂ ਦੀ ਸਹਿਣ ਸ਼ਕਤੀ ਸੋ ਇਹੋ ਜਿਹਾ ਸਾਡੇ ਕੋਲ ਧਰਮ ਵਿੱਚ ਇਹੋ ਜਿਹਾ ਸਾਡੇ ਕੋਲ ਹੈਗਾ ਸਾਡਾ ਧਰਮ ਹੈ ਸੋ ਵੀ ਅ ਪਾਰਟ ਆਫ ਦਾ ਸੋ ਹਿੰਮਤ ਤਾਂ ਸਾਡੇ 'ਚ ਹੈਗੀ ਕੱਢਣੀ ਅਸੀਂ ਆਪ ਹੈ ਯੂ ਸ਼ੁਡ ਲੁੱਕ ਫॉर ਅਦਰ ਪੀਪਲ ਟੂ ਹੁਣ ਉਹ ਆਏ ਤਾਂ ਤੁਹਾਨੂੰ ਹਿੰਮਤ ਕਰਨ ਇਹ ਤੁਹਾਨੂੰ ਖੁਦ ਕਰਨਾ ਪਏਗਾ ਪਹਿਲਾ ਸਟੈਪ ਤੁਹਾਨੂੰ ਆਪ ਲੈਣਾ ਪਏਗਾ ਬਾਕੀ ਵਾਹਿਗੁਰੂ ਤੁਹਾਨੂੰ ਹੋਰ ਹਿੰਮਤ ਦੇਗਾ ਸਾਨੂੰ ਨਾ ਇਤਿਹਾਸ ਪੜ੍ਹਨਾ ਪਏਗਾ ਪਤਾ ਬਹੁਤ ਲੋੜ ਹੈਗੀ ਹੈ ਦੂਸਰੀ ਗੱਲ ਤੁਹਾਨੂੰ ਪਤਾ ਇੱਕ ਬੰਦਾ ਟੁੱਟਿਆ ਹਾਰਿਆ ਹੋਇਆ ਉਹ ਦੁਨੀਆ ਉਹਨੂੰ ਕਹਿੰਦੇ ਨਾ ਜਿੰਨੀ ਤੁਸੀਂ ਨੀਵੀਂ ਪਾਓ ਦੁਨੀਆ ਹੋਰ ਤੁਹਾਨੂੰ ਥੱਲੇ ਦਵਾਈ ਜਾਂਦੀ ਯੂ ਨੀਡ ਟੂ ਗੈਟ ਅਪ ਫॉर ਯੂਰ ਸਟੈਂਡ ਕਰਨਾ ਪੈਂਦਾ ਸੀ ਮੈਂ ਤਾਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਮਾਤਾ ਗੁਜਰੀ ਇਜ਼ ਮਾਈ ਰੋਲ ਮਾਡਲ ਜਿਹੜਾ ਇਤਿਹਾਸ ਪੜ੍ਹੋ ਪਰ ਨਾ ਸਾਡੇ ਇਤਿਹਾਸਕਾਰ ਸਾਡੀ ਜਿਹੜੀ ਇਤਿਹਾਸ ਹੈ ਨਾ ਮੋਸਟਲੀ ਲਿਖਿਆ ਨੌਨ ਸਿੱਖਾਂ ਨੇ ਪਰ ਜਿਹੜੇ ਸਿੱਖਾਂ ਨੇ ਵੀ ਲਿਖਿਆ ਨਾ ਉਹਨਾਂ ਨੇ ਮਾਤਾ ਗੁਜਰੀ ਦਾ ਸਾਰਾ ਸ਼ੀ ਵਾਜ਼ ਅ ਲੀਡਰ ਆਫ ਦਾ ਹੋਲ ਸਿੱਖ ਕਮਿਊਨਿਟੀ ਕਿਉਂਕਿ ਗੁਰੂ ਸਾਹਿਬ 9 ਸਾਲ ਦੇ ਸਨ ਜਿਸ ਵੇਲੇ ਵੱਡੇ ਹੋਏ 16-17 ਸਾਲ ਦੇ ਮਾਤਾ ਗੁਜਰੀ ਆਪੇ ਪਰੇ ਹਟ ਗਈ ਪਰ ਇੰਨੇ ਸਾਲ ਉਹ ਲੀਡਰ ਰਹੀ ਉਹਦੀ ਇਤਨੀ ਵੱਡੀ ਦੇਣ ਹੈ ਪਰ ਇਤਿਹਾਸਕਾਰਾਂ ਨੇ ਨਹੀਂ ਉਹਨਾਂ ਦਾ ਨਾਂ ਲਿਖਿਆ ਕਿ ਮਾਤਾ ਗੁਜਰੀ ਦੀ ਦੇਣ ਹੈ ਉਹਨਾਂ ਨੇ ਉਹਨਾਂ ਦੇ ਭਰਾ ਕਿਰਪਾਲ ਚੰਦ ਦਾ ਨਾਂ ਲਿਖਿਆ ਕਿ ਕਿਰਪਾਲ ਚੰਦ ਐਡਵਾਈਜ਼ਰ ਸਾਰੇ ਗੁਰੂਆਂ ਦੇ ਸਨ ਤੁਹਾਨੂੰ ਲਿਸਟ ਮਿਲੇਗੀ ਗੁਰੂ ਅਮਰਦਾਸ ਜੀ ਦੇ ਕਿਹੜੇ ਐਡਵਾਈਜ਼ਰ ਸਨ ਗੁਰੂ ਅਰਜਨ ਸਾਹਿਬ ਦੇ ਕਿਹੜੇ ਐਡਵਾਈਜ਼ਰ ਸਨ ਪਰ ਉਹਨੇ ਕਿਸੇ ਨਹੀਂ ਕਿਹਾ ਕਿ ਇਹ ਐਡਵਾਈਜ਼ਰ ਕੰਮ ਕਰਦਾ ਪਿਆ ਸੀ ਪਰ ਮਾਤਾ ਗੁਜਰੀ ਵਾਲੀ ਜਿਸ ਬਿਕੋਜ਼ ਉਹ ਔਰਤ ਸੀ ਇਤਿਹਾਸਕਾਰ ਸਾਡੇ ਸਾਰੇ ਜਿਹੜੇ ਨੇ ਆਦਮੀ ਨੇ ਉਹ ਔਰਤ ਦੀ ਕੰਟਰੀਬਿਊਸ਼ਨ ਭੁੱਲ ਜਾਂਦੇ ਨੇ ਕਿਉਂਕਿ ਜਦੋਂ ਮੈਂ PhD ਕਰਨੀ ਸੀ ਮੇਰੀ PhD ਕੰਟਰੀਬਿਊਸ਼ਨ ਆਫ ਸਿੱਖ ਵੂਮਨ ਟੂ ਸਿੱਖ ਸੁਸਾਇਟੀ ਸੀ ਤੇ ਮੈਨੂੰ ਨਾ ਜਿਸ ਵੇਲੇ ਮੈਂ MA ਕੀਤੀ ਤੇ ਮੈਂ ਅਪਲਾਈ ਕੀਤਾ ਫਰਦਾਰ ਤੇ ਕਹਿੰਦੇ ਨੇ ਵਾਟ ਕੰਟਰੀਬਿਊਸ਼ਨ ਕੁਛ ਨਹੀਂ 10 ਸਾਲਾਂ ਬਾਅਦ ਮੈਨੂੰ ਉਹਨਾਂ ਨੇ ਕਿਹਾ ਅਪਰੋਚ ਕੀਤਾ ਕਿ ਤੂੰ ਇਹ ਕਰਨਾ ਚਾਹੁੰਦੀ ਸੀ ਤੇ ਕਿਸੇ ਨੇ ਨਹੀਂ ਕੀਤੀ ਤੂੰ ਕਰ ਤੇ ਮੈਂ ਬਿਕੋਜ਼ ਮੇਰਾ ਮਿਸ਼ਨ ਸੀਗਾ ਮੇਰਾ ਏਮ ਸੀਗਾ ਤੇ ਮੈਂ ਕੀਤੀ ਇਸ ਕਰਕੇ ਸਾਨੂੰ ਔਰਤਾਂ ਨੂੰ ਔਰ ਆਦਮੀਆਂ ਨੂੰ ਗੁਰਬਾਣੀ ਪੜ੍ਹਨੀ ਹੈ ਗੁਰਬਾਣੀ ਜੇ ਗੁਰੂ ਕਹਿੰਦਾ ਕਿ ਅਸੀਂ ਇਕੁਅਲ ਹਾਂ ਸਾਨੂੰ ਇਕੁਅਲ ਟ੍ਰੀਟਮੈਂਟ ਤੁਸੀਂ ਦੇਣਾ ਹੀ ਦੇਣਾ ਤੇ ਇਹ ਨਹੀਂ ਕਰਨਾ ਕਿ ਇਤਿਹਾਸ ਵਿੱਚ ਜਿਹੜਾ ਲੋਕਾਂ ਨੇ ਗਲਤ ਕਈਆਂ ਨੇ ਗਲਤ ਲਿਖ ਦਿੱਤਾ ਕਈਆਂ ਨੇ ਇਤਿਹਾਸ ਵਿੱਚ ਇਨਵਿਜ਼ੀਬਲ ਕਰਤਾ ਔਰਤ ਨੂੰ ਨਾਂ ਨਹੀਂ ਲਿਖਿਆ ਥੋੜਾ ਜਿਹਾ ਟਾਈਮ ਬੜੀ ਫਾਸਟ ਨਾਲ ਬ੍ਰੇਕ ਲਵਾਂਗੇ ਗੋਰਿਆਂ ਦੇ ਵਿੱਚ ਇਕੁਐਲਿਟੀ ਹੁਣ ਆਈ ਹੈ
ਸਾਡੇ ਤੇ 500 ਸਾਲ ਪੁਰਾਣੀ ਹੈਗੀ ਬਿਲਕੁਲ ਐਗਜ਼ੈਕਟਲੀ ਗੁਰੂ ਆਪਾਂ ਸੌਰੀ ਮਾਫੀ ਚਾਹਾਂਗਾ ਆਪਾਂ ਥੋੜੀ ਜਿਹੀ Yeah, ਬ੍ਰੇਕ ਲੈ yeah. ਲੈਂਦੇ ਹਾਂ ਕਿਉਂਕਿ ਟਾਈਮ ਬੜੀ ਫਾਸਟ ਜਾ ਰਿਹਾ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਪਲੀਜ਼ ਡੋਂਟ ਗੋ ਟੂ ਫਾਰ ਥੋੜੀ ਵਾਪਸ ਆਵਾਂਗੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ ਵੈਲਕਮ ਬੈਕ ਇਨ ਦ ਸੈਕੰਡ ਪਾਰਟ ਮੈਂ ਹਮੇਸ਼ਾ ਕਹਿੰਦਾ ਪਿਆ ਮੈਂ ਕੋਲ ਬੈਠ ਕੇ ਆਮ ਵੈਰੀ ਕੇਅਰਫੁਲ ਮੈਂ ਕਿੱਦਾਂ ਦੀ ਗੱਲ ਕਰਦਾ ਵੈਰੀ ਸਟਰੋਂਗ ਵੂਮਨ ਦੋਨੋਂ ਜਾਣੇ ਓਨੈਸਟਲੀ ਆਪੋ ਆਪਣੇ ਉਹਦੇ 'ਚ ਬਹੁਤ ਐਕਸਪੀਰੀਅੰਸ ਹੈਗੇ ਨੇ ਬੜੀ ਲਾਈਫ ਦੇਖੀ ਬੜੀ ਜ਼ਿੰਦਗੀ ਦੇਖੀ ਹੈ ਯੂ ਨੋ ਆਪੋ ਆਪਣੇ ਰਿਲੀਜਨ ਹੁੰਦੇ ਨੇ ਜਿਵੇਂ ਭੈਣ ਜੀ ਦੀ ਕਰਾਂ ਆਪਣੇ ਭੈਣ ਜੀ ਅੰਬਰ ਸੁਭਾਗ ਕੌਰ ਦੀ ਬੇਕਰ ਉਹ ਮੈਨੂੰ ਜਿਹੜਾ ਮੈਂ ਮਿੱਚਾ ਨਿਚੋੜ ਕਰਦਾ ਨਾ ਜਦੋਂ ਮੈਂ ਗੱਲ ਕਰਦਾ ਇਹਨਾਂ ਨੇ ਕਿਹਾ ਜਦੋਂ ਮੇਰਾ ਵਿਆਹ ਹੋਇਆ ਮੇਰੇ ਹਸਬੈਂਡ ਕਹਿੰਦੇ ਕਿ ਤੂੰ ਮੇਰੀ ਔਰਤ ਮੇਰੀ ਵਾਈਫ ਨਹੀਂ ਤੂੰ ਮੇਰੀ ਦੋਸਤ ਹੈ ਜਦੋਂ ਤੁਸੀਂ ਕਿਸੇ ਨੂੰ ਦੋਸਤ ਕਹਤਾ ਤੇ ਉਹਦੇ 'ਚ ਕੋਈ ਸੀਕਰਟ ਤਾਂ ਰਹੀ ਨਹੀਂ ਫਿਰ ਕਿਉਂਕਿ ਭਰੋਸਾ ਹੋ ਜਾਂਦਾ ਇੱਕ ਦੂਜੇ ਨਾਲ ਉਹਨੂੰ ਅੱਗੇ ਲਾ ਕੇ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਰਹੇ ਇਹ ਉਹਨਾਂ ਦੀ ਵੀ ਗੱਲ ਪਕੜੀ ਆਪਣੇ ਲੇਡੀ ਸਿੰਘ ਦੀ ਮੈਂ ਗੱਲ ਪਕੜੀ ਕਹਿੰਦੇ ਜਦੋਂ ਆਦਮੀ ਆਪਣੇ ਲਾਰਡ ਇੰਦਰ ਜੀ ਨੂੰ ਕਹਿੰਦੇ ਸੀ ਕਿ ਦੇयर ਇਜ਼ ਅ ਵੂਮਨ ਬਿਹਾਈਂਡ ਐਵਰੀ ਸਕਸੈਸਫੁਲ ਮੈਨ ਉਹ ਕਹਿੰਦੇ ਪਿੱਛੇ ਨਹੀਂ ਮੇਰੇ ਨਾਲ ਹੈ ਪਿੱਛੇ ਨਹੀਂ ਮੈਂ ਚਾਹੁੰਦਾ ਕਿ ਕੀ ਪਤਾ ਪਿੱਛੇ ਕਿੱਧਰ ਨੂੰ ਤੁਰ ਜਾਵੇ ਯੂ ਨੋ ਦੀਸ ਆਰ ਦ ਕਾਈਂਡ ਆਫ ਥਿੰਗਸ ਕੋਈ ਨਾ ਕੋਈ ਨਿਚੋੜ ਨਿਕਲਦਾ ਹੁੰਦਾ ਪਰ ਜੀ ਅੱਛੀ ਬੜੀ ਇੰਟਰਸਟਿੰਗ ਗੱਲਾਂ ਆਪਾਂ ਗੁਰੂ ਦੀ ਗੱਲਾਂ ਕਰਦੇ ਹਾਂ ਗ੍ਰੰਥ ਸਾਹਿਬ 'ਚ ਕੀ ਲਿਖਿਆ ਆਪਾਂ ਉਹਦੀ ਗੱਲਾਂ ਕਰਦੇ ਹਾਂ ਪਰ ਇਟਸ ਨਾਟ ਕਿ ਅਸੀਂ ਇੰਪਲੀਮੈਂਟ ਕਰਦੇ ਹਾਂ ਕਿਉਂਕਿ ਤੁਸੀਂ ਕਿਸੇ ਅੱਛਾ ਜਿਹੜੇ ਐਕਸਟ੍ਰੀਮ ਸੀਗੇ ਨਾ ਜਿਹੜੇ ਆਪਾਂ ਕਹਿੰਦੇ ਸੀਗਾ ਕਿ ਉਹ ਕਰੂਰਲ ਕਸਟਮ ਸੀਗਾ ਆਪਣਾ ਜਦੋਂ ਵੂਮਨ ਵਿਡੋ ਹੋ ਜਾਂਦੀ ਸੀ ਜਾਂ ਸਤੀ ਉਹ ਤੇ ਮੈਨੂੰ ਲੱਗਦਾ ਤਕਰੀਬਨ ਫੇਡ ਹੋ ਗਿਆ ਹੋਗਾ ਪਰ ਦੇਰ ਸਮ ਅਦਰ ਇੰਸਟੈਂਸ ਹਾਲੇ ਕਾਫੀ ਹੈਗੇ ਜਿੱਦਾਂ ਤੁਸੀਂ ਕਿਹਾ ਸੀ ਭੈਣ ਜੀ ਕਿ ਜਦੋਂ ਤੁਹਾਨੂੰ ਤਕਲੀਫ ਹੁੰਦੀ ਹੈ ਤਾਂ ਸਾਰੀ ਦੁਨੀਆ ਚੱਲ ਜਾਂਦੀ ਹੈ ਥੋੜੀ ਦਫਾ ਇੱਕ ਤਾਂ ਤੁਹਾਨੂੰ ਦੁੱਖ ਹੈ ਤੁਹਾਨੂੰ ਤੁਸੀਂ ਖੜੇ ਨਹੀਂ ਹੋ ਸਕਦੇ ਉੱਪਰ ਇੱਕ ਉਹਦੀ ਵੀ ਵਰੀ ਹੋ ਜਾਂਦੀ ਹੈ ਕਿ ਯਾਰ ਮੇਰੇ ਨਾਲ ਮੈਂ ਇਕੱਲਾ ਹੀ ਮੈਨੂੰ ਕੋਈ ਸਪੋਰਟ ਨਹੀਂ ਹੈਗੀ ਮੈਂਟਲੀ ਫਿਜ਼ੀਕਲੀ ਫਾਈਨੈਂਸ਼ੀਅਲੀ ਹਰ ਤਰ੍ਹਾਂ ਦੀ ਤੁਹਾਨੂੰ ਤਕਲੀਫ ਹੋ ਜਾਂਦੀ ਹੈ ਹੁਣ ਜਿਹੜਾ ਲੇਟੈਸਟ ਆਪਾਂ ਦੁਨੀਆ 21st ਸੈਂਚੁਰੀ 'ਚ ਜਾ ਰਹੇ ਹਾਂ ਤੁਹਾਨੂੰ ਲੱਗਦਾ ਸੀ ਇਹ ਕੰਮਾਂ ਤੋਂ ਕਲੀਅਰ ਹੋ ਗਿਆ ਨਹੀਂ ਅਸੀਂ ਨਹੀਂ ਕਿਉਂਕਿ ਅਸੀਂ ਗੁਰਬਾਣੀ ਨਹੀਂ ਪੜ੍ਹੀ ਅਸੀਂ ਗੁਰੂ ਦਾ ਮੈਸੇਜ ਨਹੀਂ ਪੜ੍ਹਿਆ ਗੁਰੂ ਦੇ ਮੈਸੇਜ ਤੇ ਅਸੀਂ ਚੱਲੇ ਨਹੀਂ ਆ ਮੈਂ ਤੇ ਕਹਿੰਦੀ ਹਾਂ ਅਜੇ ਵੀ ਇਕੁਐਲਿਟੀ ਆਫ ਔਮਨ ਐਂਡ ਮੈਨ ਇਜ਼ ਅ ਚੈਲੰਜ ਫॉर द ਸਿੱਖ ਕਮਿਊਨਿਟੀ ਕਿ ਹੋਰਨਾਂ ਕਮਿਊਨਿਟੀਜ਼ ਨੇ ਤੇ ਆਪੇ ਹੌਲੀ ਹੌਲੀ ਨਾ ਲੋਜ਼ ਬਣਾਏ ਤੇ ਕੀਤੇ ਸਾਨੂੰ ਉਹਨਾਂ ਦੇ ਰਿਲੀਜਨਸ ਨੇ ਨਹੀਂ ਦਿੱਤੀ ਇਕੁਐਲਿਟੀ ਸਾਨੂੰ ਤੇ ਗੁਰੂ ਸਾਹਿਬ ਨੇ ਔਰਤਾਂ ਨੂੰ ਹੱਥ ਦੇ ਪਲੇਟ ਦੇ ਉੱਤੇ ਰੱਖ ਕੇ ਇਕੁਐਲਿਟੀ ਦੇ ਦਿੱਤੀ ਹੋਰਨਾਂ ਔਰਤਾਂ ਨੂੰ ਤਾਂ ਲੜਨਾ ਪਿਆ ਅਜੇ ਵੀ ਲੜਦੀਆਂ ਪਈਆਂ ਅਜੇ ਵੀ ਬਿਸ਼ਪ ਨਹੀਂ ਬਣ ਸਕਦੀਆਂ ਅਜੇ ਵੀ ਰਲ ਕੇ ਜਾ ਕੇ ਸੰਗਤ 'ਚ ਨਹੀਂ ਬੈਠ ਸਕਦੀਆਂ ਗੁਰੂ ਸਾਹਿਬ ਨੇ ਤਾਂ ਉਸ ਵੇਲੇ ਸੰਗਤ ਖੋਲ੍ਹ ਦਿੱਤੀ ਪੰਗਤ ਖੋਲ੍ਹ ਦਿੱਤੀ ਔਰ ਇਹ ਵੀ ਕਿਹਾ ਕਿ ਜਿਹੜਾ ਘਰ ਦਾ ਕੰਮ ਕਾਜ ਹੈ ਉਹ ਲੋ ਨਹੀਂ ਆ ਉਹ ਮੀਨੀਅਲ ਨਹੀਂ ਹੈ ਆਦਮੀ ਤੇ ਔਰਤ ਦਾ ਦੋਨੋਂ ਦਾ ਫਰਜ਼ ਹੈ ਕਿ ਘਰ ਵੀ ਸੰਭਾਲਣ ਤੇ ਬੱਚਿਆਂ ਨੂੰ ਵੀ ਲੁੱਕ ਆਫਟਰ ਕਰਨ ਇਹ ਸਿਰਫ ਔਰਤ ਦਾ ਕੰਮ ਨਹੀਂ ਹੈ ਜੋ ਮਰਦ ਦਾ ਕੰਮ ਵੀ ਹੈ ਇਸ ਕਰਕੇ ਨਾ ਸਾਨੂੰ ਅਸੀਂ ਜਰਾ ਇਤਿਹਾਸ ਪੜ੍ਹੀਏ ਦੇਖੋ ਉਸ ਇਤਿਹਾਸ ਕਰਕੇ ਤੁਸੀਂ ਕਿੰਨੀਆਂ ਔਰਤਾਂ ਅੱਗੇ ਆਈਆਂ ਮਾਤਾ ਸੁੰਦਰੀ ਦੀ ਤੁਸੀਂ ਦੇਣ ਦੇਖੋ ਮਾਤਾ ਸਾਹਿਬ ਕੌਰ ਦੀ ਦੇਖੋ ਫਿਰ ਉਹਨਾਂ ਦਾ ਅਸੀਂ ਰੋਜ਼ ਅਰਦਾਸ ਕਰਦੇ ਹਾਂ ਜਿਨ੍ਹਾਂ ਨੇ ਗਲਾਂ ਦੇ ਵਿੱਚ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਵਾਏ ਉਹ ਕਿਉਂ ਕੀਤੇ ਉਹਨਾਂ ਕੋਲ ਕਿੱਥੋਂ ਹਿੰਮਤ ਆਈ ਇਹੀ ਹਿੰਮਤ ਸੀ ਨਾ ਕਿ ਗੁਰੂ ਦੀ ਬਾਣੀ ਉਹ ਗੁਰੂ ਦੀ ਬਾਣੀ ਜਾਣਦੇ ਸੀ ਉਹ ਗੁਰੂ ਸਮਝਦੇ ਸੀ ਕਿਉਂਕਿ ਸਾਰੇ ਵੱਡੇ ਵੱਡੇ ਇਤਿਹਾਸਕਾਰ ਇਹੋ ਲਿਖਦੇ ਨੇ ਕਿ ਜਿਸ ਵੇਲੇ ਸਿੱਖ ਆਦਮੀ ਵੋਰ ਵੀ ਚਲੇ ਜਾਂਦੇ ਸੀ ਤੇ ਸਿੱਖ ਔਰਤ ਬੈਠ ਕੇ ਆਪਣੇ ਬੱਚੇ ਸੰਭਾਲਦੀ ਸੀ ਆਪਣੇ ਸੱਸਾਂ ਸਹੁਰੇ ਸੰਭਾਲਦੇ ਸੀ ਤੇ ਕਹਿੰਦੇ ਕਿ ਇੱਕ ਬੰਦਾ ਹਾਇਰ ਕਰਕੇ ਤੇ ਜਾ ਕੇ ਫੀਲਡਸ ਵੀ ਉਹ ਸੰਭਾਲਦੀ ਸੀ ਕਿਉਂਕਿ ਕਿੱਥੋਂ ਇਨਕਮ ਆਣੀ ਸੀ ਕਿੱਥੋਂ ਖਾਣਾ ਪੀਣਾ ਸੀ ਸਾਰੇ ਕੰਮ ਕਿਉਂ ਕਰਦੀ ਸੀ ਕਿਉਂਕਿ ਉਹਨੂੰ ਗੁਰੂ ਦੀ ਥਾਪੜੀ ਸੀ ਕਿ ਇਹ ਦੋਨੋਂ ਮਰਦ ਤੇ ਔਰਤ ਬਰਾਬਰ ਆ ਮਾਈ ਭਾਗੋ ਦਾ ਤੁਸੀਂ ਦੇਖ ਲਓ ਫਿਰ ਮੈਂ ਇਹ ਨਹੀਂ ਕਹਿੰਦੀ ਕਿ ਸਿਰਫ ਗੁਰੂ ਘਰ ਦੀਆਂ ਔਰਤਾਂ ਹੀ ਸੀ ਮੈਂ ਇਹ ਪੁੱਛਣ ਲੱਗਿਆ ਸੀਗਾ ਸਿਰਫ ਆਪ ਗੁਰੂ ਘਰ ਦੀਆਂ ਔਰਤਾਂ ਨਹੀਂ ਕਿ ਦੂਸਰੇ ਵੀ ਨਾਮ ਹੈ ਨਾ ਆਪਣੇ ਬਸ ਨਹੀਂ ਇਹ ਦੇਖੋ ਠੀਕ ਹੈਗਾ ਰਿਲੀਜਨ ਸਾਡੇ ਕੋਲ ਹੈਗਾ ਸਾਡੇ ਕੋਲ ਹਿਸਟਰੀ ਹੈਗੀ ਹੈ ਅਸੀਂ ਪਰ ਅਨਫੋਰਚੂਨੇਟਲੀ ਵੀ ਆਰ ਨਾਟ ਫੋਲੋਇੰਗ ਨਾ ਕੋਈ ਬਹੁਤਾ ਪੜ੍ਹਦਾ ਪਿਆ ਹਿਸਟਰੀ ਨਾ ਅਸੀਂ ਫੋਲੋ ਕਰਦੇ ਪਿਆ ਅੱਛਾ ਹੁਣ ਇਨਫਲੂਐਂਸ ਸਾਡੇ ਤੇ ਪਹਿਲਾਂ ਸੀ ਮੁਗਲ ਇਨਫਲੂਐਂਸ ਤੇ ਰਿਹਾ ਰਾਜ ਉਹਨਾਂ ਦਾ ਰਿਹਾ ਹੁਣ ਹਿੰਦੂਆਂ ਦੇ ਰਾਜ ਵਿੱਚ ਹੈਗੇ ਆ ਉਹਨਾਂ ਦੇ ਇਨਫਲੂਐਂਸ ਕਰਕੇ ਅਸੀਂ ਉਸ ਚੀਜ਼ ਨੂੰ ਨਹੀਂ ਹੁਣ ਇਹ ਅਸੀਂ ਕਹਿੰਦੇ ਆ ਕਿ ਦੇਖੋ ਹੁਣ ਇਹ ਜਿਹੜਾ ਵਾਇਲੈਂਸ ਹੈ ਪੜ੍ਹੀਆਂ ਲਿਖੀਆਂ ਮੈਂ ਤੁਹਾਨੂੰ ਆਪਣੇ ਘਰ ਦੀ ਗੱਲ ਦੱਸਦੀ ਹਾਂ ਮਾਈ ਸਿਸਟਰ ਸ਼ੀ ਵਾਸ 20 years older than me ਤੇ ਮੇਰੇ ਜਿਹੜੇ ਬ੍ਰਦਰ ਇਨ ਲਾਅ ਸੀ ਹੀ ਵਾਸ ਇਨ ਦਿੱਲੀ ਹੀ ਵਾਸ ਅੰਡਰ ਸੈਕਟਰੀ ਇਨ ਐਕਸਟਰਨਲ ਅਫੇਅਰਸ ਹਾਈਲੀ ਐਜੂਕੇਟਿਡ ਮੈਨ
ਉਹਨਾਂ ਨਾਲ ਇਹ ਵਾਇਲੈਂਸ ਹੁੰਦਾ ਰਿਹਾ, ਉਹ ਮਾਰਦੇ ਰਿਹਾ, ਮੇਰੀ ਸਿਸਟਰ ਨੂੰ ਮਾਰਦੇ ਰਿਹਾ। ਔਰ ਉਸ ਵਕਤ ਲੜਕੀਆਂ ਔਰਤਾਂ ਸਹਿੰਦੀਆਂ ਰਹੀਆਂ। ਦਿੱਲੀ 'ਚ ਆ ਗਏ, ਇੰਨੀ ਪੋਸਟ ਹੋਈ, ਵੱਡੇ ਵੱਡੇ ਬੰਦਿਆਂ ਨਾਲ ਬੈਠਣਾ ਹੋ ਗਿਆ, ਬ੍ਰਿਗੇਡੀਅਰ ਕਰਨਲਸ ਦੀਆਂ ਵਾਈਫਸ ਨਾਲ ਮੇਰੀ ਸਿਸਟਰ ਬੈਠਣਾ ਸ਼ੁਰੂ ਹੋ ਗਿਆ। ਤੇ ਉਹਨਾਂ ਨੇ ਕਿਹਾ ਕਿ ਹਾਊ ਲੱਕੀ ਯੂ ਆਰ, ਕਿੰਨਾ ਹੈਂਡਸਮ ਤੇਰਾ ਆਦਮੀ ਹੈ। ਤੇ ਉਹਨੇ ਕਿਸੇ ਅੱਗੇ ਦਿਲ ਖੋਲ ਦਿੱਤਾ ਕਿ ਮੈਨੂੰ ਇਸ ਤਰ੍ਹਾਂ ਮਾਰਦਾ। ਉਹਨੇ ਕਿਹਾ ਦਿਸ ਡੇ ਐਂਡ ਏਜ ਇੰਨੀ ਹਾਈ ਸੋਸਾਇਟੀ 'ਚ ਮਾਰਦਾ ਸ਼ੌਕਿੰਗ ਹੋ ਜਾਂਦਾ। ਸ਼ੌਕਿੰਗ ਸ਼ੀ ਸੈਡ ਆਈ ਕਾਂਟ ਡੂ। ਅੱਛਾ, ਮਾਂ ਸਿਖਾਉਂਦੀ ਹੈ, ਮਾਂ ਫਾਦਰ ਨੂੰ ਕਹਿੰਦੀ ਹੈ, ਫਾਦਰ ਇਹਨਾਂ ਨੂੰ ਫਾਦਰ ਇਜ਼ ਵੀਕਨੈਸ। ਇਸ ਚੱਕਰ ਚੱਲਦਾ ਪਿਆ। ਸਾਰਿਆਂ ਨੇ ਉਹਨੂੰ ਇਨਕਰੇਜ ਕੀਤਾ ਕਿ ਹੁਣ ਤੈਨੂੰ ਉੱਠਣਾ ਪਏਗਾ, ਤੂੰ ਗੱਲ ਕਰਕੇ। ਉਹ ਵਿਚਾਰੀ ਕਿਸ ਨਾਲ ਕਹਿੰਦੇ ਅੱਛਾ ਆ ਕੇ ਕਹਿੰਦੇ ਆਪਣੇ ਚਾਚਿਆਂ ਨਾਲ ਕਰਦੀਆਂ, ਬ੍ਰਦਰਸ ਨਾਲ ਕਰਦੀਆਂ। ਫਸਟ ਟਾਈਮ ਸ਼ੀ ਓਪਨਡ, ਸ਼ੀ ਹੈਡ ਬਰੂਸਿਸ, ਕੇਮ ਇਨ ਟੂ ਅ ਹਾਊਸ ਕਿ ਮੈਨੂੰ ਅੱਜ ਮਾਰਿਆ ਗਿਆ, ਤੱਕ ਲਓ। ਉਹਦੇ ਸਾਰੇ ਚੁੱਪ ਕਰ ਗਏ। ਇੰਨਾ ਵੱਡਾ ਬੰਦਾ ਹੈ, ਦੇ ਲੁਕਿੰਗ ਐਟ ਹਿਜ਼ status, nobody can speak in front of him. ਸਾਰਿਆਂ ਨੇ ਗਿਵ ਅਪ, ਚਾਚਾ ਜੀ ਨੇ ਵੀ ਗਿਵ ਅਪ ਕਰਤਾ, ਬਈ ਨਰਿੰਦਰ ਵੀ ਕਾਂਟ ਹੈਲਪ ਯੂ ਇਨ ਦਿਸ ਮੈਟਰ। ਹੁਣ ਇੱਥੇ ਵਿਚਾਰੀ ਨੇ ਫਿਰ ਗਿਵ ਅਪ ਕਰ ਦਿੱਤਾ। ਹੁਣ ਇਹ ਮੈਸੇਜ ਮੈਂ ਇਹ ਚੀਜ਼ ਘਰ 'ਚ ਦੇਖੀ ਹੈ। ਹੁਣ ਤੁਹਾਨੂੰ ਲੋਕਾਂ ਦੀ ਹੈਲਪ ਢੂੰਢਦੇ ਹੋ, ਉਹ ਨਹੀਂ ਕਰ। ਅੱਜ ਦੀ ਔਰਤ ਨੂੰ ਇਹ ਸਮਝਣਾ ਚਾਹੀਦਾ ਕਿ ਮੈਂ ਸਟਰੋਂਗ ਹਾਂ, ਆਪਣੀ ਸਟਰੈਂਥ ਜਿਸ ਤਰ੍ਹਾਂ ਵੀ ਕਰੋ, ਜਿੱਥੋਂ ਵੀ ਲਓ ਸਟਰੈਂਥ, ਰਿਲੀਜਨ ਤੋਂ ਲਓ, ਹਿਸਟਰੀ ਤੋਂ ਲਓ, ਲੈ ਕੇ ਤੁਸੀਂ ਆਪੇ ਖੜੇ ਹੋਣਾ ਹੈ, ਆਪੇ ਸਟਰੋਂਗ ਕਰਨਾ ਹੈ, ਔਰ ਇਹਨਾਂ ਚੀਜ਼ਾਂ ਨੂੰ ਆਪ ਫਾਈਟ ਕਰਨਾ ਹੈ। ਜੇ ਮੈਂ ਆਪਣੀ ਸਿੱਖ ਕਮਿਊਨਿਟੀ ਦੀ ਗੱਲ ਕਰਾਂ, ਮੈਨੂੰ ਲੱਗਦਾ ਸਾਡੇ 'ਚ ਇਹ ਵਾਇਲੈਂਸ ਹੈ ਨਹੀਂ। ਮੈਨੂੰ ਲੱਗਦਾ ਹੋਏਗੀ ਥੋੜੀ ਬਹੁਤੀ ਵਿਜੀ ਹੈ ਕਹੀ ਇਹ ਸਭ ਪਾਸੇ ਹੈਗਾ, ਬੋਲਦੀਆਂ ਨਹੀਂ ਨਾ ਹੈਗੀਆਂ। Unfortunately, it's world around. It's not just the Sikh community, it's the world around. ਉੱਥੇ ਬਹੁਤ ਹੈ ਕਿ ਖਾਸ ਕਰਕੇ ਨੌਨ ਸਿੱਖਾਂ ਦੇ ਵਿੱਚ ਵੀ ਹੈ, ਸਿੱਖਾਂ 'ਚ ਵੀ ਹੈ, ਨੌਨ ਸਿੱਖਾਂ 'ਚ ਵੀ ਬਹੁਤ ਹੈ। ਸੌਰੀ, ਜਦੋਂ ਮੈਂ ਕੁਐਸਚਨ ਪੁੱਛਿਆ, ਮੈਂ ਵਾਸ ਬੇਸਡ ਔਨ ਦ ਯੂਕੇ ਦੀ ਮੈਂ ਗੱਲ ਕਰਦਾ ਸੀ, ਕਿਉਂਕਿ ਇੱਥੇ ਲੜਕੀਆਂ ਸਟਰੋਂਗ ਹੈਗੀਆਂ, ਪੜ੍ਹੀਆਂ ਲਿਖੀਆਂ ਨੇ, ਇਕੁਅਲੀ ਇੰਟੈਲੀਜੈਂਟ ਨੇ, ਪ੍ਰੋਫੈਸ਼ਨਲ ਨੇ ਸਾਰੀਆਂ। ਐਂਡ ਆਈ ਥਿੰਕ ਬਿਕੋਜ਼ ਉਹਨਾਂ ਪਰ ਸਟਰੋਂਗ ਹੈਗੇ ਨੇ, ਜਿੱਦਾਂ ਤੁਸੀਂ ਆਪਣੇ ਨਾਲ ਹੀ ਸਟਰੋਂਗ ਰਹੇ। ਇੱਕ ਪੰਜੀ ਕੋਲ ਗੱਲ ਬੜੀ ਜ਼ਰੂਰੀ ਹੈਗੀ ਹੈ। ਜਦੋਂ ਜੇ ਕਿਸੇ ਏਜ 'ਤੇ ਆਦਮੀ ਲੂਜ਼ ਕਰਨਾ ਬੜੀ ਵੱਡੀ ਲਾਸ ਹੁੰਦੀ ਹੈ। ਜਿਹੜੇ ਬੱਚੇ ਹੁੰਦੇ ਨਾ, ਉਹ ਜੇ ਤੇ ਮਾਂ ਸਟਰੋਂਗ ਹੋਵੇ, ਪੜ੍ਹੀ ਲਿਖੀ, ਜਿੱਦਾਂ ਤੁਸੀਂ ਸਟਰੋਂਗ ਸੀਗੇ, ਮੋਢੇ ਨਾਲ ਮੋਢਾ ਲਾ ਕੇ ਖੜੇ ਸੀਗੇ, ਬੱਚੇ ਉਸੇ ਤਰ੍ਹਾਂ ਤੁਹਾਡੀ ਰਿਸਪੈਕਟ ਕਰਨਗੇ। ਅਦਰਵਾਈਜ਼ ਆਦਮੀ ਤੋਂ ਬਾਅਦ ਬੱਚੇ ਫਿਰ ਮਾਂ ਨੂੰ ਉਸ ਤਰ੍ਹਾਂ ਟ੍ਰੀਟ ਨਹੀਂ ਕਰਦੇ। ਐਗਜ਼ੈਕਟਲੀ, ਬਿਲਕੁਲ ਠੀਕ, ਬਿਲਕੁਲ ਸੀ। ਉਹ ਵੀ ਰੂਲ ਚਾਹੁੰਦੇ। ਇਹੀ ਚੀਜ਼ ਮੈਨੂੰ ਮੋਟੀਵੇਟ ਕੀਤੀ ਕਿ ਮੈਨੂੰ ਈਜ਼ੀ ਸੀਗਾ। ਆਈ ਰੀਅਲੀ ਵਾਂਟਡ ਟੂ just collapse, you know, I didn't want to do any। ਫਿਰ ਸੋਚਿਆ ਕਿ ਇੰਨੀ ਮੁਸ਼ਕਿਲ ਨਾਲ ਔਰ ਜਿਹੜੇ ਬੰਦੇ ਨਾਲ ਇੰਨੀ ਮਿਹਨਤ ਨਾਲ ਅਸੀਂ ਇੱਕ ਚੀਜ਼ ਬਣਾਈ ਹੈ, I have to take it further। ਔਰ ਫਿਰ ਬੱਚੇ ਨਾਲ ਹੈਗੇ, ਵਿਚਾਰੇ ਰੁਲ ਜਾਣਗੇ। ਹੁਣ ਤੁਸੀਂ ਆਪ ਬੇਅਰ ਕੀਤਾ ਸਭ ਕੁਝ। ਇਟ ਵਾਜ਼ਨਟ ਈਜ਼ੀ, ਆਈ ਟੈਲ ਯੂ, ਇਟ ਵਾਜ਼ਨਟ ਈਜ਼ੀ। ਹੁਣ ਈਜ਼ੀ ਕੋ ਚੈਲੰਜਿਸ ਵੀ ਤੁਹਾਨੂੰ ਇਸ ਸਟੇਜ 'ਤੇ ਲਿਆਉਣ ਵਾਲੇ ਵੀ ਦੇਖੋ, ਚੈਲੰਜ ਆਉਂਦਾ ਹੈ ਵਾਹਿਗੁਰੂ ਦੀ ਤਰਫੋਂ। ਬਿਮਾਰੀ ਮੈਂ ਆਪਣੇ ਆਦਮੀ ਦੀ ਦੇਖੀ ਹੈ, 25 ਸਾਲ। We were in my late 20s, maybe 30 years old। 25 ਸਾਲ ਮੈਂ ਪੂਰੇ ਔਰ ਕੰਟੀਨਿਊਸ ਪ੍ਰੈਸ਼ਰ ਸਾਡੇ ਤੇ ਬਿਮਾਰੀ ਦਾ ਰਿਹਾ। ਇਹ ਹੋ ਜਾਏਗਾ, ਇਹ ਹੋ ਜਾਏਗਾ, ਇਹ ਹੋ ਜਾਏਗਾ। ਔਰ ਸਾਰੇ ਮੈਨੂੰ ਕਹਿੰਦੇ ਸੀ ਕਿ ਨਾ ਕਿ ਕਿਆ ਛੱਡ ਦੇ, ਇਹਦਾ ਤਾਂ ਕੋਈ ਫਿਊਚਰ। ਐਸੇ ਆਰ ਯੂ ਕਿਡਿੰਗ। ਤਾਂ ਉਹ ਚੀਜ਼ ਨੂੰ ਬੇਅਰ ਕਰਨਾ, ਉਹ ਵੀ ਬੜੀ ਵੱਡੀ ਚੀਜ਼ ਹੈ। ਆਪਣੀ ਜ਼ਿੰਦਗੀ ਨੂੰ ਖਤਮ ਕਰਕੇ ਚੱਲੇ ਨਾ, ਉੱਥੋਂ ਸਟਰੈਂਥ ਆ ਗਈ ਨਾ, ਤੇ ਦੈਨ ਯੂ ਮੂਵਡ ਔਨ। ਜਿੱਥੋਂ ਉੱਥੇ ਹੀ ਕੋਲੈਪਸ ਕਰਦੇ, ਉੱਥੇ ਹੀ ਤੁਸੀਂ ਸੈਲਫਿਸ਼ ਹੋ ਜਾਂਦੇ ਕਿ ਮੈਂ ਕਿਉਂ ਬੇਅਰ ਪਰ ਜੀ ਵੱਡੀ ਗੱਲ ਹੈ ਕਿ ਆਦਮੀ ਚ ਔਰਤ 'ਚ ਨਾ ਉਹ ਹਿੰਮਤ ਨਹੀਂ ਹੁੰਦੀ। ਤੁਸੀਂ ਮੈਂ ਕਹਿੰਦਾ ਮੈਂ ਲਫ਼ਜ਼ ਬਹੁਤ ਪਕੜਦਾ ਨਾ, ਤੁਸੀਂ ਗੁਰਬਾਣੀ ਵੱਲ ਲੱਗ ਗਏ, ਤੁਹਾਨੂੰ ਉੱਥੋਂ ਸ਼ਕਤੀ ਮਿਲੀ, ਤੁਹਾਨੂੰ ਉੱਥੋਂ ਪਾਵਰ ਮਿਲੀ। ਤੁਸੀਂ ਮੰਨੋ ਨਾ ਮੰਨੋ, ਆਪਣੀ ਵਿਸ਼ਵਾਸ ਦੀ ਗੱਲ ਹੁੰਦੀ ਹੈ। ਅਗਰ ਤੁਹਾਨੂੰ ਆਪਣੀ ਅਰਦਾਸ ਦੇ ਵਿੱਚ, ਆਪਣੀ ਗੁਰਬਾਣੀ 'ਚ ਤੁਹਾਨੂੰ ਯਕੀਨ ਹੈਗਾ ਨਾ, ਯੂ ਬਿਕਮ ਅ ਡਿਫਰੈਂਟ ਪਰਸਨ। ਬਹੁਤ ਤੁਸੀਂ ਕੁਝ ਖੜੇ ਹੋ ਸਕਦੇ ਹੋ ਬੜੇ। ਤੁਸੀਂ ਇਹਦੇ ਬਾਰੇ ਕੀ ਕਹੋਗੇ? ਨਹੀਂ, ਬਿਲਕੁਲ ਸਭ ਖੜੇ ਹੋ ਸਕਦੇ, ਪਰ ਹੁਣ ਇੱਥੇ ਜਿਸ ਤਰ੍ਹਾਂ ਅਸੀਂ ਇੱਥੋਂ ਦੀ ਗੱਲ ਕਰਦੇ ਹਾਂ, ਸਾਰੇ ਰਸਤੇ ਹੈਗੇ ਆ। ਜਿਹੜੀ ਗਲਤ ਗੱਲ ਕੋਈ ਵੀ ਕਰਦਾ, ਅਸੀਂ ਸੱਚਾਈ ਤੇ ਖੜੇ ਰਹਿਣਾ। ਕੋਈ ਵੀ ਗਲਤ ਗੱਲ ਕਰਦਾ, ਉਹਨੂੰ ਸਟਾਪ ਕਰਨਾ, ਉਹ ਸਾਡਾ ਫਰਜ਼ ਬਣਦਾ। ਸੁਣਾਈ ਵੀ ਹੁੰਦੀ ਹੈ, ਸੁਣਦੇ ਵੀ। ਔਰਤ ਦਾ ਫਰਜ਼ ਆ ਕਿ ਜੇ ਆਦਮੀ ਗਲਤ ਕੰਮ ਕਰਦਾ ਪਿਆ ਤਾਂ ਉਹਨੂੰ ਸਟਾਪ ਕਰੇ। ਕਿਉਂਕਿ ਗੁਰਬਾਣੀ ਵੀ ਕਹਿੰਦੀ ਹੈ, ਰੰਨਾਂ ਹੋਈਆਂ ਬੋਧੀਆਂ, ਮਰਦ ਹੋਏ ਸਯਾਦ। ਰੰਨਾਂ ਨਾ ਸਬਮਿਸਿਵ ਹੋ ਗਈਆਂ, ਤੇ ਇਹਦੇ ਕਰਕੇ ਮਰਦ ਜ਼ਾਲਮ ਹੋ ਗਏ। ਜੇ ਗੁਰਬਾਣੀ ਪੜ੍ਹੋ, ਉਸ ਵੇਲੇ ਕਹਿੰਦੇ ਆ ਕਿ ਗੁਰੂ ਸਾਹਿਬ ਇਹ ਵੀ ਕਹਿੰਦੇ ਆ ਕਿ ਜੇ ਆਦਮੀ ਗਲਤ ਕੰਮ ਕਰਦਾ, ਔਰਤ ਦੀ ਡਿਊਟੀ ਹੈ ਕਿ ਉੱਥੇ ਉਹਨੂੰ ਸਟਾਪ ਕਰੇ। ਜੇ ਆਦਮੀ ਮਾਰਦਾ ਤੇ ਸਟਾਪ ਕਰੋ, ਜੇ ਨਹੀਂ ਹੁੰਦਾ ਤੇ ਇੱਥੇ ਰਸਤੇ ਹੈਗੇ ਆ, ਸੋਸ਼ਲ ਵਰਕਰਸ ਆ, ਪੁਲਿਸ ਵਾਲੇ ਆ, ਕਿ ਉਹਦਾ ਵੀ ਇਹ ਨਹੀਂ ਹੈ ਕਿ ਤੁਸੀਂ ਆਦਮੀ ਦੇ ਖਿਲਾਫ ਜਾਂਦੇ ਪਿਓ, ਤੁਸੀਂ ਆਦਮੀ ਦੇ ਹੱਕ ਵੀ ਜਾਂਦੇ ਪਿਓ ਕਿ ਆਦਮੀ ਨੂੰ ਕਾਉਂਸਲਿੰਗ ਦੀ ਲੋੜ ਹੈ, ਉਹਨੂੰ ਗੁੱਸਾ ਆਉਂਦਾ, ਉਹਨੂੰ ਐਂਗਰ ਮੈਨੇਜਮੈਂਟ ਦੀ ਲੋੜ ਹੈ। See, all these counselings are available and nobody should
ਕੋਈ ਵੀ ਔਰਤ ਹੋਏ ਮਰਦ ਹੋਏ ਕਿਸੇ ਨੂੰ ਵੀ ਕੋਈ ਵਾਇਲੈਂਸ ਸਫਰ ਨਹੀਂ ਕਰਨੀ ਚਾਹੀਦੀ। ਇਹ ਜਿਹੜੇ ਰਸਤੇ ਆ ਇਹ ਆਦਮੀ ਦੇ ਤੁਸੀਂ ਅਹਿਸਾਨ ਕਰ ਰਹੇ ਹੋ ਕਿ ਜੇ ਉਹਨੂੰ ਕਾਉਂਸਲਿੰਗ ਦੇ ਰਹੇ ਹੋ ਕਿ ਤੇਰੇ ਅੰਦਰ ਗੁੱਸਾ ਕਿਉਂ ਆਉਂਦਾ। ਇਹ ਕੰਮ ਬਹੁਤ ਜ਼ਰੂਰੀ ਕਰਨੇ ਪਰ ਪੈਂਦੇ। ਇੱਥੇ ਤਾਂ ਉੱਦਾਂ ਵੀ ਲਾਅ ਨਹੀਂ ਹੈਗਾ ਨਾ ਕਿ ਤੁਸੀਂ ਇੱਦਾਂ ਦਾ ਕੰਮ ਵੀ ਕਰੋ ਕਿਉਂਕਿ ਬੜਾ ਸੀਰੀਅਸ ਪੈਂਚ ਹੋ ਜਾਂਦਾ। Which you will be surprisingly ladies still suffer। ਮੈਂ ਤੁਹਾਨੂੰ ਆਪੇ ਸਰਕਲ ਹੀ ਚਾਹੀਏ ਫਰੈਂਡਸ ਹੁੰਦੀਆਂ ਸੀ ਆ ਕੇ ਸੀ ਬੈਠਣਾ ਗੱਲਾਂ ਫਿਰ ਪਤਾ ਲੱਗਦਾ ਸੀ ਕਿ ਇਹ ਹੋ ਰਿਹਾ ਹੈ ਤੇ ਉਹ ਕਹਿੰਦੀ ਸੀ ਮੇਰਾ ਦਿਲ ਕਰਦਾ ਮੈਨੂੰ ਛੱਡ ਦਿਆਂ। ਈਵਨ ਆਈ ਯੂਜ਼ਡ ਟੂ ਟੈਲ them ਪਲੀਜ਼ ਮੈਂ ਕਿਹਾ ਛੱਡ ਦਿਓ ਕਿ ਕੀ ਕਰੋਗੀਆਂ ਸੋਸਾਇਟੀ ਤੁਹਾਨੂੰ ਐਜ਼ ਅ ਸਿੰਗਲ ਡਿਵੋਰਸ ਉਸ ਵੇਲੇ ਹੁਣ ਤੇ ਚਲੋ ਹਿੰਮਤ ਲਿਆ ਰਹੀਆਂ ਹੁਣ ਤੇ ਸਾਡਾ ਮੈਸੇਜ ਹੈ ਕਿ ਤੁਸੀਂ ਹਿੰਮਤ ਲਓ ਔਰ ਅੱਗੇ ਮੂਵ ਔਨ ਕਰੋ। ਪਰ ਉਸ ਟਾਈਮ ਅਸੀਂ ਆਪ ਖੁਦ ਕਹਿੰਦੇ ਸਾਂ ਨਹੀਂ ਨਹੀਂ ਇਹ ਨਹੀਂ ਸੋਚਣਾ ਬਿਲਕੁਲ ਨਹੀਂ ਸੋਚਣਾ ਕੋਈ ਗੱਲ ਨਹੀਂ ਕੋਈ ਉਹ ਕਹਿੰਦੇ ਕੋਈ ਭਾਂਡਾ ਐਸਾ ਨਹੀਂ ਹੈਗਾ ਕਿਚਨ ਦਾ ਜਿਹੜੇ ਮੇਰੇ ਸਿਰ ਤੇ ਨਹੀਂ ਪਿਆ ਹੈ। ਰਿਲੇਟਿਵ ਕੇਮ ਟੂ ਮੀ ਕਹਿੰਦੀ ਤੇ ਮੈਂ ਦੱਸੋ ਮੈਂ ਕੀ ਕਰਾਂ ਤੇ ਮੈਂ ਕਹਿੰਦੀ ਨਹੀਂ ਕੋਈ ਗੱਲ ਨਹੀਂ ਬੱਚੇ ਤੇਰੇ ਰੁਲ ਜਾਣਗੇ ਬੇਅਰ ਇਟ। ਅਸੀਂ ਆਪ ਕਹਿੰਦੇ ਸਾਂ ਬੇਅਰ ਕਰੋ। ਹੁਣ ਟਾਈਮ ਚੇਂਜ ਹੋ ਗਿਆ ਹੁਣ ਅਸੀਂ ਇਹ ਮੈਸੇਜ ਦਿੰਦੇ ਹਾਂ ਦੇਖੋ ਕਿ ਇਹ ਸਫਰਿੰਗ ਇਜ਼ ਸੋ ਅਸੀਂ ਕਹਿੰਦੇ ਬੱਚਿਆਂ ਪਿੱਛੇ ਕੋਈ ਬੱਚੇ ਤੇ ਅਫੈਕਟਡ ਹੋ ਜਾਣਗੇ ਰੋਜ਼ ਮਾਪਿਆਂ ਨੂੰ ਮਾਂ ਨੂੰ ਦੇਖੋ ਬਹੁਤ ਫਰਕ ਪੈਂਦਾ ਹੈ ਤੇ ਉਹ ਸਾਈਕੋਲੋਜੀਕਲੀ ਉਹ ਵੀ ਸਫਰ ਕਰ ਰਿਹਾ ਤੇ ਹੁਣ ਨਾਓ ਰੀਅਲਾਈਜੇਸ਼ਨ ਰਸਤਾ ਹੈਗਾ ਨਾ ਰਸਤਾ ਹੈਗਾ ਨਾ ਕੋਈ ਕਿ ਫਾਈਨਲ ਹੈ ਰਸਤਾ ਹੈਗਾ ਕਿ ਕਾਉਂਸਲਿੰਗ ਦਵਾਓ ਤੇ ਅਪਰੋਪਰੀਏਟ ਅਥਾਰਟੀਜ਼ ਨੂੰ ਦੱਸੋ ਔਰ ਆਦਮੀ ਨੂੰ ਸਮਝਾਉਣ ਨਾਲ ਕਿਉਂਕਿ ਜੇ ਛੱਡ ਦੋ ਤੇ ਉਹਨੇ ਫਿਰ ਇੰਝ ਹੀ ਕਰੀ ਜਾਣਾ। ਮੈਂ ਨਾ ਦੋਨਾਂ ਨੂੰ ਸਵਾਲ ਪੁੱਛਣਾ ਬਿਕਾਜ਼ ਮੈਨੂੰ ਗਲਤ ਨਹੀਂ ਹੈ ਸਹੀ ਹੈਗਾ ਇੱਕ ਤਰ੍ਹਾਂ ਦਾ ਕਿਉਂਕਿ ਹੁਣ ਜੇ ਮੈਂ ਜ਼ਿੰਦਗੀ ਦੀ ਗੱਲ ਕਰਾਂ ਜਦੋਂ ਨਾ ਆਦਮੀ ਇੱਕ ਸਾਡੇ 'ਚ ਈਗੋ ਬਹੁਤ ਹੈਗੀ ਹੈ ਮਰਦ ਦੇ ਵਿੱਚ ਉਹ ਬਹੁਤ ਮਾਰ ਜਾਂਦੇ ਹੈ ਇਨਸਾਨ ਹੁਣ ਵੀ ਇਹ ਸੈਂਚੁਰੀ 'ਚ ਹੈਗੀ ਉਹ ਜਦੋਂ ਆਦਮੀ ਆਪਣੀ ਈਗੋ ਦਿਖਾਉਂਦਾ ਕਿ ਮੈਂ ਉੱਪਰ ਰਹਿਣਾ ਜੇ ਉਹ ਬਰਾਬਰ ਹੋ ਜਾਏ ਜਾਂ ਥੱਲੇ ਹੋ ਜਾਏ ਫਿਰ ਉਹਨੂੰ ਮਿਹਨਤ ਦੇਣ ਲੱਗ ਜਾਂਦੇ ਕਿ ਤੂੰ ਤੀਵੀਂ ਦੇ ਥੱਲੇ ਲੱਗ ਗਏ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਜਿਹੜੀ ਈਗੋ ਹੈ ਨਾ ਬੜੀ ਗਲਤ ਹੈ। ਇਹੋ ਗੱਲ ਹੈ ਕਿ ਸਾਨੂੰ ਬੱਚਿਆਂ ਨੂੰ ਜਿਸਲੇ ਪਾਲਦੇ ਆ ਔਰਤ ਤੇ ਲੜਕੀ ਤੇ ਲੜਕੇ ਨੂੰ ਇਕੁਅਲੀ ਟ੍ਰੀਟਮੈਂਟ ਦੇਣਾ ਇਕੁਅਲੀ ਪੜ੍ਹਾਉਣਾ ਇਕੁਅਲੀ ਜਾਚ ਸਿਖਾਉਣੀ ਹੈ ਕਿ ਤੁਸੀਂ ਕਿਚਨ 'ਚ ਵੀ ਕੰਮ ਕਰਨਾ ਬਾਹਰ ਵੀ ਕਰਨਾ ਕਿਉਂਕਿ ਹੁਣ ਬੱਚੇ ਯੂਨੀਵਰਸਿਟੀਆਂ 'ਚ ਜਾਂਦੇ ਆ। ਹੁਣ ਮੇਰੇ ਗ੍ਰੈਂਡ ਚਿਲਡਰਨ ਯੂਨੀਵਰਸਿਟੀ 'ਚ ਮੁੰਡੇ ਕੀ ਤੇ ਕੁੜੀਆਂ ਕੀ ਉਹਨਾਂ ਨੂੰ ਕੌਣ ਰੋਟੀ ਬਣਾ ਕੇ ਦਿੰਦਾ ਆਪੇ ਬਣਾਉਂਦੇ ਹਨ। ਮਾਂ ਨੇ ਸਿਖਾਇਆ ਮਾਵਾਂ ਉਹ ਘਰ ਆਉਂਦੇ ਨੇ ਮਾਵਾਂ ਸਿਖਾਉਂਦੀਆਂ ਇੰਝ ਕਰੋ ਇੰਝ ਕਰੋ ਇੰਝ ਕਰੋ। ਇਹ ਸਾਡਾ ਫਰਜ਼ ਹੈ ਪਿਓ ਦਾ ਵੀ ਫਰਜ਼ ਹੈ। ਇਸ ਕਰਕੇ ਨਾ ਸਾਨੂੰ ਆਪਣੇ ਫਰਜ਼ ਨਿਭਾਉਣੇ ਹੈ। ਜਿਸ ਵੇਲੇ ਅਸੀਂ ਫੈਮਿਲੀ ਬੱਚਿਆਂ ਨੂੰ ਵੱਡਿਆ ਕਰਦੇ ਪਏ ਹਾਂ ਉਹਨਾਂ ਨੂੰ ਸਾਰੀਆਂ ਗੱਲਾਂ ਸਿਖਾਉਣੀਆਂ ਕਿ ਔਰਤ ਤੇ ਮਰਦ ਇਕੁਅਲ ਹੈ। ਇੱਕ ਅੱਜ ਮੁੰਡਿਆਂ ਦਾ ਯੰਗ ਬॉयਜ਼ ਦਾ ਫਰਜ਼ ਹੈ ਕਿ ਉਹ ਲੜਕੀਆਂ ਦੀ ਇੱਜ਼ਤ ਕਰਨ ਲੜਕੀਆਂ ਨੂੰ ਪਿਆਰ ਤੇ ਸਤਿਕਾਰ ਦੇਣ ਵਿਆਹ ਕਰਕੇ ਆਉਂਦੇ ਆ ਉਹ ਔਰਤ ਨੂੰ ਪੂਰਾ ਸਤਿਕਾਰ ਦੇਣ ਬਰਾਬਰਤਾ ਦਾ ਕੋਈ ਉਹ ਘੱਟ ਨਹੀਂ ਆ। ਅੱਜ ਕੱਲ੍ਹ ਬੱਚੇ ਸਾਰੇ ਪੜ੍ਹੇ ਲਿਖੇ ਪੜ੍ਹਿਆਂ ਨਾਲ ਹੀ ਵਿਆਹ ਕਰਦੇ ਆ ਤੇ ਨਾ ਜਿਹੜੇ ਕੰਮਾਂ ਵਾਲੇ ਆ ਸਾਰੀਆਂ ਕੰਮਾਂ ਕਰਦੇ ਆ ਕੰਮ ਕਾਜ ਕਰਦੀਆਂ ਇਕੁਅਲੀ ਸਟੇਟਸ ਵੀ ਇਕੁਅਲ ਹੁੰਦਾ ਤੇ ਫਿਰ ਕਿੱਥੋਂ ਆਦਮੀ ਦਾ ਸਟੇਟਸ ਵੱਧ ਆ ਗਿਆ। ਜੇ ਆਦਮੀ ਕਹਿੰਦਾ ਸਟੇਟਸ ਤੇ ਉਹ ਸਿੱਖ ਹੀ ਨਹੀਂ ਹੈ। ਮੈਂ ਤਾਂ ਕਹਿੰਦੀ ਹਾਂ ਜਿਹੜਾ ਆਦਮੀ ਕਹਿੰਦਾ ਨਾ ਕਿ ਮੈਂ ਉੱਚਾ ਵਾਂ ਤੇ ਔਰਤ ਨੀਵੀਂ ਹੈ ਉਹ ਸਿੱਖ ਨਹੀਂ ਹੋ ਸਕਦਾ ਕਿ ਜੇ ਸਿੱਖ ਹੈ ਤਾਂ ਫਿਰ ਉਹਨੇ ਗੁਰਬਾਣੀ ਨਹੀਂ ਪੜ੍ਹੀ ਹੈ। ਗੁਰਬਾਣੀ ਪੜ੍ਹੋ ਗੁਰੂ ਸਾਹਿਬ ਨੇ ਤਾਂ ਕਿਹਾ ਇੱਕ ਵਾਹਿਗੁਰੂ ਹੈ ਇੱਕ ਪੁਰਖ ਸਭ ਨਾਰੀ ਇੱਕ ਵਾਹਿਗੁਰੂ ਆਦਮੀ ਹੈ ਅਸੀਂ ਸਾਰੀਆਂ ਇਕੁਅਲ ਉਹਦੀਆਂ ਬਰਾਈਡਸ ਆ। ਇਹਦੇ ਤੇ ਉਸ ਤੋਂ ਅੱਗੇ ਤੁਹਾਨੂੰ ਹੋਰ ਕੀ ਕਹਿ ਸਕਦਾ ਨਾ ਨਾਰੀ ਪੁਰਖ ਸਰਵ ਇੱਕੋ ਲੋਏ ਇਜ਼ ਲਾਈਟ। ਆਦਮੀ ਤੇ ਔਰਤ ਦੇ ਵਿੱਚ ਉਹ ਇੱਕੋ ਹੀ ਲਾਈਟ ਹੈ ਸਭਨਾਂ ਦੀ। ਇਸ ਕਰਕੇ ਕਿਉਂਕਿ ਮੈਂ ਤਾਂ ਜਿਸਲੇ ਮੈਨੂੰ ਤਾਂ ਇਤਿਹਾਸ ਦਾ ਸ਼ੌਂਕ ਹੈ ਮੈਂ ਇਤਿਹਾਸ ਪੜ੍ਹਦੀ ਹਾਂ। ਅਸੀਂ ਕਿੰਨੇ ਮਾਣ ਨਾਲ ਕਹਿੰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਖਾਲਸਾ ਰਾਜ ਸੀ। ਉਹ ਕਿੰਨੇ ਬਣਾਇਆ ਸੀ ਇੱਕ ਔਰਤ ਨੇ ਰਾਣੀ ਸਦਾ ਕੌਰ ਉਹਦੀ ਮਦਰ ਇਨ ਲਾਅ ਸੀ। ਉਹ 9 ਸਾਲ ਦਾ ਸੀ ਜਦੋਂ ਉਹਦੇ ਫਾਦਰ ਦੀ ਡੈਥ ਹੋ ਗਈ ਸੀ। ਰਾਣੀ ਸਦਾ ਕੌਰ ਨੇ ਉਹਦਾ ਰਾਜ ਬਣਾਇਆ। ਉਹ ਆਪ ਆਰਮੀ ਦੀ ਕਮਾਂਡ ਕਰਦੀ ਸੀ। ਥਾਂ ਅੰਮ੍ਰਿਤਸਰ ਉਹਨੇ ਜਿੱਤਿਆ ਲਾਹੌਰ ਉਹਨੇ ਜਿੱਤਿਆ ਸਾਰੀਆਂ ਜਿਹੜੀਆਂ ਸੀ ਉਹਨੇ ਜਿੱਤੀਆਂ ਤੇ 18 ਸਾਲ ਦਾ ਸੀ ਉਹਨੂੰ ਮਹਾਰਾਜਾ ਬਣਾ ਦਿੱਤਾ। ਅਸੀਂ ਬੜਾ ਮਾਣ ਕਰਦੇ ਹਾਂ ਕਿ ਉਹਦਾ ਰਾਜ ਬਹੁਤ ਵਧੀਆ ਸੀ ਬਹੁਤ ਵਧੀਆ ਸੀ। ਅਜੇ ਤੱਕ ਉਹਦੇ ਵਰਗਾ ਰਾਜ ਨਹੀਂ ਕੋਈ ਕਰ ਸਕਿਆ ਜਿਹਨੇ ਸਾਰੇ ਧਰਮਾਂ ਨੂੰ ਇਕੁਅਲੀ ਕੀਤਾ। ਪਰ ਜਿਹੜੇ ਇਤਿਹਾਸਕਾਰ ਆ ਨਾ ਜਿਹੜੇ ਅੰਗਰੇਜ਼ ਇਤਿਹਾਸਕਾਰ ਆ ਉਹਨਾਂ ਨੇ ਲਿਖਿਆ ਕਿ ਸ਼ੀ ਵਾਜ਼ ਦਾ ਲੈਡਰ ਉਹ ਪੌੜੀ ਸੀ ਜਿੱਤੇ ਮਹਾਰਾਜਾ ਰਣਜੀਤ ਸਿੰਘ ਚੜ੍ਹਿਆ। ਪਰ ਜਿਹੜੇ ਸਾਡੇ ਆਪਣੇ ਸਿੱਖ ਹੈ ਨਾ ਇਤਿਹਾਸਕਾਰ ਉਹਨੂੰ ਭੁੱਲ ਜਾਂਦੇ। ਮੈਨੂੰ ਇੱਕ ਬਹੁਤ ਅੱਛਾ ਲੱਗਦਾ ਸਾਡੇ ਦੋਨੇ ਭੈਣਾਂ ਨੇ ਇਹ ਸਬਜੈਕਟ ਚੂਜ਼ ਕੀਤਾ ਸੀਗਾ ਵੂਮਨਸ ਡੇ ਤੋਂ ਸਟਾਰਟ ਹੋਈ ਸੀਗੀ। ਇੱਕ ਵੂਮਨਸ ਡੇ ਬੜਾ ਸਿੰਪਲ ਲਫ਼ਜ਼ ਸੀਗਾ ਆਪਾਂ ਡਿਸਕਸ ਕੀਤਾ ਸੀ ਕਿਉਂ ਮਨਾਇਆ ਜਾਂਦਾ ਕਾਹਤੇ ਮਨਾਇਆ ਜਾਂਦਾ ਉਹ ਸਾਡੇ ਰਿਲੀਜਨ 'ਚ ਵੀ ਹੈਗਾ ਉਹ ਬਿਲਕੁਲ ਹੈਗਾ ਆ।
ਤੇ ਬਾਕੀ ਨਾ ਹੁਣ ਦੂਸਰੀ ਗੱਲ ਅਸੀਂ ਅੱਗੇ ਮੂਵ ਕਰੀ ਜਾਂਦੇ ਹਾਂ, ਹੋਰ ਡੀਪ ਜਾਈ ਜਾਂਦੇ ਹਾਂ ਸਬਜੈਕਟ ਦੇ ਵਿੱਚ। ਵਾਇਲੈਂਸ ਦੀ ਤੁਸੀਂ ਗੱਲ ਕਰਦੇ ਹੋ, ਇਕੁਐਲਿਟੀ ਦੀ ਗੱਲ ਕਰਦੇ ਹੋ, ਹੋਰ ਆਪਾਂ ਗੱਲਾਂ ਕਰਦੇ ਹਾਂ। ਮੇਰੇ ਹਿਸਾਬ ਨਾਲ ਭੈਣ ਜੀ ਤੁਸੀਂ ਆਪੋ ਆਪਣੇ ਹਿਸਾਬ ਨਾਲ ਇੰਡੀਵਿਜੂਅਲੀ ਬੜੇ ਐਕਸਪੀਰੀਅੰਸ ਆਪਣੇ ਲਾਈਫ ਦੇ ਵਿੱਚ ਹੈਗੇ ਹੋ, ਰੋਲ ਮਾਡਲ ਹੋ, ਲੋਕ ਬੜਾ ਕੁਝ ਸਿੱਖਣਗੇ। ਮੈਂ ਪਹਿਲਾਂ ਚਾਹਾਂਗਾ ਤੁਹਾਨੂੰ ਭੈਣ ਜੀ, ਜੇ ਤੁਸੀਂ ਕੈਮਰੇ ਵੱਲ ਦੇਖ ਕੇ ਇੱਕ ਅੱਧੇ ਮਿੰਟ ਵਿੱਚ ਨਾ ਪਲੀਜ਼, ਜਦੋਂ ਮੈਂ ਕਹਿੰਦਾ ਕੋਈ ਨਾ ਕੋਈ ਬੰਦਾ ਲਫ਼ਜ਼ ਕਹਿ ਜਾਂਦਾ ਨਾ ਤੇ ਬੰਦੇ 'ਚ ਹਿੰਮਤ ਆ ਜਾਏਗੀ। ਉਹ ਜੇ ਕੋਈ ਆਪਣਾ ਸਫ਼ਰ ਕਰ ਰਿਹਾ ਸਾਲਾਂ ਦੇ ਵਿੱਚ, ਉਹ ਉੱਠ ਕੇ ਆਪਣੀ ਆਵਾਜ਼ ਉਠਾਏਗਾ ਕਿ ਮੈਂ ਪ੍ਰੋਗਰਾਮ ਦੇਖਿਆ ਸੀ, ਆਈ ਥਿੰਕ ਦਿਸ ਇਜ਼ ਵਾਟ ਆਈ ਸ਼ੁਡ ਡੂ। ਤੁਸੀਂ ਕੀ ਐਡਵਾਈਸ ਦੇਣਾ ਚਾਹੋਗੇ? ਦੇਖੋ ਵਿੱਚ ਹੀ ਮੈਂ ਇਹੀ ਕਹਿਣਾ ਚਾਹੁੰਦੀ, ਦੇਖੋ ਅਸੀਂ ਤਾਂ ਆਪਣੀ ਜ਼ਿੰਦਗੀ ਜਿਸ ਤਰ੍ਹਾਂ ਕੱਢੀ, ਆਪਣੇ ਨਵੇਂ ਬੱਚਿਆਂ ਵਾਸਤੇ, ਭੈਣਾਂ ਵਾਸਤੇ ਹੈਗਾ ਹੈ ਕਿ ਦੇਖੋ ਤੁਸੀਂ ਹਰ ਫੀਲਡ ਵਿੱਚ ਯੂ ਪ੍ਰੂਵਡ ਇਟ, ਤੁਸੀਂ ਹਰ ਫੀਲਡ ਵਿੱਚ ਦੇਖੋ, ਡਾਕਟਰ, ਇੰਜੀਨੀਅਰ, ਪਾਇਲਟ, ਕੋਈ ਹਰ ਫੀਲਡ ਵਿੱਚ ਤੁਸੀਂ ਅੱਗੇ ਨਿਕਲਿਆ ਹੋ, ਤੇ ਤੁਸੀਂ ਐਸੇ ਤਰ੍ਹਾਂ ਹਿੰਮਤ ਕਰਦੀਆਂ ਰਹੋ। ਤੁਹਾਨੂੰ ਕਿਸੇ ਕੋਲ ਦੇਖਣ ਦੀ ਲੋੜ ਨਹੀਂ ਹੈਗੀ, ਹਿੰਮਤ ਤੁਹਾਨੂੰ ਆਪਣੇ ਕੋਲ, ਤੁਹਾਡੇ ਕੋਲ ਹੈਗੀ ਹੈ ਸਟਰੈਂਥ। ਤੁਸੀਂ ਉਸ ਹਿੰਮਤ ਨੂੰ ਕੱਢੋ ਔਰ ਆਪਣੇ ਆਪ ਨੂੰ ਸਟਰੋਂਗ ਕਰੋ ਕਿਸੇ ਫੀਲਡ ਦੀ। ਹਾਂ, ਅਵੇਅਰਨੈਸ ਇਹ ਹੈ ਅਸੀਂ ਲਿਆਉਣਾ ਚਾਹੁੰਦੇ ਹਾਂ ਕਿ ਕਿਸੇ ਨੇ ਆ ਕੇ ਕਿਸੇ ਦੀ ਹੈਲਪ ਵੱਲ ਨਾ ਦੇਖੋ। ਤੁਹਾਡੇ ਕੋਲ ਰਿਲੀਜਨ ਹੈ, ਮੈਂ ਤਾਂ ਸਭ ਤੋਂ ਜ਼ਿਆਦਾ ਤੁਹਾਨੂੰ ਕਹਿੰਦੀ, ਤੁਹਾਡੇ ਕੋਲ ਗੁਰੂ ਗ੍ਰੰਥ ਸਾਹਿਬ, ਸਿੱਖ ਔਰਤਾਂ ਨੂੰ ਇਸ ਕਰਕੇ ਵੀ ਆਰ ਪ੍ਰਿਵਿਲੇਜਡ ਲੇਡੀਜ਼ ਹੈਗੀਆਂ, ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਹੈਗਾ, ਹਰ ਚੀਜ਼ ਦਾ ਵੀਰ ਜੀ ਜਵਾਬ ਹੈਗਾ। ਹਰ ਅਵਸਥਾ, ਤੁਹਾਡੀ ਮਨ ਦੀ ਕੋਈ ਅਵਸਥਾ ਹੈਗੀ ਹੈ, ਯੂ ਗੋ ਟੂ ਗੁਰੂ ਗ੍ਰੰਥ ਸਾਹਿਬ, ਤੁਹਾਨੂੰ ਉੱਥੋਂ ਇੰਨਾ ਮਿਲ ਜਾਂਦਾ ਆਰਾਮ। ਉੱਥੋਂ ਸਟਰੈਂਥ ਲਓ ਤੇ ਆਪਣੇ ਹਰ ਫੀਲਡ ਵਿੱਚ ਤੁਸੀਂ ਆਪਣੀ ਮਦਦ ਪਹਿਲਾਂ ਕਰੋ, ਆਪਣੇ ਆਪ ਨੂੰ ਸਟਰੋਂਗ ਕਰੋ। ਫਿਰ ਜਿੱਥੇ ਤੁਸੀਂ ਦੇਖਦੇ ਹੋ ਕਿ ਤੁਹਾਨੂੰ ਹੋਰ ਭੈਣਾਂ ਨੂੰ ਲੋੜ ਹੈ, ਅਵੇਅਰਨੈਸ ਲਿਆਓ, ਹੈਲਪ ਕਰੋ ਔਰ ਆਪਣਾ ਇਸ ਦੁਨੀਆ ਨੂੰ ਅੱਗੋਂ ਫਿਰ ਬੱਚਿਆਂ ਦੇ ਦੇਖੋ, ਇਸੇ ਤਰ੍ਹਾਂ ਬੱਚੇ ਸਟਰੋਂਗ ਬਣਨਗੇ ਤੇ ਦੁਨੀਆ 'ਚ ਇਹ ਜਿਹੜੀ ਪ੍ਰੋਬਲਮ ਇਸ ਮੈਨ ਈਗੋ ਜਿਹੜੀ ਹੈ ਇਹ ਖਤਮ। ਇਹ ਆਦਮੀ ਨੂੰ ਤੁਸੀਂ ਰਿਅਲਾਈਜ਼ ਕਰਾ ਸਕਦੇ ਹੋ ਕਿ ਅਸੀਂ ਇਕੁਅਲ ਹਾਂ। ਇਹ ਚੀਜ਼ ਖਤਮ ਹੋਏਗੀ ਤੇ ਸੰਸਾਰ ਬਿਲਕੁਲ ਆਪਣਾ ਅੱਛਾ ਜੋ ਅਸੀਂ ਚਾਹੁੰਦੇ ਹਾਂ। ਦੁਨੀਆ ਲੇਡੀਜ਼ ਨੇ ਬਹੁਤ ਸਫਰ ਕੀਤਾ ਹੈ, ਹੁਣ ਕਾ ਬੰਦਾ ਕਹਿੰਦਾ ਇਨਫ ਇਜ਼ ਇਨਫ। ਹੁਣ ਤੁਸੀਂ ਉੱਠੋ ਔਰ ਆਪਣੇ ਆਪ ਨੂੰ, ਡੋਂਟ ਲੈਟ ਪੀਪਲ ਫੀਲ ਸੌਰੀ ਫॉर ਯੂ। ਤੁਸੀਂ ਆਪਣੇ ਅੰਦਰੋਂ ਸਟਰੈਂਥ ਕੱਢੋ ਔਰ ਆਪਣੇ ਆਪ ਨੂੰ ਹਰ ਚੀਜ਼ ਤੋਂ ਆਪੇ, ਐਜ਼ ਯੂ ਸੇ ਕਾਉਂਸਲਿੰਗ ਅਵੇਲੇਬਲ ਹੈ, ਹਰ ਚੀਜ਼ ਅਵੇਲੇਬਲ ਹੈ, ਟੇਕ ਐਡਵਾਂਟੇਜ ਆਫ ਦੈਟ ਐਂਡ ਆਪਣੇ ਆਪ ਨੂੰ ਸਟਰੋਂਗ ਬਣਾ ਕੇ ਤੇ ਆਪਣੀ ਜ਼ਿੰਦਗੀ ਨੂੰ ਬੜੀ ਅੱਛੀ ਤਰ੍ਹਾਂ ਸਮੂਥਲੀ, ਤਾਂ ਕਿ ਅਸੀਂ ਕੱਲ੍ਹ ਵਾਹਿਗੁਰੂ ਨੂੰ ਫੇਸ ਕਰੀਏ। ਤੇ ਇੱਥੇ ਦੀ ਗੱਲ ਹੈ, ਆਦਮੀ ਔਰਤ ਇੱਥੇ ਦੀ ਗੱਲ ਹੈ, ਇੱਥੇ ਤਾਂ ਜੋਤ ਨੇ ਜਾਣਾ ਹੈ। ਦੇਖੋ ਇੱਕ ਚੀਜ਼ ਨੇ, ਦੇਖੋ ਗੁਰੂ ਸਾਹਿਬ ਨੇ ਕਿਹਾ ਨਹੀਂ, ਖਾਲੀ ਪ੍ਰੂਵ ਵੀ ਕੀਤਾ ਹੈ। ਜੋ ਹੁਣ ਦੇਖੋ ਮੁਸਲਮਾਨ ਬੋਡੀ ਨੂੰ ਦਬਾ ਦਿੰਦੇ ਆ, ਫਿਰ ਵੀ ਜੇ ਉਹ ਆਦਮੀ ਦੀ ਬੋਡੀ ਹੈ ਜਾਂ ਔਰਤ ਦੀ ਬੋਡੀ, ਉੱਥੇ ਸਾਡੀ ਉਸੇ ਟਾਈਮ ਜਲਾ ਦਿੱਤੀ ਜਾਂਦੀ ਹੈ ਕਿ ਇੱਥੇ ਹੀ ਖਤਮ। ਇਹ ਜਿਹੜੀ ਬੋਡੀ ਸੀਗੀ ਔਰਤ ਦੀ ਜਾਂ ਆਦਮੀ ਦੀ, ਇੱਥੇ ਹੀ ਖਤਮ ਹੈ, ਜੋਤ ਜਾ ਰਹੀ ਹੈ ਅੱਗੇ। ਤੇ ਇੰਨਾ ਸਟਰੋਂਗਲੀ, ਤੇ ਨਾ ਤੁਸੀਂ ਵੀਕ ਹੋ, ਨਾ ਤੁਸੀਂ ਇਹ ਹੈਗਾ ਕਿ ਆਪਣੇ ਆਪ ਨੂੰ ਉਸ ਜੋਤ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੀ ਤੁਸੀਂ ਬਹੁਤ ਅੱਛਾ ਦਿੱਤਾ ਹੈ। ਮੈਂ ਇਹਨੂੰ ਸਮਨ ਅਪ ਕਰ ਦਿੰਦਾ ਥੋੜ੍ਹਾ ਜਿਹਾ। ਹਰ ਔਰਤ, ਮੈਂ ਜੇ ਸਿੱਖਾਂ ਦੀ ਕਮਿਊਨਿਟੀ ਦੀ ਗੱਲ ਕਰਾਂ, ਕਿਉਂਕਿ ਆਪਣਾ ਸਿੱਖ ਚੈਨਲ ਆਪਣੇ ਜ਼ਿਆਦਾ ਲੋਕ ਦੇਖਦੇ ਨੇ, ਔਰਤ ਨੂੰ ਸ਼ੇਰਨੀ ਬਣਨਾ ਪੈਂਦਾ ਤਾਂ ਹੀ ਬੱਚਾ ਸ਼ੇਰ ਬਣੇਗਾ। ਜੇ ਉਹ ਸ਼ੇਰਨੀ ਬਣੇਗੀ, ਜੇ ਉਹ ਪਹਿਲਾਂ ਹੀ ਆਪ ਗਿੱਦੜ ਵਾਂਗੂ ਡਰੀ ਰਹੇਗੀ, ਕਮਜ਼ੋਰ ਰਹੇਗੀ, ਤੇ ਬੱਚੇ 'ਚ ਹਿੰਮਤ ਕਿੱਥੋਂ ਆਏਗੀ? ਕਿਉਂਕਿ ਤੁਸੀਂ ਜਦੋਂ ਤੁਹਾਨੂੰ ਦੁਨੀਆ ਸਭ ਦੇਖ ਰਹੀ ਆ, ਅਕਾਲ ਚੱਲਣ ਦੇ ਜਿੱਥੇ ਵੀ ਵਿਊਜ਼ ਬੈਠੇ ਦੁਨੀਆ ਭਰ, ਤੇ ਕੋਈ ਨਾ ਕੋਈ, ਮੈਂ ਹਮੇਸ਼ਾ ਇੱਕ ਲਫ਼ਜ਼ ਕਹਿ ਲੈਂਦਾ ਭੈਣ ਜੀ, ਦੋਨੋਂ ਤੁਸੀਂ ਐਗਰੀ ਕਿ ਨਹੀਂ, ਤੁਸੀਂ ਕਈ ਦਫਾ ਕੋਈ ਲਫ਼ਜ਼ ਕਹਿ ਦਿੰਦੇ ਉਹ ਦਿਲ 'ਚ ਉਤਰ ਜਾਂਦਾ ਹੈ, ਬੰਦੇ ਦੀ ਜ਼ਿੰਦਗੀ ਚੇਂਜ ਹੋ ਸਕਦੀ ਹੈ। ਬੜਾ ਫਰਕ ਪਿਆ। ਭੈਣ ਜੀ ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਇਹ ਕਹਿਣਾ ਕਿ ਔਰਤ ਤੇ ਮਰਦ ਦੋਨੋਂ ਹੀ ਰਲ ਕੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰੋ, ਦੋਨੋਂ ਨੂੰ ਇਕੁਅਲੀ ਟਰੀਟ ਕਰੋ, ਇਕੁਅਲੀ ਉਹਨਾਂ ਨੂੰ ਜ਼ਿੰਮੇਵਾਰੀਆਂ ਸਮਝਾਓ, ਇਕੁਅਲੀ ਉਹਨਾਂ ਦੇ ਰਾਈਟਸ ਹੋਣ। ਇਹ ਨਹੀਂ ਕਿ ਲੜਕੇ ਨੂੰ ਰਾਈਟਸ ਜ਼ਿਆਦਾ ਤੇ ਲੜਕੀ ਨੂੰ ਘੱਟ ਹੈਗਾ। ਉਹਨਾਂ ਨੂੰ ਇਕੁਅਲੀ ਸਾਰਾ ਕੁਝ ਸਮਝਾਓ, ਇਕੁਅਲੀ ਕਰ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਉਸ ਵਾਹਿਗੁਰੂ ਦੇ ਬੱਚੇ ਹਾਂ, ਜਿਹੜੇ ਸਾਡਾ, ਜਿਸ ਗੁਰੂ ਨੇ ਸਾਨੂੰ ਇਕੁਐਲਿਟੀ ਦਿੱਤੀ ਹੈ, ਅਸੀਂ ਉਹੀਓ ਜਿਹੜਾ ਨਾ ਉਸੇ ਤਰ੍ਹਾਂ ਪਰਵਰਿਸ਼ ਵੇਲੇ ਅਸੀਂ ਕੋਈ ਫਰਕ ਨਹੀਂ ਰੱਖਣਾ ਬੱਚਿਆਂ ਦਾ। ਔਰ ਮੈਂ ਤੇ ਆਦਮੀਆਂ ਨੂੰ ਵੀ ਕਹਾਂਗੀ ਕਿ ਆਪਣੀਆਂ ਰਿਸਪੌਂਸਿਬਿਲਿਟੀਜ਼ ਲਵੋ, ਇਹ ਨਾ ਸਿਰਫ ਰਾਈਟਸ ਰੱਖੋ, ਰਿਸਪੌਂਸਿਬਿਲਿਟੀਜ਼ ਵੀ ਲਵੋ। ਜਿਹੜਾ ਘਰ ਹੈ ਨਾ, ਜਿਸ ਤਰ੍ਹਾਂ ਚਲਾਉਣਾ ਹੈ, ਕਿ ਜਿਸ ਤਰ੍ਹਾਂ ਤੁਸੀਂ ਇੰਨੇ ਵੱਡੇ ਬਿਜ਼ਨਸਮੈਨ, ਇੰਨੇ ਵੱਡੇ ਡਾਕਟਰਸ, ਇੰਜੀਨੀਅਰਸ, ਲਾਈਕ ਅ ਕੰਪਨੀ, ਜਿਹੜੀ ਮੈਂ ਇਹ ਕੰਮ ਕਰਨਾ ਤੇ ਤੁਸੀਂ ਇਹ ਕੰਮ ਕਰਨਾ, ਦੋਨਾਂ ਨੇ ਰਲ ਕੇ ਘਰ ਦੇ ਕੰਮ ਕਰਨੇ। ਇਹ ਨਹੀਂ ਹੈ ਕਿ ਅੱਜ ਮੈਂ ਭਾਂਡੇ ਧੋਤੇ ਤੇ ਕੱਲ ਤੁਸੀਂ ਧੋਣੇ, ਜੇ ਅੱਜ ਮੈਂ ਰੋਟੀ ਬਣਾਈ। ਕਿਉਂਕਿ ਤੁਸੀਂ ਡਿਸਾਈਡ ਕਰੋ ਕਿ ਕਿਹੜਾ ਕੰਮ ਤੁਸੀਂ ਕਰ ਸਕਦੇ ਹੋ, ਕਿਹੜਾ ਕੰਮ ਮੈਂ ਕਰ ਸਕਦੀ ਹਾਂ, ਈਜ਼ੀ ਹੈ, ਤੇ ਜਿਹੜੇ ਕੰਮ ਦੋਨੋਂ ਨਹੀਂ ਕਰ ਸਕਦੇ ਉਹ ਸਿੱਖੋ। ਕਿਉਂਕਿ ਇੰਝ ਕੰਪਨੀ ਚਲਾਉਂਦੇ ਆ ਨਾ ਕਿ ਇਹ ਬੰਦਾ ਇਹ ਕਰੇਗਾ, ਪਰ ਇਹ ਕੰਮ ਦੀ ਲੋੜ ਹੈ, ਚਲੋ ਤੁਸੀਂ ਨਵਾਂ ਬੰਦਾ ਇੰਪਲੋਏ ਕਰ ਦਿਓ। ਇਸੇ ਤਰ੍ਹਾਂ ਤੁਸੀਂ ਸਿੱਖੋ, ਪਰ ਇਸ ਗੱਲ ਦਾ ਧਿਆਨ ਰੱਖੋ ਕਿ ਹੰਕਾਰ ਨਹੀਂ ਹੈ ਕਿ ਮੈਂ ਆਦਮੀ ਹਾਂ, ਤੇ ਇਹ ਵੀ ਨਹੀਂ ਹੈਗਾ ਕਿ ਮੈਂ ਸਬਮਿਸਿਵ ਔਰਤ ਹਾਂ, ਅਬਲਾ ਹਾਂ, ਮੇਰਾ ਕੁਛ ਨਹੀਂ।
ਅਸੀਂ ਇਕੁਅਲ ਆ। ਵਾਹਿਗੁਰੂ ਨੇ ਸਾਨੂੰ ਇਕੁਅਲਿਟੀ ਦਿੱਤੀ ਹੈ, ਗੁਰੂ ਸਾਹਿਬ ਨੇ ਸਾਨੂੰ ਸਭ ਨੂੰ ਇਕੁਅਲਿਟੀ ਦਿੱਤੀ ਹੈ। ਸਾਨੂੰ ਕੋਈ ਰੇਲਾਂ ਨਾਲ ਨਹੀਂ ਬੰਨਣਾ ਪਿਆ, ਸਾਨੂੰ ਕੋਈ ਜੇਲ੍ਹਾਂ 'ਚ ਨਹੀਂ ਜਾਣਾ ਪਿਆ, ਸਾਨੂੰ ਕੋਈ ਫੋਰਸ ਫੀਡ ਨਹੀਂ ਕੀਤੀ ਪਈ, ਕੋਈ ਹੰਗਰ ਸਟ੍ਰਾਈਕਸ ਨਹੀਂ ਕਰਨੀਆਂ ਪਿਆ। ਗੁਰੂ ਸਾਹਿਬ ਨੇ ਕਿਹਾ ਤੂੰ ਮੇਰੀ ਬੱਚੀ ਹੈ। ਜੇ ਤੂੰ ਆਰਮੀ 'ਚ ਮਾਤਾ ਭਾਗੋ ਨੇ ਜਿਸਲੇ ਗਈ ਹੈ ਤੇ ਲੜਾਈ 'ਚ ਗਈ ਹੈ ਤੇ ਗੁਰੂ ਸਾਹਿਬ ਦੀ ਥਾਪਿਆ ਉੱਥੇ ਸੀ। ਜੇ ਤੁਸੀਂ ਉੱਠ ਕੇ ਲੰਗਰ ਬਣਾਇਆ ਤੇ ਗੁਰੂ ਸਾਹਿਬ ਦੀ ਥਾਪਿਆ ਉੱਥੇ ਸੀ। ਤੁਸੀਂ ਚੂਜ਼ ਕਰੋ ਜਿਹੜਾ ਕਰੀਅਰ ਤੁਸੀਂ ਲੈਣਾ ਚਾਹੁੰਦੇ ਹੋ। ਕੋਈ ਇਹ ਨਹੀਂ ਕਿ ਔਰਤ ਦਾ ਕੰਮ ਹੈ ਤੇ ਮਰਦ ਦਾ ਕੰਮ ਹੈ, ਕੋਈ ਗੱਲਾਂ ਨਹੀਂ। ਸੋਸ਼ਲ ਜਿਹੜੀਆਂ ਗੱਲਾਂ ਸਾਡੇ ਵਿੱਚ ਆ ਗਈਆਂ ਗਲਤ ਹੈ, ਉਹਨਾਂ ਨੂੰ ਕੱਢ ਦਿਓ ਤੇ ਆਪਣੇ ਗੁਰੂ ਦੀ ਪੂਰਨਿਆਂ ਤੇ ਚੱਲੋ। ਮੈਂ ਤਾਂ ਇਹੀ ਕਹਾਂਗੀ ਕਿ ਬੱਚੇ ਲੜਕੇ ਲੜਕੀਆਂ ਸਾਡੇ ਸਭ ਬਰਾਬਰ ਆ, ਉਹਨਾਂ ਨੂੰ ਇਕੁਅਲ ਐਜੂਕੇਸ਼ਨ ਦੇਣੀ ਹੈ, ਉਹਨਾਂ ਨੂੰ ਇਕੁਅਲ ਧਿਆਨ ਰੱਖਣਾ। ਔਰ ਮੈਂ ਇਸ ਵੇਲੇ ਕਿਉਂਕਿ ਔਰਤ ਨੂੰ ਨੀਵਾਂ ਸਮਝਿਆ ਜਾਂਦਾ ਨਾ, ਤੇ ਮੈਂ ਇਸ ਵੇਲੇ ਆਪਣੇ ਵੀਰਾਂ ਨੂੰ, ਆਪਣੇ ਬੱਚਿਆਂ ਨੂੰ, ਨੌਜਵਾਨ ਮੁੰਡਿਆਂ ਨੂੰ ਇਹੀ ਕਹਾਂਗੀ ਕਿ ਇਸ ਵੇਲੇ ਤੁਹਾਨੂੰ ਧਿਆਨ ਰੱਖਣਾ ਪਏਗਾ ਆਪਣੀ ਭੈਣ ਦਾ, ਆਪਣੀ ਮਾਂ ਦਾ, ਕਿ ਉਹ ਵੀ ਸ਼ੇਰ ਹੋਣ। ਕਿਉਂਕਿ ਸ਼ੇਰਨੀ ਨੇ ਸ਼ੇਰ ਜੰਮਨੇ ਨਾ, ਜਿਸ ਤਰ੍ਹਾਂ ਤੁਸੀਂ ਕਿਹਾ, ਬਿਲਕੁਲ ਉਹੀ ਵੀ ਸ਼ੇਰ ਹੋਣ ਕਿ ਪਾਸ ਵਿੱਚ ਸ਼ੇਰਨੀਆਂ ਸ਼ੇਰ ਜੰਮਦੀਆਂ ਰਹੀਆਂ ਨੇ। ਅਜੇ ਤੱਕ ਉਹ ਹਰੀ ਸਿੰਘ ਨਲਵੇ ਦੇ ਜਾ ਤੇ ਗਏ ਨਾ, ਔਰਤਾਂ ਉਹ ਜਿਹੜੀਆਂ ਪ੍ਰੈਗਨੈਂਟ ਵੂਮਨ ਹੁੰਦੀਆਂ ਨਾ, ਉੱਥੇ ਜਾ ਕੇ ਉਹਨਾਂ ਦਾ ਕਰਦੇ ਆ ਕਿ ਇਹ ਸ਼ੇਰ ਸੀ ਤੇ ਇਹ ਕੰਜ ਨਾਲ ਮੇਰਾ ਵੀ ਬੱਚਾ ਸ਼ੇਰ ਹੋਏਗਾ। ਸ਼ੇਰ ਬੱਚਾ ਤੁਹਾਡਾ ਉਸ ਵੇਲੇ ਹੋਏਗਾ ਜਿਸ ਵੇਲੇ ਤੁਸੀਂ ਉਹਨੂੰ ਰਾਈਟ ਸਿੱਖਿਆ ਦੇ ਕੇ ਸ਼ੇਰ ਬਣਾਓਗੇ। ਭੈਣ ਜੀ ਬੜੀ ਅੱਛੀ ਗੱਲ ਕੀਤੀ। ਮੈਂ ਤੁਹਾਨੂੰ ਇੱਕ ਦੋ ਦਿਨ ਸਵਾਲ ਪੁੱਛਦਾ, ਤੁਸੀਂ ਆਨਸਰ ਕਰਦੇ ਹੋ। ਇਹ ਸਾਡਾ ਰਿਵਾਜ ਹੈਗਾ, ਵਿਆਹ ਸ਼ਾਦੀਆਂ 'ਚ ਆਪਾਂ ਸਿੱਖਿਆ ਦਿੰਦੇ ਹਾਂ ਬੱਚੇ ਨੂੰ ਨਾ, ਬੜਾ ਕੁਛ। ਭੈਣ ਜੀ ਉਹਦਾ ਮੇਰੇ ਆਪਣੇ ਖਿਆਲਾਤ ਹੈ, ਤੁਸੀਂ ਆਪਣਾ ਦੱਸਿਓ ਉਹਦਾ ਕੀ ਮਕਸਦ ਹੈ ਜੇ ਸਾਰੀ ਉਮਰ ਮਾਂ ਪਿਓ ਨੇ ਉਹਨੂੰ ਸਿੱਖਿਆ ਨਹੀਂ ਸਿਖਾਈ ਹੋਈ? ਵੀਰ ਜੀ ਮੈਂ ਆਪਣਾ ਪਰਸਨਲ ਤੁਹਾਨੂੰ ਆਮ ਗਲੈਡ ਯੂ ਆਸਕ ਗੱਲ ਕੀਤੀ ਹੈ ਤੁਸੀਂ। ਮੈਂ ਤੁਹਾਨੂੰ ਆਪਣਾ ਪਰਸਨਲ ਦੱਸਦੀ ਹਾਂ। ਉਹਨਾਂ ਦਿਨਾਂ ਜਦ ਸਾਡੇ ਵਿਆਹ ਹੋਏ ਨਾ ਤੇ ਸਿੱਖਿਆ ਦਿੰਦੇ ਹੁੰਦੇ ਸੀ। ਇੱਕ ਸਿਹਰਾ ਲੜਕੇ ਵਾਸਤੇ ਪੜ੍ਹਿਆ ਜਾਂਦਾ ਸੀ, ਸਿੱਖਿਆ ਕਵਿਤਾ ਦੇ ਰੂਪ ਵਿੱਚ, ਬਾਣੀ ਦੀ ਨਹੀਂ। ਅੱਛਾ, ਤੇ ਹੁਣ ਤਾਂ ਸਾਨੂੰ ਪਤਾ ਬਾਣੀ ਚ ਨਹੀਂ ਸਿੱਖਿਆ, ਪਰ ਉਹਨਾਂ ਦੇ ਸਿੰਪਲ ਕਵਿਤਾ ਪੜ੍ਹੀ ਜਾਂਦੀ। ਤੇ ਮੇਰੀ ਮੈਰਿਜ 'ਤੇ ਉਹਨਾਂ ਨੇ ਬੀਬੀ ਪਾਣੀ ਦੇ ਉੱਤੇ ਕਵਿਤਾ ਪੜ੍ਹੀ ਲੰਬੀ ਜਿਹੀ, ਤੇ ਇੱਕ ਲਾਈਨ ਮੈਨੂੰ ਅੱਜ ਵੀ ਯਾਦ ਹੈ। ਔਰ ਉਹ ਲਾਈਨ ਮੈਨੂੰ ਅੱਜ ਤੱਕ ਪੂਰੇ ਓਵਰ 50 ਇਅਰਸ ਹੋ ਗਿਆ ਦਿਲ 'ਚ ਉਤਰ ਗਈ ਨਾ, ਉਹੀ ਮੈਂ ਗੱਲ ਕਹਿ ਰਿਹਾ ਨਾ। ਉਹਦੇ 'ਤੇ ਮੈਂ ਚਲੀ ਜੇ। ਉਹਨਾਂ ਨੇ ਕਿਹਾ ਗੁਰੂ ਅਮਰਦਾਸ ਜੀ ਨੇ ਬੀਬੀ ਪਾਣੀ ਨੂੰ ਸਿੱਖਿਆ ਦਿੱਤੀ, ਭੁੱਲੀ ਭਲਾ ਤੇ ਪਾਣਾ, ਇਹ 3 ਪੱਬੇ ਦੇ ਕੇ ਕੁਲ ਧੀਆਂ ਨੂੰ ਸਬਕ ਸਿਖਾ ਦਿੱਤੇ। ਉਹ ਕਹਿ ਕੇ ਮੈਂ ਝੋਲੀ 'ਚ ਪਾ ਲਏ। ਇਹ ਲਾਈਨ ਅੱਜ ਵੀ, ਔਰ ਉਸ ਦੇ ਉੱਤੇ ਮੈਨੂੰ ਟਾਈਮ ਭੁੱਲੀ ਭਲਾ ਤੇ ਪਾਣਾ, ਫੋਰਗਿਵਨੈਸ ਭੁੱਲ ਜਾਓ ਜੇ ਕਿਸੇ ਨੇ ਕੁਝ ਬਾਤ ਕਰਕੇ ਉਹਤੇ ਆਪਣੇ ਤੇ ਕੜਿਆ, ਔਰ ਮੈਨੂੰ ਇੰਨੀ ਕੰਮ ਆਈ ਹੈ। ਤੋ ਇਹ ਸਿੱਖਿਆ ਤਾਂ ਮਾਂ ਪਿਓ ਦੀਆਂ ਸਿੱਖਿਆ ਜ਼ਰੂਰ ਹੁੰਦੀਆਂ, ਪਰ ਜਿਸ ਵੇਲੇ ਤੁਸੀਂ ਇਮੋਸ਼ਨਲੀ ਕੁੜੀ ਜਿਸ ਵੇਲੇ ਜਾ ਰਹੀ ਹੈ ਤਾਂ ਉਸ ਵਕਤ ਤੁਹਾਡੀ ਕੋਈ ਚੀਜ਼ ਹੈ। ਦੇਖੋ ਹਾਲੇ ਤੱਕ ਮੈਨੂੰ ਇਹ ਲਾਈਨ ਹੈ, ਤੇ ਇਹ ਕਿਸੇ ਵਕਤ ਕਿਸੇ ਦੀ ਗੱਲ ਦਿਲੋਂ ਕਹੀ ਹੋਈ ਅਗਲੇ ਦੀ ਲਾਈਫ ਬਦਲ ਦਿੰਦੀ ਹੈ। ਤੁਸੀਂ ਦਿਲੋਂ ਕਿਸੇ ਨੂੰ, ਤੁਸੀਂ ਮੈਂ ਦਿਲ ਤੋਂ ਕੋਈ ਫੀਲ ਕਰਕੇ ਕੋਈ ਗੱਲ ਕਰੋ। ਤੇ ਮੈਂ ਹੁਣ ਮੇਰੀ ਜਦੋਂ ਹਸਬੈਂਡ ਡੈਥ ਹੋਈ, ਮੇਰੀ ਨੀਸ ਹੈਗੀ ਸੀ ਤੇ ਉਹ ਆਈ ਛੋਟੀ ਜਿਹੀ ਵਿਚਾਰੀ ਹਾਲੇ, ਤੇ ਆਈ ਤੇ ਮੈਨੂੰ ਨਾ ਕੁਝ ਕਹਿੰਦੀ ਸੀ, ਮੈਂ ਬੜਾ ਹੌਸਲਾ ਮਿਲਦਾ ਸੀ। ਸ਼ੀ ਯੂਜ਼ ਟੂ ਸੇ ਥਿੰਗਸ। ਉਹ ਵੀ ਜਦੋਂ ਉਹਦੇ ਅਨਫੋਰਚੂਨੇਟਲੀ 6 ਮਹੀਨੇ ਬਾਅਦ ਮੈਂ ਇੰਡੀਆ ਗਈ ਤੇ ਉਹਦੇ ਹਸਬੈਂਡ ਡੈਥ ਹੋ ਗਈ। ਸ਼ੀ ਵਾਜ਼ ਮਚ ਯੰਗਰ, ਹੀ ਵਾਜ਼ ਅਬਾਊਟ 47। ਤੇ ਮੈਂ ਕਿਹਾ ਬਬਲੀ ਤੂੰ ਜੋ ਮੈਨੂੰ ਉੱਥੇ ਕਹਿੰਦੀ ਸੀ, ਮੈਨੂੰ ਬੜਾ ਹੌਸਲਾ ਮਿਲਦਾ ਸੀ, ਤੇ ਤੂੰ ਮੈਨੂੰ ਜੋ ਕਹਿੰਦੀ ਸੀ ਹੁਣ ਮੈਂ ਤੈਨੂੰ ਉਹ ਵਾਪਸ। ਕਹਿੰਦੀ ਮੈਨੂੰ ਆਂਟੀ ਕੋਈ ਨਹੀਂ ਪਤਾ ਮੈਂ ਤੁਹਾਨੂੰ ਕੀ ਕਹਿੰਦੀ ਸੀ। ਪਤਾ ਨਹੀਂ ਕੀ ਵਾਹਿਗੁਰੂ ਤੁਹਾਡੇ ਮੂੰਹੋਂ ਕਢਾਉਂਦਾ ਹੈ ਤੁਹਾਨੂੰ ਹੌਸਲਾ। ਪਰ ਮੈਨੂੰ ਉਹ ਕੁੜੀ ਜੋ ਗੱਲ ਉਸ ਵਕਤ ਕਰਦੀ ਸੀ, ਇੰਨਾ ਹੌਸਲਾ ਮਿਲਦਾ ਸੀ। ਤੇ ਹੁਣ ਕਹਿੰਦੀ, ਤੇ ਮੈਂ ਕਿਹਾ ਹੁਣ ਮੈਂ ਤੈਨੂੰ ਉਹੀ ਚੀਜ਼ਾਂ ਕਹਿੰਦੀ ਆ ਕਿ ਤੋ ਇੱਕ ਦੂਜੇ ਦੇ ਇਹ ਵਰਡਸ ਬਹੁਤ ਸਾਰਾ ਕੰਫਰਟ ਦਿੰਦੇ ਆ। ਜੀ ਕਿ ਮੇਰੇ ਤੋਂ ਹੁੰਦਾ ਦਿਮਾਗ 'ਚ ਹਮੇਸ਼ਾ ਬਹੁਤ ਕਮਜ਼ੋਰ ਹੈ ਮੈਂ ਇਸ ਗੱਲ ਪਿੱਛੇ। ਬੜੇ ਧੰਨ ਨੇ ਮਾਂ ਪਿਓ ਜਿਹੜੇ ਆਪਣੀ ਧੀ ਨੂੰ ਤੋੜਦੇ ਨੇ। ਬਹੁਤ ਮੁਸ਼ਕਿਲ ਕੰਮ ਹੈ, ਬਹੁਤ ਟਫ, ਕਿਉਂਕਿ ਹੈ ਨਹੀਂ ਮੈਂ ਉਹਦਾ ਸਾਥ ਕਰ ਸਕਦਾ। ਜਦੋਂ ਧੀ ਹੁੰਦੀ ਸ਼ਾਇਦ ਮੇ ਵੀ ਬੰਦਾ ਇੰਨਾ ਨਹੀਂ ਕਰਦਾ, ਕਿਉਂਕਿ ਤੁਸੀਂ ਜਿੰਦੇ ਹੋ ਜਾਗਦੇ ਉਹਦੇ ਨਾਲ 19-20 ਸਾਲ 25 ਸਾਲ ਜੋ ਵੀ ਹੈਗਾ, ਲੇਕਿਨ ਦੈਟ ਇਜ਼ ਵਨ ਆਫ ਦਾ ਮੋਸਟ ਡਿਫਿਕਲਟ ਇੱਕ ਟਾਈਮ ਮਾਂ ਪਿਓ ਤੇ ਆਉਂਦਾ ਹੈ। ਪਰ ਇਹ ਵੀ ਤਾਂ ਸਾਡੀ ਗਲਤੀ ਹੈ ਨਾ, ਅਸੀਂ ਧੀ ਨੂੰ ਨਹੀਂ ਤੋੜਦੇ, ਅਸੀਂ ਧੀ ਪੁੱਤਰ ਦੋਨਾਂ ਨੂੰ ਤੋੜਦੇ ਹਾਂ। ਦੋਨਾਂ ਨੂੰ ਤੋੜਦੇ। ਤੇ ਇਹ ਜਿਹੜਾ ਕੈਂਸਰ ਆਫ ਡਾਵਰੀ ਹੈ ਨਾ ਸਾਡੇ ਵਿੱਚ, ਇਹ ਖਤਮ ਕਰੋ। ਇਹੀ ਉਹ ਜਿਹੜਾ ਕੈਂਸਰ ਹੈ ਨਾ ਔਰਤ ਨੂੰ ਨੀਵਾਂ ਦਿਖਾਉਂਦਾ। ਤੇ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਉਹ ਮੂਰਖ ਹੈ ਜਿਹੜਾ ਦਾਜ ਦਿੰਦਾ। ਦਾਜ ਜਿਹੜਾ ਵਾਹਿਗੁਰੂ ਦੇ ਨਾਮ ਦਾ ਦਿਓ, ਕਿ ਗੁਰਬਾਣੀ ਦਾ ਨਾਮ ਦਿਓ। ਉਹ ਜਿਹੜਾ ਦਾਜ ਉਹ ਵੀ ਗਲਤ ਹੈ।
ਉਹ ਵੀ ਹੈ, ਅਸੀਂ ਤੋੜਦੇ ਨਹੀਂ, ਅਸੀਂ ਖੁਸ਼ੀ ਮੁੰਡੇ ਤੇ ਕੁੜੀ ਨੂੰ ਕਹਿੰਦੇ ਹਾਂ ਤੁਸੀਂ ਆਪਣਾ ਨਵਾਂ ਜੀਵਨ ਆਪਣੀ ਮਰਜ਼ੀ ਦੇ ਨਾਲ ਬਣਾਓ ਔਰ ਸੋਹਣਾ ਤੇ ਸੁਹਾਵਣਾ ਬਣਾਓ, ਤੁਹਾਡਾ ਵੀ ਜੀਵਨ ਸੋਹਣਾ ਹੋਏ, ਅੱਗੋਂ ਬੱਚਿਆਂ ਦਾ ਵੀ ਜੀਵਨ ਸੋਹਣਾ ਹੋਏ। ਇਹ ਤੋੜਨ ਵਾਲੀਆਂ ਗੱਲਾਂ ਨਾ ਇਹ ਗਲਤ ਹੈ। ਇੱਥੇ ਵੀ ਜੀ ਤੋੜਨਾ ਕਹਿੰਦੇ ਹੋ ਨਾ, ਇਸ ਗੱਲ ਨੂੰ ਨਾ ਗਲਤ ਐਸੇ ਤੋੜਨੇ ਨੂੰ ਨਾ, ਕਿਉਂਕਿ ਅਸੀਂ ਇਮੋਸ਼ਨਲ ਹੋ ਜਾਂਦੇ ਹਾਂ ਔਰ ਕੁੜੀਆਂ ਇਹ ਸਾਡੀਆਂ ਕੁੜੀਆਂ ਰਿਜ਼ੈਂਟ ਕਰ ਰਹੀਆਂ ਇਸ ਵਰਡ ਨੂੰ, ਕਿਉਂਕਿ ਇਸ ਵੇਲੇ ਪਹਿਲਾਂ ਅਬਿਊਜ਼ ਕੀਤਾ ਗਿਆ। ਸਾਡੇ ਟਾਈਮ ਤੇ ਵਾਕਈ ਤੋੜ ਦਿੰਦੇ ਸੀ, ਤੂੰ ਹੁਣ ਜੋ ਵੀ ਉਸ ਘਰ 'ਚ ਹੋ ਰਿਹਾ ਤੁਸੀਂ ਮੂੰਹ ਵੀ ਨਹੀਂ ਖੋਲ ਸਕਦੇ ਸੀ। ਵੀ ਨਿਊ ਦੈਟ ਹੁਣ ਤੂੰ ਗਈ ਹੈ ਨਾ, ਤੇਰੀ ਉੱਥੇ ਡੋਲੀ ਗਈ ਹੈ ਅਰਥੀ ਵਾਪਸ। ਹੁਣ ਉਸ ਚੀਜ਼ ਨੂੰ ਸਾਡੀਆਂ ਬੱਚੀਆਂ ਰਿਜ਼ੈਂਟ ਕਰ ਰਹੀਆਂ, ਉਹ ਕਰ ਰਹੀ हैं कि ਅਸੀਂ ਨਹੀਂ ਹੁਣ ਤੁਰਨਾ, we are not going to go to his house, why should I serve। ਮੈਂ ਦੇਖੋ ਇੰਪਰੂਵਮੈਂਟ ਚਾਹੀਦੀ ਨਾ ਦੇ ਵਿੱਚ। ਉਹ ਸਾਡੀ ਫਰੈਂਡ ਸੀ ਤਾਂ ਕਹਿੰਦੀ ਜੇ ਮੈਂ ਸੇਵਾ ਮੈਂ ਕਰਨੀ ਹੈ ਤੇ ਮੈਂ ਤੇ ਉਹਦੇ ਮਾਪਿਓ ਦੀ ਕਿਉਂ ਕਰ ਆਪਣੇ। ਸੋ ਲੈਟ them live their lives and both extend family ਕਰੋ। ਇਸ ਤੋਰਨ ਦੀ ਗੱਲ ਨੂੰ ਐਜੂਕੇਟਿਡ ਕੁੜੀਆਂ ਆਪੇ ਆਪਣਾ ਬੱਚੇ ਆਪੇ ਸੀ ਵਿਆਹ ਕਰਦੇ, ਅੱਗੇ ਉਹਨਾਂ ਦੀ ਜ਼ਿੰਦਗੀ ਤੋਰੋ ਤੁਸੀਂ, ਨਾ ਕਿ ਕੁੜੀ ਨਹੀਂ ਤੋੜਨਾ। ਉਹ ਖਤਮ ਹੈ ਕਨਸੈਪਟ, ਕੋਈ ਕੁੜੀ ਨਹੀਂ। ਜੀ ਇੱਕ ਬਸ ਉਹਦੀ ਬਾਤ ਅੱਧਾ ਕੁ ਮਿੰਟ ਰਹਿੰਦਾ ਤੇ ਮੈਨੂੰ ਤੇ ਬਹੁਤ ਅੱਛਾ ਲੱਗਿਆ, ਤੁਸੀਂ ਬਹੁਤ ਅੱਛਾ ਸਬਜੈਕਟ ਲੈ ਕੇ ਆਏ ਹੋ। ਮੇਰੇ ਪਾਸ ਤਾਂ ਇਦੋਂ ਜ਼ਿਆਦਾ ਕੁਆਲੀਫਾਈਡ ਬੰਦੇ ਨਹੀਂ ਹੋਣਗੇ ਸਬਜੈਕਟ ਟਾਕ ਕਰਨ ਵਾਲੇ, ਰੋਲ ਮਾਡਲਸ ਬਣੇ ਹੋਏ ਨੇ ਕਾਮਯਾਬ ਆਪਣੀ ਫੀਲਡ ਦੇ ਵਿੱਚ। ਬਹੁਤ ਅੱਛਾ ਲੱਗਿਆ। ਤੇ ਭੈਣ ਜੀ ਤੁਸੀਂ ਹੁਣ ਹਾਂਜੀ ਦੱਸੋ। ਮੈਂ ਕਿਹਾ ਅੱਜ ਤੋਂ ਨਾ ਜਿਸ ਵੇਲੇ ਲੜਕੀ ਹੋਵੇ ਉਸ ਵੇਲੇ ਵੀ ਲੱਡੂ ਵੰਡੋ, ਜਿਸ ਵੇਲੇ ਲੜਕਾ ਹੋਵੇ ਉਸ ਵੇਲੇ ਵੀ ਲੱਡੂ। ਅੱਧੇ ਸੈਕਿੰਡ ਕੀ ਕਹਿੰਦੇ ਤੁਸੀਂ? ਬਸ ਉਹੀ ਕਹਿੰਦੇ ਆਪਣੀਆਂ ਬੱਚੀਆਂ ਸਾਡੀਆਂ ਜਿਹੜੀਆਂ ਹੈਗੀਆਂ ਆਪਣਾ ਉੱਠਣ, ਤੁਹਾਡੇ ਕੋਲ ਬਾਣੀ ਹੈਗੀ ਹੈ, ਰੈਲਿਸ਼ ਇਟ, ਇੰਜੋਏ ਇਟ ਐਂਡ ਲਿਵ ਯੋਰ ਲਾਈਫ। ਇਹ ਤੁਹਾਡੀ ਸਾਡੀਆਂ ਅਸੀਸਾਂ ਹੈਗੀਆਂ, ਆਪਣੀ ਜ਼ਿੰਦਗੀ ਨੂੰ ਆਪ ਖੁਸ਼ੀ ਨਾਲ ਬਾਣੀ ਨਾਲ ਜੁੜ ਕੇ ਆਪਣਾ ਰੈਲਿਸ਼। ਥੈਂਕ ਯੂ ਭੈਣ ਜੀ। ਉਮੀਦ ਰੱਖਦਾ ਤੁਹਾਨੂੰ ਸ਼ੋਅ ਅੱਛਾ ਲੱਗਾ। ਮੈਂ ਵੀ ਕਹਿੰਦਾ ਪਲੀਜ਼ ਆਪਣਾ ਫੀਡਬੈਕ ਦਿਆ ਕਰੋ, ਦੱਸਿਆ ਕਰੋ ਕਿੱਦਾਂ ਦਾ ਪ੍ਰੋਗਰਾਮ ਚੱਲਦਾ। ਮੇਰੀ ਕੋਸ਼ਿਸ਼ ਹੁੰਦੀ ਹੈ ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਆਵਾਂ, ਸਮਥਿੰਗ ਡਿਫਰੈਂਟ। ਦੋਨੇ ਭੈਣਾਂ ਇਕੱਠੀਆਂ ਹੋਈਆਂ, ਵੈਰੀ ਇੰਟਰਸਟਿੰਗ। ਅਸੀਂ ਇੱਦਾਂ ਦਾ ਪ੍ਰੋਗਰਾਮ ਲੈ ਕੇ ਆਵਾਂਗੇ। ਤੇ ਭੈਣ ਜੀ ਫਤਿਹ ਬੁਲਾਈਏ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।